वाहिगुरु जी का वाहिगुरु जी की फतेह। डंडौत बंदन अनिक बार, सर्व कला समरथ, डोलन ते राखो प्रभु, नानक देह कर हथ। परम सन्मान योग सतगुरु गुरु तेग बहादुर जी महाराज हजूर दी चरण छूह प्राप्त। आवाज घट करी समझ पाए संगत ने। चरण छूह प्राप्त ओ पावन पवित्र स्थान, जिसने उस वक्त जो तिपाली दा ताप सी कि गला घुट जांदा सी, ताप चढ़दा सी इस इलाके विच, और कांबा छिड़न दे नाल बंदे दी मौत हो जाती सी। ओनू तपाली दा ताप कहंदे सन। गुरु तेग बहादुर साहब महाराज इस स्थान ते आए ते हजूर नू पहला तां नहीं जान सके इलाके दे लोग। फिर सतगुरु दे सन्मुख बेनती कीती। इस स्थान ते हजूर ने बख्शीश की। आप सतगुरां ने पहला इशनान किया, बाद विच चौधरी ने इशनान किया, फिर रोगियां ने इशनान किया ते इत्थे दुखां दरिद्रां दा नाश होया। पहली बार दास इस स्थान ते हाजरी भरन आए, भावें कि दो बारी मेरा ख्याल, एक बारी सिंह साहब ज्ञानी मल सिंह जी दे खुंदियां, सिंह साहब ज्ञानी अमरजीत सिंह गुरुद्वारा गांधा गांधा उस स्थान ते हाजरी भरी सी, ते एक बारी सिंह साहब जी दी याद विच। अज मैं तकरीबन मेरा ख्याल मैं तीजी बारी आप संगत दे दर्शन करन इस इलाके विच आया हां। और सिंह साहब ज्ञानी हरप्रीत सिंह जी वालों जिस दिन श्री ननकाना साहब का साका सी शताब्दी 100 साल मुकम्मल होए, उस दिन भारत की हकूमत वालों असी बिल्कुल तैयारी की हुई सी परिवार समेत, क्योंकि ननकाना साहब तो बिल्कुल नज़दीक साडे बजुर्गों का पिंड है, जिन्हों अजकल हकूमत ने नाम रख दिता है फरूकाबाद। असल च वो नाम सी चूड़काना। चूड़ साडा बजुर्ग होया सी पहला, बहुत समा पहला, ते गुरुद्वारा साहब दे बिल्कुल नज़दीक साडा घर और पिंड दे नज़दीक जमीन सी। साडे बजुर्ग हर साल कत्ते दे महीने विच परदादा उस तो अगे श्री गुरु ग्रंथ साहब का पाठ गुरुद्वारा सच्चा सौदा करांदे सन। मैं सिर्फ आरंभ च बेनती कर लगा, मेरे बाबा जी दे ताए दा पुत्र सरदार तेजा सिंह चूड़काना, वो एक साल ननकाना साहब दे मुख सेवादार भी रहे, ते साडी तीव्र इच्छा सी माता पिता समेत सारा परिवार एक बारी ननकाना साहब और खास करके सच्चा सौदा असी अखंड पाठ साहब करा सकीए, पर साडी मन की मन च रह गई। पर गुरु नानक साहब दे घर नाल ते शहीदां दी याद नाल मत्था लाण वाले कदी बचदे नहीं देखे। मैं इमोशनल हो के नहीं, सच ए वे इस दर ते जिहड़ा मत्था टेकेगा
ਉਹਦੇ ਸਿਰ ਤੇ ਨਿਰੰਜਨੀ ਛਤਰ ਵੀ ਝੁਲਦੇ ਨੇ, ਦੁਨਿਆਵੀ ਛੱਤ ਵੀ ਝੁਲਦੇ ਨੇ, ਪਰ ਜਿਹੜਾ ਮੱਥਾ ਲਾਣ ਆਏ ਉਹਦੇ ਤਖਤ ਵੀ ਰੁਲ ਜਾਂਦੇ ਹੁੰਦੇ ਨੇ। ਆਓ ਆਪ ਸਮੂਹ ਪ੍ਰਬੰਧਕ ਵੀਰਾਂ ਨੇ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਸ ਵਕਤ ਕਿਹਾ ਗਿਆ, ਆਪਣੇ ਇਲਾਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ ਇਸ ਸ਼ਤਾਬਦੀ ਨੂੰ ਮਨਾਉਣ ਔਰ ਦਾਸ ਨੂੰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਦੇ ਛੋਟੇ ਬੇਟੇ ਭਾਈ ਅਮਨਦੀਪ ਸਿੰਘ ਔਰ ਇਥੋਂ ਦੇ ਸਮੁੱਚੇ ਜਿਹੜੇ ਪ੍ਰਬੰਧਕ ਵੀਰ ਨੇ, ਸਾਡੇ ਦਰਮਿਆਨ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ, ਸੰਤ ਬਲਵੀਰ ਸਿੰਘ ਜੀ ਕੋਨਸ, ਬਾਬਾ ਬੂਟਾ ਸਿੰਘ ਜੀ ਔਰ ਜ਼ਿਕਰ ਕਰ ਰਹੇ ਸਨ ਭਾਈ ਜਰਨੈਲ ਸਿੰਘ ਜੀ, ਹੋਰ ਵੀ ਸੱਜਣ ਔਰ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰ ਮੈਨੇਜਰ ਸਾਹਿਬ, ਸਾਰੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ। ਆਓ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਨੇ ਦੋਨੋਂ ਪੱਖ ਸਾਡੇ ਸਾਹਮਣੇ ਰੱਖੇ ਆ। ਨਨਕਾਣਾ ਸਾਹਿਬ ਦੇ ਸਾਕੇ ਦਾ ਵੀ ਥੋੜਾ ਜਿਹਾ ਜ਼ਿਕਰ ਕੀਤਾ ਹੈ ਔਰ ਗੁਰੂ ਤੇਗ ਬਹਾਦਰ ਦੀਆਂ ਸਿਫਤਾਂ ਵੀ ਕੀਤੀਆਂ। ਮੈਂ ਯਤਨ ਕਰਾਂਗਾ ਕਿ ਤਕਰੀਬਨ 1 ਘੰਟੇ ਦੇ ਕਰੀਬ, ਕਿਉਂਕਿ ਸਵੇਰ ਮੈਂ ਫਿਰ ਅਜਨਾਲੇ ਪਹੁੰਚਣਾ ਹੈ, ਉੱਥੇ ਵੀ ਵਿਚਾਰ ਕਰਨੀ ਹੈ। ਰਾਤ ਨੂੰ ਪ੍ਰੋਗਰਾਮ ਹੈ ਗੁਰੂ ਕੇ ਮਹਿਲ, ਜਿਹਦੇ ਬਾਰੇ ਸਿੰਘ ਸਾਹਿਬ ਕਹਿ ਕੇ ਗਏ ਆ 52 ਸਾਲ ਗੁਰੂ ਜੋਤ ਨੇ ਆਪਣਾ ਉੱਥੇ ਨਿਵਾਸ ਰੱਖਿਆ। ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਵੀ ਉਸ ਸਥਾਨ ਤੇ ਹੋਇਆ। ਉਸੇ ਵੇੜੇ ਵਿੱਚ ਗੁਰੂ ਤੇਗ ਬਹਾਦਰ ਦੀ ਬਾਲ ਵਰੇਸ਼ ਬਤੀਤ ਹੋਈ ਹੈ। ਇਸ ਕਰਕੇ ਜੋ ਸਿੰਘ ਸਾਹਿਬ ਨੇ ਕਿਹਾ, ਇਸ ਵਰੇ ਜਦੋਂ ਵੀ ਮੌਕਾ ਮਿਲੇ ਆਪਣੇ ਬੱਚਿਆਂ ਸਮੇਤ ਗੁਰੂ ਕੇ ਮਹਿਲ ਨਮਸਕਾਰ ਜ਼ਰੂਰ ਕਰਕੇ ਆਏ। ਇਹ ਬੇਨਤੀ ਹੈ, ਆਓ ਆਪ ਜੀ ਦੇ ਸਨਮੁਖ ਸਾਕਾ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਬਾਰੇ ਕੁਝ ਬੇਨਤੀਆਂ ਕਰ ਸਕਾਂ। ਜਿਵੇਂ ਮੈਂ ਜਦੋਂ ਆਇਆ ਸੀ ਤੇ ਸਕੱਤਰ ਸਾਹਿਬ ਡਾਕਟਰ ਫੌਜਾ ਸਿੰਘ ਦਾ ਜ਼ਿਕਰ ਕਰ ਰਹੇ ਸਨ। ਇਹ ਪਟਿਆਲਾ ਯੂਨੀਵਰਸਿਟੀ ਨੇ ਕਿਤਾਬ ਛਾਪੀ, ਇਹ ਮਿਲਦੀ ਨਹੀਂ ਅੱਜ ਕੱਲ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰੰਪਰਾਵਾਂ, ਯਾਤਰਾ ਅਸਥਾਨ, ਪਰੰਪਰਾਵਾਂ ਤੇ ਚਿੰਨ੍ਹ, ਉਸ ਵਿੱਚ ਤੁਹਾਡੇ ਪਿੰਡ ਦਾ ਪੂਰੀ ਡਿਟੇਲ ਨਾਲ ਜ਼ਿਕਰ ਦਿੱਤਾ ਹੋਇਆ। ਮੈਂ ਉਸ ਸੰਬੰਧੀ ਵੀ ਥੋੜੀ ਜਿਹੀ ਬੇਨਤੀ ਕਰਾਂਗਾ, ਕਿਉਂਕਿ ਕਈ ਵਾਰੀ ਕਿਤਾਬ ਕੁਝ ਬੋਲਦੀ ਏ ਤੇ ਇਲਾਕੇ ਦੀਆਂ ਪਰੰਪਰਾਵਾਂ ਕੁਝ ਹੋਰ ਕਹਿੰਦੀਆਂ ਹੁੰਦੀਆਂ, ਕਿਉਂਕਿ ਵਿਦਵਾਨ ਪੁਰਸ਼, ਪਰ ਉਹ ਸੱਜਣ ਇੱਥੇ ਆਇਆ, ਉਹਨੇ ਸਭ ਕੁਝ ਦੇਖ ਕੇ ਤੁਹਾਡੇ ਬਜ਼ੁਰਗਾਂ ਵੱਡਿਆਂ ਨੂੰ ਮਿਲ ਕੇ, ਜਦੋਂ ਹਜ਼ੂਰ ਜੀ ਦਾ 300 ਸਾਲਾ ਸ਼ਹਾਦਤ ਵਾਲਾ ਦਿਨ ਸੀ, ਉਦੋਂ ਤਕਰੀਬਨ 1975 ਤੋਂ ਪਹਿਲਾਂ ਉਹ ਵਿਦਵਾਨ ਪੁਰਸ਼ ਇੱਥੇ ਆਇਆ। ਉਹਨੇ ਦੇਖਿਆ, ਉਹਨੇ ਸਤਿਗੁਰੂ ਦਾ ਪੂਰੇ ਦੇ ਪੂਰੇ ਸਥਾਨਾਂ ਦਾ ਜ਼ਿਕਰ ਕੀਤਾ ਹੈ। ਉਹ ਵੀ ਥੋੜੀ ਜਿਹੀ ਮੈਂ ਬੇਨਤੀ ਕਰਾਂਗਾ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਅਸੀਸ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਰ ਥਾਂ ਤੇ ਮਦਦਗਾਰ ਹੁੰਦੇ ਆ, ਅੱਜ ਵੀ ਨੇ। ਆਪ ਅਸੀਸ ਬਖਸ਼ੋ ਸਤਿਗੁਰੂ। ਅਸੀਂ ਆਪ ਜੀ ਦੇ ਚਰਨਾਂ 'ਚ ਇਕੱਤਰ ਹੋਏ ਆ, ਸਾਡੀ ਸੁਰਤ ਨੂੰ ਇਕਾਗਰਤਾ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਸ ਸਾਲ 21 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਦੀਵਾਨ ਉਸ ਪਿੰਡ ਵਿੱਚ ਕੀਤੇ ਗਏ ਜਿੱਥੇ ਭਾਈ ਲਛਮਣ ਸਿੰਘ ਉਹਨਾਂ ਦਾ ਪਰਿਵਾਰ ਆ ਕੇ ਵਸਿਆ। ਇੱਕ ਧਾਰੋਵਾਲ ਗੁਰਦਾਸਪੁਰ ਵਿੱਚ ਹੈ ਤੇ ਇੱਕ ਧਾਰੋਵਾਲ ਪਾਕਿਸਤਾਨ ਵਿੱਚ ਹੈ। ਭਾਈ ਲਛਮਣ ਸਿੰਘ ਜੀ, ਉਹਨਾਂ ਦੇ ਘਰੋਂ ਬੀਬੀ ਜੀ ਦਾ ਨਾਮ ਸੀ ਇੰਦਰ ਕੌਰ। ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਸੀ, ਉਹ 8 ਮਹੀਨੇ ਦਾ ਹੋ ਕੇ ਪੂਰਾ ਹੋ ਗਿਆ।
ਉਸ ਬੱਚੇ ਦਾ ਨਾਮ ਹਰਬੰਸ ਸਿੰਘ ਸੀ। ਉਸ ਤੋਂ ਬਾਅਦ ਭਾਈ ਲక్ష్మణ ਸਿੰਘ ਜੀ ਦੇ ਘਰ ਸੰਤਾਨ ਨਹੀਂ ਹੋਈ, ਪਰ ਉਹਨਾਂ ਨੇ ਆਪਣਾ ਸਾਰਾ ਸਮਾਂ ਗੁਰੂ ਸਾਹਿਬ ਜੀ ਦੇ ਪੰਥ ਨੂੰ ਸਮਰਪਿਤ ਕੀਤਾ। ਮੈਂ ਆਰੰਭ ਚ ਪਹਿਲਾਂ ਨਨਕਾਣਾ ਸਾਹਿਬ ਭਾਵੇਂ ਸਿੰਘ ਸਾਹਿਬ ਜੀ ਨੇ ਕੋਈ ਦੱਸ ਵੀ ਦਿੱਤਾ, ਥੋੜੀਆਂ ਜੀਆਂ ਬੇਨਤੀਆਂ ਮੈਂ ਕਰਾਂ। ਜਿਹੜਾ ਨਨਕਾਣਾ ਸਾਹਿਬ ਹੈ, ਅਸਲ ਚ ਆਪ ਸਭ ਨੂੰ ਪਤਾ ਹੈ ਕਿ ਇਸ ਪਿੰਡ ਦਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਹੈ ਇਹ ਤਲਵੰਡੀ ਸੀ, ਪਰ ਰਾਏ ਭੋਏ ਰਾਏ ਬੁਲਾਰ ਦੇ ਪਿਤਾ ਦਾ ਨਾਮ ਹੈ, ਤੇ ਇਸ ਕਰਕੇ ਇਹਦੇ ਲਈ ਸ਼ਬਦ ਵਰਤਿਆ ਗਿਆ ਰਾਏ ਭੋਏ ਦੀ ਤਲਵੰਡੀ। ਰਾਏ ਬੁਲਾਰ ਦੇ ਪਿਤਾ ਜੀ ਦਾ ਨਾਮ ਰਾਏ ਭੋਏ, ਰਾਏ ਭੋਏ ਦੀ ਤਲਵੰਡੀ ਅਸੀਂ ਕਹਿੰਦੇ ਹਾਂ। ਇਹ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਜੱਦੀ ਉੱਥੇ ਨਹੀਂ ਸੀ ਰਹਿੰਦਾ। ਇਹ ਹਜ਼ੂਰ ਦਾ ਜੱਦੀ ਪਿੰਡ ਨਹੀਂ, ਜੱਦੀ ਪਿੰਡ ਆਪਾਂ ਸਮਝਨੇ ਆ, ਅਸਲ ਚ ਤਰਨ ਤਾਰਨ ਦੇ ਨੇੜੇ ਇੱਕ ਪਿੰਡ ਪੱਠੇ ਪਿੰਡ, ਉੱਥੇ ਗੁਰਦੁਆਰਾ ਹੈ ਡੇਰਾ ਸਾਹਿਬ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪੂਰਵਜ ਨੇ ਉਹ ਪੱਠੇ ਪਿੰਡ ਵਿੱਚ ਰਹਿੰਦੇ ਸਨ। ਬਹੁਤ ਸੁੰਦਰ ਗੁਰਦੁਆਰਾ ਹੈ ਉੱਥੇ ਡੇਰਾ ਸਾਹਿਬ। ਇੱਥੋਂ ਫਿਰ ਇਹ ਪਰਿਵਾਰ ਉੱਠ ਕੇ ਤਲਵੰਡੀ ਜਾਂਦਾ ਹੈ। ਰਾਏ ਭੋਏ ਜੋ ਹੈ ਇਹਦੇ ਕਾਰਦਾਰ, ਜਾਂ ਇਹਨੂੰ ਸ਼ਬਦ ਅਸੀਂ ਪਟਵਾਰੀ ਵਰਤਦੇ ਹਾਂ ਨਾ ਜੀ, ਇਹਦੇ ਕਾਰਦਾਰ ਜਾਗੀਰ ਨੂੰ ਸਾਂਭਣ ਵਾਲੇ ਜਿਹੜੇ ਨੇ ਉਹ ਰਾਏ ਭੋਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਬਾਬਾ ਸ਼ਿਵਰਾਮ ਜੀ ਨੂੰ ਉੱਥੇ ਲਾਇਆ। ਉਸ ਤੋਂ ਬਾਅਦ ਬਾਬਾ ਸ਼ਿਵਰਾਮ ਜੀ ਦੇ ਘਰ ਮਾਤਾ ਬਨਾਰਸੀ ਦੇਈ, ਉਹਦੇ ਘਰ ਅੰਦਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ। ਵੱਡੇ ਨੇ ਬਾਬਾ ਕਾਲੂ ਜੀ ਤੇ ਛੋਟੇ ਨੇ ਬਾਬਾ ਲਾਲੂ ਜੀ। ਭਾਵੇਂ ਕਿ ਸਾਡੇ ਇਸ ਸੰਬੰਧੀ ਅਸੀਂ ਕਲਿਆਣ ਦਾਸ ਵੀ ਕਹਿੰਦੇ ਆ, ਪਰ ਜੇ ਤੁਸੀਂ ਨਾਵਾਂ ਦੋਵਾਂ ਭਰਾਵਾਂ ਦੇ ਨੂੰ ਜੋੜੋ ਤੇ ਬਾਬਾ ਕਾਲੂ ਜੀ ਹੀ ਜ਼ਿਆਦਾ ਪ੍ਰਚਲਿਤ ਹੈ, ਕਿਉਂਕਿ ਛੋਟੇ ਭਰਾ ਦਾ ਨਾਮ ਹੈ ਲਾਲੂ ਜੀ। ਬਾਬਾ ਕਾਲੂ ਜੀ ਵੱਡੇ ਨੇ, ਬਾਬਾ ਲਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਾਚਾ ਜੀ, ਕਿਉਂਕਿ ਥੋੜਾ ਜਿਹਾ ਇਸ ਸ਼ਹਿਰ ਦੇ ਸੰਬੰਧ ਵਿੱਚ ਇੱਥੇ ਹੀ ਬਾਬਾ ਕਾਲੂ ਸਾਹਿਬ ਜੀ ਦੀ ਸ਼ਾਦੀ ਜਿਹੜੀ ਹੈ ਉਹ ਪਿੰਡ ਚਾਹਲ ਵਿੱਚ ਹੁੰਦੀ ਹੈ। ਇਹ ਪਿੰਡ ਚਾਹਲ ਅੱਜ ਕੱਲ ਜ਼ਿਲ੍ਹਾ ਲਾਹੌਰ ਦੇ ਵਿੱਚ ਹੈ, ਇਹ ਪਾਕਿਸਤਾਨ ਵਿੱਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ, ਜਿਨ੍ਹਾਂ ਨੂੰ ਅਸੀਂ ਅਦਬ ਸਹਿਤ ਮਾਤਾ ਤ੍ਰਿਪਤਾ ਜੀ ਕਹਿੰਦੇ ਹਾਂ। ਮੈਨੂੰ ਯਾਦ ਹੈ ਜਦੋਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦੇਵਾ ਕਰਦੇ ਸਨ ਬਾਬਾ ਗਾਦਾ ਸਿੰਘ ਜੀ ਦੇ ਸਥਾਨ ਤੇ, ਮੈਨੂੰ ਉਹ ਰਾਤ ਯਾਦ ਹੈ ਸਿੰਘ ਸਾਹਿਬ ਗਿਆਨੀ ਮਲ ਸਿੰਘ ਨਾਲ ਆਏ ਸਨ ਬਹੁਤ ਸਾਲ ਪਹਿਲਾਂ। ਮੈਂ ਉੱਥੇ ਵੀ ਇੱਕ ਬੇਨਤੀ ਕੀਤੀ ਸੀ ਕਿ ਸਨਮਾਨਯੋਗ ਬਾਬਾ ਕਾਲੂ ਸਾਹਿਬ ਜੀ, ਠੀਕ ਹੈ ਤਵਾਰੀਖ ਵਿੱਚ ਉਹਨਾਂ ਦਾ ਸੁਭਾਅ ਬੜਾ ਸਖਤ ਲਿਖਿਆ, ਉਹ ਗੁਸੈਲੇ ਸਨ, ਉਹ ਸੁਭਾਅ ਦੇ ਬੜੇ ਸਖਤ ਸਨ। ਪਰ ਮੈਂ ਇੱਕ ਬੇਨਤੀ ਕਰਾਂਗਾ, ਆਪਾਂ ਸਿੱਖ ਹਾਂ, ਆਪਾਂ ਹਜ਼ੂਰ ਦੇ ਪਿਤਾ ਦਾ ਨਾਮ ਅਦਬ ਸਹਿਤ ਹੀ ਲੈਣਾ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਜਦੋਂ ਅਸੀਂ ਕਥਾ ਵਿਚਾਰ ਜਾਂ ਢਾਡੀ ਕਲਾ ਦੀ ਗੱਲ ਕਰਨੇ ਆ, ਸਾਡੇ ਮਨ 'ਚ ਕਈ ਵਾਰੀ ਆਪਣੇ ਆਪ ਹੀ ਫੁਰਨੇ ਉੱਠਦੇ ਆ। ਅਸੀਂ ਪਿਤਾ ਜੀ ਨੂੰ ਇੰਜ ਪੇਸ਼ ਕਰਨੇ ਆ ਕਿ ਜਿਵੇਂ ਉਹ ਖਲਨਾਇਕ ਹੁੰਦੇ। ਇਸ ਤਰ੍ਹਾਂ ਹੀ ਹੁੰਦਾ ਕਿ ਚਪੇੜਾ ਮਾਰਨਾ। ਮੇਰੇ ਮਨ 'ਚ ਨਨਕਾਣਾ ਸਾਹਿਬ ਬੈਠੇ ਗੱਲ ਆਈ ਕਿ ਕਮਾਲ ਦੀ ਗੱਲ ਕਿ ਪਿਤਾ ਜੀ ਨੇ ਪੈਸੇ ਦਿੱਤੇ ਨੇ ਗੁਰੂ ਨਾਨਕ ਸਾਹਿਬ ਨੂੰ, ਪਿਤਾ ਜੀ ਨੇ ਦਿੱਤੇ ਨੇ ਨਾ। ਗੁਰੂ ਨਾਨਕ ਸਾਹਿਬ ਤਾਂ ਮੋਦੀ ਦੀ ਕਾਰ ਬਾਅਦ ਵਿੱਚ ਆ ਕੇ ਕਰਦੇ ਆ ਸੁਲਤਾਨਪੁਰ, ਪਿਤਾ ਜੀ ਨੇ ਆਪਣੇ ਕੋਲੋਂ 20 ਰੁਪਏ ਦਿੱਤੇ ਨੇ। ਜੇ ਪਿਤਾ ਦੀ ਕਮਾਈ ਬੇਈਮਾਨੀ ਦੀ ਹੁੰਦੀ, ਝੂਠ ਦੀ ਹੁੰਦੀ, ਪਾਪ ਦੀ ਹੁੰਦੀ, ਕਿਸੇ ਮਜ਼ਲੂਮ ਦਾ ਹੱਕ ਖੋ ਕੇ ਰੁਪਏ ਇਕੱਠੇ ਕੀਤੇ ਹੁੰਦੇ, ਜੇ ਸਤਿਗੁਰੂ ਪਾਂਦੇ ਨੂੰ ਪੱਟੀ ਪੜਾ ਸਕਦੇ ਆ ਪਹਿਲਾਂ, ਜੇ ਹਜ਼ੂਰ ਕਿਰਪਾ ਕਰਕੇ ਮੌਲਵੀ ਨੂੰ ਸਬਕ ਦੇ ਸਕਦੇ ਆ, ਜੇ ਸਤਿਗੁਰੂ ਪੰਡਿਤ ਹਰਦਿਆਲ ਨੂੰ ਜਨੇਊ ਦੀ ਆਤਮ ਜਨੇਊ ਦੀ ਵਿਆਖਿਆ ਕਰਦੇ ਆ, ਜਦੋਂ ਪਿਤਾ ਨੇ 20 ਰੁਪਏ ਦਿੱਤੇ ਤੇ ਕਿਹਾ ਪੁੱਤ ਖਰਾ ਸੌਦਾ ਕਰੀ, ਤੇ ਗੁਰੂ ਨਾਨਕ ਸਾਹਿਬ ਨੇ ਜ਼ਰੂਰ ਕਹਿਣਾ ਸੀ ਕਿ ਬਾਪੂ ਰੁਪਈਏ ਤੇਰੇ ਝੂਠ ਦੇ ਪਾਪਾਂ ਦੀ ਕਮਾਈ ਦੇ, ਤੇ ਪਾਪਾਂ ਦੇ ਰੁਪਈਏ ਨਾਲ ਸੱਚੇ ਸੌਦੇ ਨਹੀਂ ਹੁੰਦੇ। ਇਹ ਨੁਕਤਾ ਵਾਚਣ ਵਾਲਾ ਹੈ।
ਕਿਉਂਕਿ ਇਹਦਾ ਮਤਲਬ ਪਿਤਾ ਗੁੱਸੇ ਵਾਲੇ ਜ਼ਰੂਰ ਨੇ, ਪਰ ਕਮਾਈ ਇੰਨੀ ਸੁੱਚੀ ਸੀ ਕਿ ਹੱਥ ਗੁਰੂ ਨਾਨਕ ਸਾਹਿਬ ਦਾ ਹੈ, ਕਿਰਤ ਬਾਪੂ ਦੀ ਸੀ। ਬਾਪੂ ਦੀ ਸੁੱਚੀ ਕਿਰਤ ਜਦੋਂ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚੋਂ ਨਿਕਲੀ, ਉਸ 20 ਦੀ ਬਰਕਤ ਅੱਜ ਵੀ ਸਾਡੇ ਤੋਂ ਮੁੱਕਦੀ ਨਹੀਂ ਪਈ। ਉਦੋਂ ਉਸ ਲਈ 20 ਰਜਤਪਣ ਨੇ। ਰਜਤਪਣ ਦਾ ਅਰਥ ਉਹ ਸਿੱਕਾ ਜਿਹਦੇ ਤੇ ਚਾਂਦੀ ਦਾ ਪਾਣੀ ਚੜਿਆ, ਰਜਤਪਣ। ਮੈਂ ਬੇਨਤੀ ਆਪ ਨੂੰ ਕਰਨ ਲੱਗਾ, ਬਾਬਾ ਸ਼ਿਵਰਾਮ ਜੀ ਦੀ ਮੌਤ ਹੋਈ, ਇਧਰ ਰਾਏ ਭੋਲੇ ਜੀ ਵੀ ਚਲੇ ਗਏ ਤੇ ਰਾਏ ਬੁਲਾਰ ਆਉਂਦੇ ਨੇ। ਉਹਨਾਂ ਨੇ ਬਾਬਾ ਸ਼ਿਵਰਾਮ ਜੀ ਦੇ ਪੁੱਤਰ ਵੱਡੇ ਬੇਟੇ ਬਾਬਾ ਕਾਲੂ ਜੀ ਨੂੰ ਆਪਣਾ ਕਾਰਦਾਰ ਥਾਪਿਆ, ਜਿਹੜਾ ਸਾਰੀ ਕਾਰ ਦਾ, ਜ਼ਮੀਨਾਂ ਦਾ, ਇਹ ਪਸ਼ੂਆਂ ਦਾ, ਨੌਕਰਾਂ ਦਾ ਹਿਸਾਬ ਕਿਤਾਬ ਰੱਖਦਾ। ਚਲੋ ਸ਼ਬਦ ਮੈਂ ਕਿਹਾ ਸੀ ਪਟਵਾਰੀ ਵਰਤਨੇ। ਉਸੇ ਵਕਤ, ਉਸ ਸਮੇਂ ਜਦੋਂ ਬਾਬਾ ਕਾਲੂ ਜੀ ਦੀ ਸ਼ਾਦੀ ਹੁੰਦੀ ਹੈ ਤੇ ਪਹਿਲੀ ਸੰਤਾਨ ਦਾ ਜਨਮ, ਕੁਝ ਘਰਾਂ ਵਿੱਚ ਅੱਜ ਵੀ ਰਵਾਇਤ ਹੈ, ਸ਼ਹਿਰਾਂ ਵਿੱਚ ਕਈ ਬਰਾਦਰੀਆਂ ਦੀ, ਕਿ ਜਦੋਂ ਪਹਿਲੀ ਸੰਤਾਨ ਹੁੰਦੀ ਹੈ ਤੇ ਉਹ ਬੀਬੀ ਆਪਣੇ ਪੇਕੇ ਪਰਿਵਾਰ ਵਿੱਚ ਚਲੀ ਜਾਂਦੀ ਹੈ। ਕੁਝ ਬਰਾਦਰੀਆਂ ਦੀ ਰਸਮ, ਮੈਂ ਕਹਿ ਰਿਹਾ, ਰਸਮ ਮਰਿਆਦਾ ਨਹੀਂ ਹੁੰਦੀ, ਰਸਮਾਂ ਵੱਖ-ਵੱਖ ਹੁੰਦੀਆਂ ਨੇ ਪਰ ਮਰਿਆਦਾ ਸਭ ਦੀ ਇੱਕ ਹੁੰਦੀ ਹੈ। ਇਹ ਮਰਿਆਦਾ ਤੇ ਰਸਮ 'ਚ ਥੋੜਾ ਜਿਹਾ ਫਰਕ ਹੈ। ਉੱਥੇ ਉਹ ਚਲੇ ਗਏ, ਪਿੰਡ ਚਾਹਲ ਵਿੱਚ ਉਹਨਾਂ ਨੇ ਬੇਟੀ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਨਾਮ ਨਾਨਕੇ ਘਰ ਵਿੱਚ ਪੈਦਾ ਹੋਣ ਕਰਕੇ ਨਾਨਕੀ ਰੱਖਿਆ ਗਿਆ, ਜਿਸ ਨੂੰ ਅਸੀਂ ਬੇਬੇ ਨਾਨਕੀ ਜੀ ਕਹਿੰਦੇ ਹਾਂ। ਹੁਣੇ ਸਿੰਘ ਸਾਹਿਬ ਨੇ ਜ਼ਿਕਰ ਕੀਤਾ, ਗੁਰੂ ਇਤਿਹਾਸ ਵਿੱਚ 2 ਬੀਬੀਆਂ ਦਾ ਨਾਮ ਨਾਨਕੀ ਆਉਂਦਾ ਹੈ। ਜਿੱਥੇ ਸ਼ਬਦ ਆਉਂਦਾ ਹੈ ਬੇਬੇ ਨਾਨਕੀ, ਇਹਦੇ ਸਿੱਧੇ ਅਰਥ ਨੇ, ਬੇਬੇ ਦਾ ਲਫ਼ਜ਼ੀ ਅਰਥ ਹੈ ਭੈਣ। ਉਂਝ ਸਾਡੇ ਬਾਰ ਵਿੱਚ ਬੇਬੇ ਮਾਂ ਨੂੰ ਵੀ ਕਹਿੰਦੇ ਸਨ, ਬੇਬੇ ਦਾਦੀ ਨੂੰ ਵੀ ਕਹਿੰਦੇ ਸਨ, ਪਰ ਗੁਰੂ ਗ੍ਰੰਥ ਸਾਹਿਬ ਨੇ ਬੇਬੇ ਵੀ ਸ਼ਬਦ ਵਰਤਿਆ, ਭੈਣ ਵੀ ਵਰਤਿਆ, ਇੱਕ ਥਾਂ ਤੇ ਲਫ਼ਜ਼ ਬੇਬ ਵੀ ਵਰਤਿਆ। ਜਦੋਂ ਅਸੀਂ ਪੜ੍ਹਦੇ ਹਾਂ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ। ਇਹ ਸ਼ਬਦ ਹੈ ਬੇਬੇ। ਬੇਬੇ ਦਾ ਅਰਥ ਹੈ ਭੈਣ। ਹਜ਼ੂਰ ਦੇ ਬੇਬੇ ਨਾਨਕੀ। ਤੇ ਉਂਝ ਮੈਂ ਫਿਰ ਬੇਨਤੀ ਕਰਾਂਗਾ, ਜਿੱਥੇ ਵੀ ਬੇਬੇ ਨਾਨਕੀ ਸ਼ਬਦ ਆਵੇ, ਜਿਹੜੇ ਹਿਸਟਰੀ ਤੋਂ ਨਹੀਂ ਜਾਣੂ ਕਈ ਵਾਰੀ ਉਹ ਦੁਬਿਧਾ 'ਚ ਪੈ ਜਾਂਦੇ ਆ। ਬੇਬੇ ਨਾਨਕੀ, ਜਿੱਥੇ ਨਾਨਕੀ ਨਾਲ ਬੇਬੇ ਲਫ਼ਜ਼ ਆਵੇ, ਇਹਦਾ ਸਿੱਧਾ ਅਰਥ ਹੈ ਗੁਰੂ ਨਾਨਕ ਸਾਹਿਬ ਦੇ ਵੱਡੀ ਭੈਣ। ਜਿੱਥੇ ਮਾਤਾ ਨਾਨਕੀ ਸ਼ਬਦ ਆਵੇ, ਇਹਦਾ ਅਰਥ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਤੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ। ਇੱਕ ਬੇਬੇ ਸ਼ਬਦ, ਇੱਕ ਮਾਤਾ ਸ਼ਬਦ। ਹਾਂ, ਇੱਕ ਜਿੱਥੇ ਬੀਬੀ ਨਾਨਕੀ ਆਏ, ਬੇਬੇ ਨਾਨਕੀ, ਮਾਤਾ ਨਾਨਕੀ ਤੇ ਬੀਬੀ ਨਾਨਕੀ ਮੈਂ ਸ਼ਬਦ ਵਰਤੇ, ਇਹ ਸਿੱਖ ਇਤਿਹਾਸ ਨਾਲ ਰਿਲੇਟਡ ਹੈ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬੇਟੀ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਸੀ। ਕੰਵਰ ਨੌ ਨਿਹਾਲ ਸਿੰਘ ਦੇ ਘਰੋਂ ਖੜਕ ਸਿੰਘ ਦੇ ਬੇਟੇ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬੇਟੀ, ਜਿਸ ਨੂੰ ਡੋਗਰਿਆਂ ਨੇ ਉਸ ਦੇ ਪੇਟ ਵਿੱਚ ਬੱਚਾ ਸੀ, ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਉਹ ਹੈ ਬੀਬੀ ਨਾਨਕੀ। ਇੱਕ ਹੈ ਮਾਤਾ ਨਾਨਕੀ। ਉਹ ਸਿੱਖ ਇਤਿਹਾਸ ਨਾਲ ਸੰਬੰਧਿਤ। ਗੁਰੂ ਇਤਿਹਾਸ ਵਿੱਚ ਬੇਬੇ ਨਾਨਕੀ ਤੇ ਮਾਤਾ ਨਾਨਕੀ ਜੀ। ਬੇਬੇ ਨਾਨਕੀ ਜੀ ਦੇ ਜਨਮ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਹੈ, ਜਿਹਨੂੰ ਅਸੀਂ ਨਨਕਾਣਾ ਸਾਹਿਬ ਨੂੰ ਕਹਿੰਦੇ। ਮੈਂ ਇਸ ਸੰਬੰਧੀ ਵੀ ਬੇਨਤੀ ਕਰਨੀ, ਥੋੜਾ ਜਿਹਾ ਪਿਛੋਕੜ 'ਚ ਜਾ ਕੇ, ਭਾਵੇਂ ਸਿੰਘ ਸਾਹਿਬ ਨੇ ਪੰਛੀ ਝਾਤ ਕਹਿ ਦਿੱਤਾ ਕਿ ਸਾਕਾ ਕਿਉਂ ਵਾਪਰਿਆ। ਹਜ਼ੂਰ ਦਾ ਆਗਮਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੀ ਇੱਥੇ ਉਸ ਵਿਹੜੇ 'ਚ ਜਿੱਥੇ ਨਰੈਣੂ ਮਹੰਤ ਨੇ, ਮਸੰਦ ਨੇ, ਸ਼ਬਦ ਮਸੰਦ ਲਫ਼ਜ਼ ਵੀ ਅੱਜ ਕੱਲ ਘਟੀਆ ਲਈ ਵਰਤਿਆ ਜਾਂਦਾ ਹੈ। ਨਰੈਣ ਦਾਸ, ਸਾਧੂ ਦਾਸ ਤੇ ਕ੍ਰਿਸ਼ਨ ਦਾਸ, 3 ਮਹੰਤ। 2 ਇਸ ਤੋਂ ਪਹਿਲੇ ਕ੍ਰਿਸ਼ਨ ਦਾਸ ਤੇ ਸਾਧੂ ਦਾਸ, ਤੇ ਤੀਸਰਾ ਨਰੈਣ ਦਾਸ, ਜਿਨ੍ਹਾਂ ਨੇ ਉਸ ਵਿਹੜੇ 'ਚ ਪਾਪਾਂ ਦੀ ਇੰਤਹਾ ਕਰ ਦਿੱਤੀ, ਜਿੱਥੇ ਗੁਰੂ ਨਾਨਕ ਸਾਹਿਬ ਦੀਆਂ ਰੂਹਾਨੀ ਕਲਕਾਰੀਆਂ ਵੱਜੀਆਂ। ਮੈਂ ਰੂਹਾਨੀ ਕਹਾਂਗਾ। ਜਿੱਥੇ ਧਨ ਨਿਰੰਕਾਰ ਦੀ ਧੁਨੀ ਗੂੰਜੀ, ਜਿੱਥੇ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਨੂੰ ਦਾਈ ਨੇ
ਪੰਡਤ ਨੇ, ਮੌਲਵੀਆਂ ਨੇ, ਇੱਥੋਂ ਤੱਕ ਕਿ ਰਾਏ ਬੁਲਾਰ ਨੇ ਵੀ ਉਸ ਧਰਤੀ ਦੇ ਸਾਹਮਣੇ ਸੀਸ ਝੁਕਾ ਦਿੱਤਾ ਜਿੱਥੇ ਮੇਰੇ ਗੁਰੂ ਨਾਨਕ ਦੀ ਬਖਸ਼ਿਸ਼ ਵਰਤੀ ਹੈ। ਮੈਂ ਬੇਨਤੀ ਆਪ ਨੂੰ ਕਰਾਂ, ਇਹ ਘਟਨਾ ਕਹਿ ਕੇ, ਕਿਉਂਕਿ ਮੈਂ ਪਿਛਲੇ ਸਾਲ 2 ਵਾਰੀ ਤਕਰੀਬਨ ਨਨਕਾਣਾ ਸਾਹਿਬ ਜਾ ਆਇਆ। ਬਹੁਤ ਕੁਝ ਉੱਥੇ, ਬਹੁਤ ਕੁਝ, ਸਭ ਕੁਝ ਉੱਥੇ ਰਹਿ ਗਿਆ। ਉੱਥੋਂ ਦੀ ਜ਼ਮੀਨ, ਉੱਥੋਂ ਦੇ ਹਜ਼ੂਰ ਦੇ ਘਰ, ਕਿੰਨੀਆਂ ਥਾਵਾਂ ਨੇ। ਰਾਤੀ ਮੈਨੂੰ ਇੱਕ ਸਿੰਘ ਉੱਥੋਂ ਦੇ ਬਹੁਤ ਖੋਜ ਕਰ ਰਹੇ ਨੇ ਕਿ ਛੋਟੀ ਜੀ ਉਹਨਾਂ ਨੇ ਕਲਿੱਪ ਕੱਲੀ, ਖਾਸ ਕਰਕੇ ਫੋਟੋ ਕੱਲੀ, ਉਹ ਨੂਰੀ ਦੀ, ਜਿਹਨੂੰ ਦੀਪਾਲਪੁਰ ਸਤਿਗੁਰਾਂ ਨੇ ਕੋੜੀ ਦੇ ਰੋਗ ਤੋਂ ਮੁਕਤ ਕੀਤਾ। ਮੈਂ ਹੈਰਾਨ ਹੋਇਆ। ਗੁਰਦੁਆਰਾ ਸਾਹਿਬ ਬਣਿਆ, ਅਸਥਾਨ ਹੈ ਤੇ ਵਿੱਚ ਕੰਧ ਖਿੱਚੀ ਹੈ, 2 ਘਰ ਨੇ ਤੇ ਉੱਥੇ ਗੁਰੂ ਨਾਨਕ ਸਾਹਿਬ ਦੀਆਂ ਤੁਕਾਂ ਲਿਖੀਆਂ ਨੇ ਬਾਣੀ ਦੀਆਂ। ਮੈਂ ਦੇਖ ਲਿਆ ਪਰ ਮਨ ਰੋਗ ਭਰ ਗਿਆ। ਜੇ ਪੰਥ ਕੁਲ ਹੁੰਦਾ ਤੇ ਅੱਜ ਇਹ ਕਿੰਨਾ ਸੁੰਦਰ ਸਥਾਨ ਹੁੰਦਾ। ਪਰ ਉਸ ਘਰ ਵਿੱਚ ਜਿਹੜੀਆਂ ਜਾਲੀਆਂ ਲੱਗੀਆਂ ਨੇ ਉੱਥੇ ਅਜੇ ਵੀ ਗੁਰਬਾਣੀ ਦੀਆਂ ਤੁਕਾਂ ਨੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਇੱਥੇ ਸਤਿਗੁਰੂ ਦੇ ਬਚਪਨ ਵਿੱਚ ਜਿਹੜੀ ਰਹਿਮਤ ਸੀ ਉਹਨੂੰ ਪਰਿਵਾਰ ਨੇ, ਬੇਬੇ ਨਾਨਕੀ ਨੇ, ਰਾਏ ਬੁਲਾਰ ਨੇ, ਪੰਡਤ ਹਰਦਿਆਲ ਨੇ, ਦੌਲਤਾਂ ਦਾਈ ਨੇ, ਪੰਡਤ ਵੈਗਰੂ ਬੈਦ ਹਰੀਦਾਸ ਨੇ, ਪੰਡਤ ਬ੍ਰਿਜਨਾਥ ਨੇ, ਜਿਹੜਾ ਗੁਰਦੇਵ ਦਾ ਪਾਂਧਾ ਗੋਪਾਲ ਹੈ, ਇਹਨਾਂ ਸਾਰਿਆਂ ਨੇ ਹਜ਼ੂਰ ਦੀ ਉਸ ਰੂਹਾਨੀ ਛੂਹ ਨੂੰ ਪ੍ਰਾਪਤ ਕਰ ਲਿਆ। ਇਹ ਭਾਵਾਂ ਕਿ ਦੌਲਤਾਂ ਦਾਈ, ਉਹਦੇ ਬਾਰੇ ਇੰਨਾ ਕੁ ਜ਼ਿਕਰ ਕੀਤਾ ਜਾਂਦਾ, ਉਹ ਮਿਲੀ ਤੇ ਉਹ ਤ੍ਰਿਪਤ ਹੋ ਗਈ। ਪਰ ਮੈਂ ਕਹਿੰਦਾ ਹਿਸਟਰੀ ਨੇ ਸਿਰਫ ਇੰਨਾ ਕੁ ਲਿਖਿਆ ਹੈ, ਉਸ ਤੋਂ ਬਾਅਦ ਉਹਨੇ ਜਿਹੜੀ ਜ਼ਿੰਦਗੀ ਬਤੀਤ ਕੀਤੀ ਉਹਦਾ ਜ਼ਿਕਰ ਨਹੀਂ। ਇੱਥੇ ਰਾਏ ਬੁਲਾਰ ਹਜ਼ੂਰ ਤੋਂ ਇੰਨਾ ਪ੍ਰਭਾਵਿਤ ਹੈ ਕਿ ਉਹਨੇ ਜਿਹੜੇ ਸਤਿਗੁਰਾਂ ਨੇ ਸੌਦਾ ਕਰਕੇ ਜਦੋਂ ਆਏ, ਉਸ ਤੋਂ ਪਹਿਲਾਂ ਉੱਥੇ ਇੱਕ ਗੁਰਦੁਆਰਾ ਤੰਬੂ ਸਾਹਿਬ, ਜਿਹੜੇ ਸੱਜਣ ਗਏ ਉਹਨਾਂ ਨੂੰ ਪਤਾ ਹੈ। ਇੱਕ ਗੁਰਦੁਆਰਾ ਹੈ ਮਾਲਜੀ ਸਾਹਿਬ, ਇੱਕ ਗੁਰਦੁਆਰਾ ਹੈ ਕਿਆਰਾ ਸਾਹਿਬ ਜਿੱਥੇ ਆਪ ਗਏ ਹੋ, ਪੱਟੀ ਸਾਹਿਬ, ਉੱਥੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜੁਨ ਦੇਵ ਦੇ ਵੀ ਅਸਥਾਨ ਨੇ। ਉੱਥੇ ਮਹਾਰਾਜ ਗਏ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਗਏ ਉੱਥੇ ਗੁਰੂ ਅਰਜੁਨ ਦੇਵ ਪਹਿਲਾਂ ਗਏ। ਗੁਰੂ ਹਰਗੋਬਿੰਦ ਸਾਹਿਬ ਘੋੜਾ ਬੰਨ ਕੇ ਆਪਣੇ ਚਰਨਾਂ ਦਾ ਜੋੜਾ ਉਤਾਰ ਕੇ ਨੰਗੇ ਚਰਨ ਜਨਮ ਅਸਥਾਨ ਤੇ ਮੱਥਾ ਟੇਕਣ ਵਾਸਤੇ ਗਏ। ਇਹ ਪਾਕਿਸਤਾਨ ਵਿੱਚ ਅਸਥਾਨ ਨੇ। ਮੈਂ ਇੱਕ ਛੋਟੀ ਜੀ ਘਟਨਾ ਕਹਿ ਕੇ ਕਿ ਰਾਏ ਬੁਲਾਰ ਉਹ ਹਜ਼ੂਰ ਦੀ ਅਜ਼ਮਤ ਤੋਂ, ਉਹਨਾਂ ਦੀ ਇਸ ਰਹਿਮਤ ਤੋਂ ਜਾਣੂ ਹੋ ਗਏ। ਜਿਸ ਦਿਨ ਸਤਿਗੁਰੂ ਦੇ ਸਿਰ ਤੋਂ ਰੁੱਖ ਦੀ ਸ਼ਾਨ ਹੀ ਘਟੀ, ਉਹ ਰੁੱਖ ਹੁਣ ਧਰਤੀ ਤੇ ਲੇਟ ਚੁੱਕੇ ਨੇ, ਵਣਾਂ ਦੇ ਰੁੱਖ ਨੇ, ਉਹ ਇੰਨਾ ਪ੍ਰਭਾਵਿਤ ਹੋਇਆ। ਸਰਪ ਦੀ ਛਾਂ ਵੀ ਉਹਨੇ ਦੇਖੀ ਹੈ, ਭਾਵਾਂ ਕਿ ਸਰਪ ਦੀ ਛਾਂ ਦੀ ਸਾਖੀ ਸਿਰਫ ਭਾਈ ਬਾਲੇ ਵਾਲੀ ਔਰ ਦੂਸਰੀ ਕਵੀ ਸੰਤੋਖ ਸਿੰਘ ਦੇ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ। ਪਰ ਉਹ ਇੰਨਾ ਪ੍ਰਭਾਵਿਤ ਹੋਇਆ, ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਨੂੰ ਆਪਣੇ ਘਰ ਬੁਲਾਇਆ। ਉਹਨੇ ਹਜ਼ੂਰ ਨੂੰ, ਪਿਤਾ ਜੀ ਨੂੰ ਬੁਲਾਇਆ ਤੇ ਬਾਬਾ ਜੀ ਦੇ ਮਨ ਸੀ ਪਤਾ ਨਹੀਂ ਕਿ ਨਾਨਕ ਨੇ ਅੱਜ ਕੀ ਕੀਤਾ ਹੋਵੇ। ਕੁਝ ਦਿਨ ਪਹਿਲਾਂ ਤਾਂ ਭੱਟੀ ਜ਼ਿਮੀਂਦਾਰ ਦੀ ਖੇਤ ਉਜੜਿਆ, ਅੱਜ ਪਤਾ ਨਹੀਂ ਕੀ ਕੀਤਾ ਹੋਵੇ। ਜਦੋਂ ਬਾਬਾ ਕਾਲੂ ਜੀ ਗਏ ਤੇ ਰਾਏ ਬੁਲਾਰ ਨੇ ਜਨਮ ਸਾਖੀ ਕਹਿੰਦੀ ਉੱਠ ਖਲੋਤੇ। ਬਾਬਾ ਕਾਲੂ ਸਾਹਿਬ ਜੀ ਦੇ ਹੱਥ ਆਪਣੇ ਦੋਨਾਂ ਹੱਥਾਂ 'ਚ ਘੁੱਟ ਲਏ ਤੇ ਅੱਖਾਂ ਸੇਜਲ ਨਾਲ ਕਹਿਣ ਲੱਗੇ, ਕਾਲੂ ਮਤਾ ਨਾਨਕ ਨੂੰ ਫਿੱਟ ਮਾਰ ਕਹਿੰਦਾ ਹੋਵੇਂ। ਇਹ ਜਨਮ ਸਾਖੀ ਦੇ ਸ਼ਬਦ ਨੇ। ਮਤਾ ਨਾਨਕ ਨੂੰ ਫਿੱਟ ਮਾਰ ਕਹਿੰਦਾ ਹੋਵੇਂ। ਅਗਲਾ ਸ਼ਬਦ ਕਿਹਾ, ਇਹ ਮਹਾਂਪੁਰਖ ਹੈ, ਵੀ ਇਹਦਾ ਮਤਲਬ ਤੂੰ ਬਾਪ ਹੈ। ਕਿਤੇ ਇਹੋ ਜਿਹਾ ਲਫ਼ਜ਼ ਨਾ ਵਰਤੀ ਕਿ ਗੁਰੂ ਨਾਨਕ ਸਾਹਿਬ ਦੇ ਮੁਖੜੇ ਤੇ ਹੱਥ ਨਾ ਚੁੱਕੀ। ਮਤਾ ਨਾਨਕ ਨੂੰ ਫਿੱਟ ਮਾਰ ਕਹਿੰਦਾ ਹੋਵੇਂ, ਇਹ ਮਹਾਂਪੁਰਖ ਹੈ। ਅਗਲਾ ਸ਼ਬਦ ਕਿਹਾ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ ਹੈ, ਇਹਦੇ ਕਰਕੇ ਮੇਰਾ ਨਗਰ ਵਸਦਾ ਹੈ। ਇਹ ਮਹਾਂਪੁਰਖ ਹੈ, ਮਤਾ ਫਿੱਟ ਮਾਰ ਕਹੇ। ਅਗਲਾ ਸ਼ਬਦ ਕਿਹਾ, ਕਾਲੂ ਤੂੰ ਧਨ ਹੈ, ਤੇਰਾ ਪੁੱਤਰ ਬਣ ਕੇ ਆਇਆ ਹੈ। ਮੈਂ ਧਨ ਹਾਂ, ਮੇਰੀ ਹਯਾਤੀ ਵਿੱਚ ਮੇਰੇ ਨਗਰ ਵਿੱਚ ਆਇਆ ਹੈ। ਇਹ ਨਗਰ ਧਨ ਹੈ ਜਿਹੜਾ ਦੀਦਾਰ ਪਾਉਂਦਾ ਹੈ। ਬਾਬਾ ਕਾਲੂ ਸੁਣ ਕੇ ਕਹਿੰਦਾ, ਰਾਏ ਜੀ ਖੁਦਾਏ ਦੀਆਂ ਖੁਦਾਏ ਜਾਣੇ। ਹੁਣ ਦੇਖੋ ਉਹਨਾਂ ਦੀ ਆਪਣੀ ਸੋਚ ਹੈ।
मैं तां बेनती कर लगा, जिस दिन हजूर करके आउंदे आ खरा सौदा, ਜਿਹੜੇ ਪਿਸ਼ੌਰ ਦੇ ਸਿੱਖ ਅੱਜ ਨਨਕਾਣਾ ਸਾਹਿਬ ਰਹਿ ਰਹੇ ਨੇ, ਪਹਿਲਾਂ ਤੇ ਨਹੀਂ ਸਨ, ਪਹਿਲਾਂ ਤਾਂ ਸਾਡੇ ਬਜ਼ੁਰਗ ਸੰਸਾਰੇ ਆਪਾਂ ਇਧਰ ਜਿਹੜੇ ਆਏ ਆ, ਉਹ ਅੱਜ ਵੀ ਕਹਿੰਦੇ ਆ ਕਿ ਜਿਸ ਦਿਨ ਖਰਾ ਸੌਦਾ ਕਰਕੇ ਆਏ, ਪਿਤਾ ਜੀ ਗੁੱਸੇ ਚ ਆਏ, ਰਾਏ ਬੁਲਾਰ ਨੇ 1500 ਮੁਰੱਬੇ ਆਪਣੀ ਜ਼ਮੀਨ ਵਿੱਚੋਂ, 1500 ਏਕੜ ਨਹੀਂ, 1500 ਮੁਰੱਬੇ ਜ਼ਮੀਨ ਵਿੱਚੋਂ 750 ਮੁਰੱਬਾ ਗੁਰੂ ਨਾਨਕ ਦੇ ਨਾਮ ਤੇ ਕਰ ਦਿੱਤਾ। 750 ਮੁਰੱਬਾ, ਹਜ਼ਾਰਾਂ ਏਕੜ ਜ਼ਮੀਨ, ਹਜ਼ਾਰਾਂ ਏਕੜ ਪਹਿਲੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਕਰ ਦਿੱਤੀ। ਅੱਜ ਵੀ ਨਨਕਾਣਾ ਸਾਹਿਬ ਸ਼ਹਿਰ, ਇਹਦੇ ਚੁਗਿਰਦੇ ਜਿਹੜੀ ਜ਼ਮੀਨ ਹੈ ਉਹਦੀ ਰਜਿਸਟਰੀ ਨਹੀਂ ਹੋ ਸਕਦੀ, ਉੱਥੇ ਕੇਵਲ ਅਸਤਾਮ ਲੱਗਦਾ ਹੈ। ਅੱਜ ਵੀ ਇਹ ਸਾਰੀ ਦੀ ਸਾਰੀ ਜ਼ਮੀਨ ਗੁਰੂ ਨਾਨਕ ਦੇ ਨਾਮ ਤੇ, ਭਾਵਾਂ ਕਿ ਜਿਹੜੇ ਵਾਹਣ ਵਾਲੇ ਨੇ ਥੋੜਾ ਬਹੁਤ ਉਹ ਮਾਮਲਾ ਦਿੰਦੇ ਆ, ਕੋਈ ਜ਼ਿਆਦਾ ਨਹੀਂ, ਕੁਝ ਰੁਪਈਏ, ਪਰ ਉਹ ਸਾਰੀ ਦੀ ਸਾਰੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਬੋਲਦੀ ਹੈ। ਅਗਲੀ ਗੱਲ, ਅਸੀਂ ਪੰਜਾਬੀ ਸਿੱਧਾ ਸ਼ਬਦ ਵਰਤਦੇ ਹਾਂ ਨਨਕਾਣਾ, ਹਾਂਜੀ, ਕਈ ਨੰਨੇ ਨਾਲ ਕਈ ਨਾਣੇ ਨਾਲ, ਨਨਕਾਣਾ, ਨਨਕਾਣਾ। ਉਂਝ ਵੈਸੇ ਇਹ ਲਫ਼ਜ਼ ਹੈ ਨਨਕਾਇਣਾ। ਫਿਰ ਬੇਨਤੀ ਸੁਣਿਓ, ਇਹ ਦੋ ਲਫ਼ਜ਼ਾਂ ਨਾਲ ਬਣਿਆ, ਰਾਏ ਬੁਲਾਰ ਦੇ ਵੇਲੇ ਬਣਿਆ, ਉਹਨੇ ਤਲਵੰਡੀ ਤੋਂ ਨਾਮ ਬਦਲ ਦਿੱਤਾ, ਇਸ ਦਾ ਨਾਮ ਰੱਖਿਆ ਗਿਆ ਨਾਨਕ ਆਇਣ। ਦੋ ਲਫ਼ਜ਼ ਨੇ, ਨਾਨਕ ਆਇਣ। ਆਇਣ ਦਾ ਲਫ਼ਜ਼ੀ ਅਰਥ ਹੈ ਘਰ, ਇਹਨਾਂ ਦੋ ਸ਼ਬਦਾਂ ਨੂੰ ਜੋੜ ਕੇ ਬਣਾ ਦਿੱਤਾ ਨਨਕਾਇਣਾ। ਅਸੀਂ ਪੰਜਾਬੀ ਸਰਲ ਵਰਤਦੇ ਹਾਂ ਨਨਕਾਣਾ। ਉਂਝ ਜੇ ਸ਼ੁੱਧ ਪਾਠ ਕੋਈ ਕਰੇਗਾ, ਇਹਦਾ ਸਹੀ ਨਾਮ ਹੈ ਨਨਕਾਇਣਾ। ਇਹ ਦੋ ਲਫ਼ਜ਼ ਨੇ, ਨਾਨਕ ਆਇਣ। ਆਇਣ ਦਾ ਅਰਥ ਹੋ ਗਿਆ ਘਰ। ਇਹ ਹੁਣ ਰਾਏ ਭੋਏ ਭੱਟੀ ਦੀ ਤਲਵੰਡੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਘਰ। ਸਾਰਾ ਸ਼ਹਿਰ ਗੁਰੂ ਨਾਨਕ ਸਾਹਿਬ ਦਾ ਘਰ ਹੈ। ਗੁਰੂ ਕਾਲ ਵਿੱਚ ਹਜ਼ੂਰ ਜਾਂਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜੁਨ ਦੇਵ ਗਏ। ਸਮਾਂ ਆਇਆ, ਸਿੱਖ ਰਾਜ ਆਇਆ। ਕੁਝ ਵਿਦਵਾਨ ਕਹਿੰਦੇ ਨੇ ਇਹ ਜ਼ਮੀਨ ਸ਼ੇਰੇ ਪੰਜਾਬ ਦੇ ਵੇਲੇ ਲੱਗੀ, ਪਰ ਜਿਹੜੀ ਭੱਟੀਆਂ ਦੀ ਤਵਾਰੀਖ ਹੈ ਉਹ ਕਹਿੰਦੇ ਨੇ ਇਹ ਜ਼ਮੀਨ ਰਾਏ ਬੁਲਾਰ ਨੇ ਹਜ਼ੂਰ ਦੇ ਨਾਮ ਕਰਾ ਦਿੱਤੀ। ਮੈਂ ਬੇਨਤੀ ਕਰਾਂਗਾ, ਸ਼ੇਰੇ ਪੰਜਾਬ ਨੇ ਜਗੀਰਾਂ ਲਾਈਆਂ ਤਾਂ ਜੋ ਇੱਥੇ ਬੈਠਿਆ ਹੋਇਆ ਪ੍ਰਚਾਰ ਕਰੇ। ਗੁਰਦੁਆਰਾ ਕਿਸੇ ਅੱਗੇ ਤਲੀ ਅੱਡ ਕੇ ਮੰਗੇ ਨਾ, ਗੁਰਦੁਆਰੇ 'ਚ ਬੈਠਾ ਹੋਇਆ ਕਿਸੇ ਬੰਦੇ ਦਾ ਮੁਤਾਜ ਨਾ ਹੋਵੇ। ਇੱਥੇ ਲੰਗਰ ਚੱਲਣ, ਇੱਥੇ ਦਵਾਖਾਨੇ ਚੱਲਣ, ਇੱਥੇ ਵਿਦਿਆਲਿਆ ਚੱਲਣ, ਇੱਥੇ ਆਏ ਗਏ ਨੂੰ ਰਾਤ ਆਰਾਮ ਮਿਲੇ, ਇੱਥੇ ਸੱਚਮੁੱਚ ਲੋੜਵੰਦ ਦੀ ਲੋੜ ਪੂਰੀ ਹੋਵੇ। ਇਹ ਹੁੰਦਾ ਰਿਹਾ। ਸਮਾਂ ਆਇਆ, ਐਸਾ ਵਕਤ ਆਇਆ ਕਿ ਜਦੋਂ ਬੰਦਾ ਇਬਾਦਤ ਭੁੱਲ ਜਾਏ, ਸਿਮਰਨ ਭੁੱਲ ਜਾਏ, ਨਾਮ ਭੁੱਲ ਜਾਏ, ਚੇਤੇ ਰੱਖਿਓ ਪੂਜਾ ਦਾ ਧਾਨ ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ। ਮੈਂ ਤੁਸੀਂ ਗ੍ਰਸਤੀ ਸੱਜਣ ਬੈਠੇ ਹੋ, ਅਸੀਂ ਲੋਕ ਵੀ ਗ੍ਰਸਤੀ ਹਾਂ, ਠੀਕ ਹੈ, ਅਸੀਂ ਕਥਾ ਕਰਨੇ ਆ, ਪਰ ਮੈਂ ਸੱਚ ਕਹਿਣਾ ਸਾਡੇ ਨਾਲੋਂ ਉਹ ਕਈ ਗੁਣਾ ਉੱਤਮ ਹੈ ਜਿਹੜਾ 2 ਏਕੜ ਵਾਹ ਕੇ ਰਹਿਤ ਵਿੱਚ ਪੂਰਾ ਹੈ ਤੇ ਜਪਜੀ ਸਾਹਿਬ ਗੁਰੂ ਦਾ ਨਿਤਨੇਮ ਕਰਦਾ ਹੈ। ਕਿਰਤ ਕਰਨ ਵਾਲੇ ਬੰਦੇ ਦੀ ਸੁਰਤ ਬੜੀ ਛੇਤੀ ਡਿੱਗ ਜਾਂਦੀ, ਪਰ ਸ਼ਰਤ ਉਹਦੀ ਕਿਰਤ ਬੇਈਮਾਨੀ ਦੀ ਨਾ ਹੋਵੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੋਂ ਬਾਅਦ ਜਦੋਂ ਪ੍ਰਬੰਧ ਇਹ ਮਹੰਤਾਂ ਕੋਲ ਆ ਗਿਆ, ਬੜਾ ਸੋਹਣਾ ਪ੍ਰਬੰਧ ਚੱਲਦਾ ਰਿਹਾ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਇਹ ਪਤਾ ਨਹੀਂ ਕੀ ਇਸ ਸੰਸਾਰ ਦੀ ਰੱਬ ਨੇ ਰੀਤ ਬਣਾਈ ਹੈ, ਜਿਹੜੀ ਲਹਿਰ ਸੁਧਾਰ ਲਈ ਪੈਦਾ ਹੁੰਦੀ ਹੈ, ਸੁਧਾਰ ਲਈ ਸਮਾਂ ਪਾ ਕੇ ਬਹੁਤ ਸਾਰੀਆਂ ਲਹਿਰਾਂ ਉਸੇ ਪਾਪ ਵਿੱਚ ਆਪ ਪ੍ਰਵਿਰਤ ਹੋ ਜਾਂਦੀਆਂ ਨੇ ਜਿਸ ਪਾਪ ਨੂੰ ਖਤਮ ਕਰਨ ਵਾਸਤੇ ਉਹ ਪੈਦਾ ਹੁੰਦੀਆਂ। ਇਸ ਤਰ੍ਹਾਂ ਹੁੰਦਾ ਜੀ, ਹਰ ਲਹਿਰ ਮਸੰਦ ਸਿਸਟਮ ਬੰਦ ਹੋ ਗਿਆ। ਹਜ਼ੂਰ ਨੇ ਕਿਉਂ ਕੀਤਾ? ਗੁਰੂ ਰਾਮਦਾਸ ਨੇ ਸ਼ੁਰੂ ਕੀਤਾ। ਸਮਾਂ ਆਇਆ ਜਦੋਂ ਭਜਨ ਬੰਦਗੀ ਸਿਮਰਨ ਭੁੱਲ ਗਏ। ਇਹ ਜ਼ਮੀਨ, ਇਹ ਦੌਲਤ, ਇਹ ਪੈਸੇ ਇਹਨਾਂ ਬੰਦਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਇੱਥੋਂ ਤੱਕ ਕਿ ਜਿਹੜੇ ਪਾਪ ਗੁਰੂ ਨੇ ਬਾਣੀ ਚ ਵਰਜੇ ਨੇ ਉਹ ਨਨਕਾਣਾ ਸਾਹਿਬ ਦੀ ਹਦੂਦ ਵਿੱਚ ਹੋਣ ਲੱਗ ਪਏ। ਥੋੜੀ ਜਿਹੀ ਬੇਨਤੀ ਸੁਣਿਓ, ਸਿੰਘ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਵੈਸੇ, ਕਿਉਂਕਿ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਦੇ ਆਦੇਸ਼ ਅਨੁਸਾਰ ਮੇਰੀ ਇੱਛਾ ਹੈ ਮੈਂ ਥੋੜਾ ਜਿਹਾ ਤੁਹਾਡੇ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਾਂ। ਉਸ ਦਿਨ ਮੈਂ ਮੰਜੀ ਸਾਹਿਬ 2 ਦਿਨ ਲਾਏ ਸੀ ਤੇ ਪੂਰੀ ਡਿਟੇਲ ਨਾਲ ਬੇਨਤੀ ਕੀਤੀ ਸੀ। ਇਸ ਜਗ੍ਹਾ ਤੇ
क्योंकि गुरु घर च गुरुद्वारा केवल पूजा का साधन नहीं। यही प्रॉब्लम अज पूरे संसार नूं है। जेड़ी दात गुरुद्वारे विचों निकलदी है, खिमा करियो, होर किसी धर्म स्थान तो नहीं। ते साडी उस चीज नूं जुगो जुगो टल रहे। साडे पूर्वजां ने अरदास विच तुक लिख दित्ती है कि चौंकियां, झंडे, बुंगे जुगो जुग अटल। ये जड़ियां तीन चीजां ने, चौंकियां, झंडे ते बुंगे, इन्हां दे बड़े गहरे अर्थ ने। चौकी दा लफ्जी अर्थ हुंदा है वैसे पहरा देना। उंज चौकी दा अर्थ है चार जनियां दी बहन दी थां। एक चौकी साडे पिंडां च वरदे ने, फट्टी उत्ते बैठना, ओनू भी चौकी कहिंदे। चौकियां तीन ने सिखां च। एक चौकियां ने नितनेम दियां, दूजियां चौकियां ने इतिहासक, ते तीसरियां चौकियां ने यात्रु। मैं सिर्फ एक बेनती करनी है कि गुरुद्वारा अंग्रेजां नूं भी चुभदा सी, गुरुद्वारा मुगलां नूं भी चुभदा है, ते गुरुद्वारा अज दी हुकूमत नूं भी चुभदा। ये चुभदा रहेगा क्योंकि मुगलां नूं चुभदा सी ते उन्हां ने कहा सी हरमंदर साहिब ढा दिओ, इहनूं पूर दिओ सरोवर नूं, क्योंकि मुगलां नूं पता सी इस सरोवर विच, इस अस्थान तो गुरुद्वारियां विचों सिखां नूं एक नवीं ताकत मिलदी है। जदों अंग्रेज आया, उन्हें भी सच है कि गुरुद्वारियां दे सिस्टम दे पिछे अपने आप नूं पहला गुप्त रखिया, फिर सरबराह स्थाप के वो बिल्कुल प्रतख आ गया। उन्होंने पता सी कि गुरुद्वारियां दी आजादी ये शुरुआत एक दिन हिंदुस्तान विचों सानू जरूर कढणगे। गुरुद्वारा केवल लंगर दा साधन नहीं है, जरूर इत्थे तुसीं हुण देखो किसानी मोर्चे दी गल करदे, तुसीं किसे नाल धक्का हुंदा उहदे विरुद्ध दीवान करदे, कोई बंदा जालम बन के आउंदा उहदे मुकाबले लई होका दिंदे हो। ये दात केवल गुरुद्वारे चों मिलेगी, किसी होर धर्म स्थान चों नहीं मिलेगी। गुरुद्वारा पहली गल कि चौकियां मैं क्या नितनेम दियां जेड़ियां सिंह साहब दस के गए कि वो नितनेम दी चौकी दा अर्थ नहीं जपजी साहब जा, ये नितन वखरा। पहला तपहरे दी चौकी, आसा दीवार दी चौकी, बिलावल दी चौकी, कल्याण दी चौकी, जिन्नियां चौकियां, चरण कमल दी चौकी, ये चौकियां ने साडे कीर्तन दियां। ये क्या गया, वाहिगुरू किरपा करी सिखां दे कीर्तन दियां चौकियां कदी समाप्त ना हो, ये अटल रहन। दूजियां चौकियां ने इतिहासक चौकियां। एक चौकी हजूर ने डरौली तो हुक्मनामा भेज के शुरू कराई, अमालवे विच ही डरौली। हाँ जी, इत्थे जदों गुरु हरगोबिंद साहब आए, बाबा बुढ़ा साहब ने पत्रिका लिखी कि महाराज इन्ना समा लंघ गया, दर्शन बख्शो। हजूर ने उत्तर भेजिया कि तुसी शब्द चौकी कड्डो, मैं तुहाडे नाल होवांगा। पहली चौकी बाबा बुढ़ा जी ने कड्डी, ओनू असी हिस्टोरीकल चौकी कहने, इतिहासक। दूसरी जदों सतगुरु ग्वालियर दे किले विच ने, संगत बेबल होगी दर्शनां तो बिना, फिर बाबा बुढ़ा साहब ने चौकी कड्डी, ग्वालियर तक गए ते गुरमुखो जदों हजूर बाहर आए ते गुरु हरगोबिंद साहब ने कहा सी तुहाडी कड्डी कोई चौकी जुगो जुग अटल होवेगी, भावना वाले देखणगे मैं विच जोज शामिल होवां करांगा। अज वो चौकी अकाल तख्त साहब तो रात नूं निकलदी, सिंह साहब नूं पता है रह रास दे पाठ तो बाद वड्डी परिक्रमा सरोवर दी करदी है। फिर वो चौकी हरमंदर साहब दे सामने जदों आउंदी है, अंदर कीर्तन बंद हो जाता है। पहलियां नितनेम दियां चौकियां, दूजियां इतिहासक चौकियां, ते जेड़ियां चौकियां हरमंदर साहब विच निकलदियां। मैं ते एक दिन कहा सी, वो बजुर्ग ने इस चीज नूं रिकॉर्ड कर लेना चाहिए श्रोमणी गुरुद्वारा कमेटी नूं, क्योंकि अज तो 200 साल बाद जदों कोई देखे नूं पता लगे भी वो चौकी किवें निकलदी हुंदी सी, क्योंकि उस चौकी विच ढोलकी नहीं वजदी, चिमटे नहीं वजदे। उन्हां दे शब्द गाउण दी सच्ची मुच्ची जिहड़ी तर्ज है वो बाहर किसी प्रभात फेरी च नहीं मिलेगी, उत्थे सिर्फ मिलेगी। वो चौकियां ने साडियां इतिहासक। एक चौकी है यात्रु, नितनेम दियां चौकियां, इतिहासक चौकियां, तीसरी है यात्रु चौकी। मस्या दी रात, सवेरे मस्या होवे, रात नूं कदी तरन तारण साहिब दे नेड़े जाके देखियो, उत्थे पिंडां विचों शब्द चौकियां निकलदियां। संगत हाथ च लालटन पकड़ के, अजकल चलो दूसरे साधन ने, बैटरी लैके रात नूं पिंडां चों संगत निकलदी है ते कीर्तन करदी हुई तरन तारण सां पहुंचदी है।
ਅੰਮ੍ਰਿਤਸਰ ਤੋਂ ਤਰਨਤਾਰਨ ਜਾਂਦੇ ਨੇ, ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਜਾਂਦੇ ਨੇ। ਇਹ ਸਾਰੀਆਂ ਚੌਕੀਆਂ ਜਿਹੜੀਆਂ ਨੇ ਇਹ ਸਾਡੀਆਂ ਯਾਤਰੂ ਚੌਕੀਆਂ ਨੇ। ਇਹ ਹੋ ਸਕਦਾ ਇਸ ਇਲਾਕੇ ਵਿੱਚ ਵੀ ਨਿਕਲਦੀਆਂ ਹੋਣ। ਦੂਜੀ ਗੱਲ, ਝੰਡੇ ਬੜੀ ਵੱਡੀ ਥਾਂ ਰੱਖਦੇ। ਉਂਝ ਤਾਂ ਹਰ ਮੁਲਕ ਦੇ ਝੰਡੇ ਦੀ ਆਪਣੀ ਅਹਿਮੀਅਤ ਹੈ, ਪਰ ਆ ਪਿਛਲੇ ਦਿਨਾਂ ਤੋਂ ਜਦੋਂ ਦਾ ਰੋਲਾ ਪੈ ਰਿਹਾ ਕਿ ਇਹ ਨਿਸ਼ਾਨ ਸਾਹਿਬ, ਇਹ ਨਿਸ਼ਾਨ ਸਾਹਿਬ, ਇਹ ਤਿਰੰਗੇ ਦੀ ਬੇਅਦਬੀ ਹੋ ਗਈ। ਮੈਂ ਗੱਲ ਕਹਿਣਾ ਹੁੰਨਾ, ਪਹਿਲੀ ਗੱਲ ਚਲੋ ਲਾਲ ਕਿਲਾ ਕੋਈ ਸਪਿਰਿਚੁਅਲ ਚੀਜ਼ ਨਹੀਂ, ਸਪਿਰਿਚੁਅਲ ਥੋੜਾ ਹੋ। ਅਸੀਂ ਵੀ ਕਹਿੰਦੇ ਲਾਲ ਕਿਲੇ ਤੇ ਝੰਡਾ। ਮੈਂ ਕਹਿੰਦਾ ਤੁਹਾਡੇ ਜਜ਼ਬਾਤ ਤੋਂ ਮੈਂ ਉਸ ਦਿਨ ਕਿਹਾ ਸੀ ਕਿ ਚੇਤੇ ਰੱਖਿਓ, ਇਹ ਸਿੱਖਾਂ ਦੇ ਵਿੱਚ ਉਬਾਲਾ ਜਿਹੜਾ ਨਾ ਇਹ ਕੇਵਲ ਕਰਸਾਨੀ ਮੋਰਚੇ ਦਾ ਨਹੀਂ, ਇਹ 84 ਦੇ ਵੱਜੇ ਹੋਏ ਫੱਟ ਵੀ ਇਹਨਾਂ ਨੂੰ ਸੌਣ ਨਹੀਂ ਦਿੰਦੇ। ਅੰਦਰ ਤਾਂ ਇਹੀ ਹੈ, ਜੋ ਮਰਜ਼ੀ ਆਪਾਂ ਬਾਹਰੋਂ ਕਹੀ ਜਾਈਏ, ਅੰਦਰ ਨੂੰ ਗੱਲ ਉਹ ਛੂੰਦੀ ਹੈ। ਆਹ ਕੁਝ ਸਾਡੇ ਨਾਲ ਹੋਇਆ। ਲਾਲ ਕਿਲਾ ਮਜ਼ਦੂਰਾਂ ਨੂੰ ਕੈਦ ਕਰਕੇ ਬਣਾਇਆ। ਦੂਜੀ ਗੱਲ, ਇਹਦੇ ਕਦੀ ਗਜਿੰਦਰ ਸਿੰਘ ਨੇ ਕਿਹਾ ਸੀ ਇਹ ਤਾਂ ਛਿੱਤਰਾਂ ਵਾਲਿਆਂ ਦਾ ਹੈ। ਜਿਹਦੇ ਕੋਲ ਛਿੱਤਰ ਹੁੰਦਾ ਉਹਦੇ ਤੇ ਝੁੱਲ ਜਾਂਦਾ ਹੈ, ਕਿਉਂਕਿ ਰਾਜਿਆਂ ਦੇ ਜਿਹੜੇ ਝੰਡੇ ਨੇ ਉਹ ਬਦਲਦੇ ਰਹਿਣੇ ਨੇ, ਪਰ ਸੀਸਗੰਜ ਵਿੱਚ ਗੁਰੂ ਤੇਗ ਬਹਾਦਰ ਦੇ ਸੀਸ 'ਚ ਲੱਗਾ ਨਿਸ਼ਾਨ ਸਾਹਿਬ ਦੁਨੀਆ ਦੀ ਕੋਈ ਤਾਕਤ ਨੂੰ ਬਦਲ ਨਹੀਂ ਸਕਦਾ। ਫਿਰ ਬੇਨਤੀ ਸੁਣਿਓ, ਜਦੋਂ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਉਸ ਦਿਨ ਖੈਦਰੀ ਝੰਡਾ ਝੁਲਦਾ ਸੀ ਲਾਲ ਕਿਲੇ ਤੇ, ਬਣੇ ਨੂੰ ਥੋੜਾ ਸਮਾਂ ਜਿਹਾ ਹੋਇਆ ਸੀ। ਉਦੋਂ ਬਾਅਦ ਅੰਗਰੇਜ਼ਾਂ ਦਾ, ਬ੍ਰਿਟਿਸ਼ ਗਵਰਨਮੈਂਟ ਦਾ ਝੰਡਾ ਝੁਲਿਆ। ਅੱਜ ਤਿਰੰਗਾ ਝੁਲਦਾ ਹੈ, ਪਰ ਇਹਨਾਂ ਤਿੰਨਾਂ ਰਾਜਾਂ ਵਿੱਚ, ਤਿੰਨਾਂ ਰਾਜ ਦੇ ਸਮਿਆਂ ਵਿੱਚ ਜੇ ਝੰਡਾ ਕੋਈ ਨਹੀਂ ਬਦਲ ਗਿਆ, ਉਹ ਕੇਵਲ ਚਾਂਦਨੀ ਚੌਂਕ ਦਾ ਝੰਡਾ ਨਹੀਂ ਬਦਲਿਆ ਗਿਆ। ਸਪਿਰਿਚੁਅਲ ਝੰਡੇ ਨੂੰ ਕੋਈ ਨਹੀਂ ਬਦਲ ਸਕੇ। ਇਹ ਝੰਡਾ ਯਾਦ ਰੱਖਿਓ, ਪੀਲਾ ਕੱਪੜਾ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ, ਇਸ ਪੀਲੇ ਕੱਪੜੇ ਦੇ ਬੜੇ ਅਰਥ ਨੇ। ਇਹ ਝੁਲਦਾ ਹੋਇਆ ਬਸੰਤੀ ਰੰਗ, ਕੇਸਰੀ ਰੰਗ, ਜਾਂ ਸ਼ਬਦ ਵਰਤਾਂ ਕਿ ਸੁਰਮਈ ਰੰਗ। ਉਂਝ ਵੈਸੇ ਰਹਿਤ ਮਰਿਆਦਾ ਸੁਰਮਈ ਸ਼ਬਦ ਵਰਤਿਆ। ਇਹ ਜਦੋਂ ਝੂਲਦਾ ਹੈ, ਇਹਦੇ ਉੱਤੇ ਖੰਡਾ ਲੱਗਾ, ਕਿਰਪਾਨਾਂ ਨੇ। ਇਹ ਚਿੰਨ੍ਹ ਦੱਸਦਾ ਉਹ ਲੰਘਦੇ ਹੋਏ ਲੋਕੋ, ਜੇ ਤੁਸੀਂ ਥੱਕ ਗਏ ਹੋ ਤੇ ਇਸ ਝੰਡੇ ਥੱਲੇ ਆ ਜਾਓ, ਤੁਹਾਨੂੰ ਰਾਤ ਰਹਿਣ ਨੂੰ ਥਾਂ ਮਿਲੇਗੀ। ਇਹ ਝੰਡਾ ਦੱਸਦਾ ਵੀ ਜੇ ਤੈਨੂੰ ਭੁੱਖ ਲੱਗੀ ਏ, ਤੂੰ ਇਸ ਝੰਡੇ ਕੋਲ ਆ ਜਾ, ਤੈਨੂੰ ਪੇਟ ਭਰ ਕੇ ਰੋਟੀ ਮਿਲੇਗੀ। ਇਹ ਝੰਡਾ ਦੱਸਦਾ ਜੇ ਤੇਰਾ ਕੋਈ ਸ਼ਹਿਰ ਵਿੱਚ ਬਿਮਾਰ ਹੈ, ਤੂੰ ਗਰੀਬ ਹੈ, ਤੇਰੇ ਕੋਲ ਇੱਕ ਪੈਸਾ ਵੀ ਨਹੀਂ, ਇਸ ਝੰਡੇ ਦੇ ਥੱਲੇ ਆ ਜਾ, ਤੈਨੂੰ ਰੋਟੀ ਵੀ ਦੇਣਗੇ, ਤੈਨੂੰ ਕਮਰਾ ਵੀ ਦੇਣਗੇ। ਮੈਂ ਬੇਨਤੀ ਕਰਾਂ, ਇਹ ਝੰਡਾ ਬੜੇ ਗਹਿਰੇ ਅਰਥ ਰੱਖਦਾ, ਇਹਨੇ ਕਦੀ ਖਤਮ ਨਹੀਂ ਹੋਣਾ। ਮੈਂ ਕੱਲਾ ਆਪ ਨੂੰ ਇਮੋਸ਼ਨਲ ਕਰ ਲਈ। ਇੱਕ ਉਦਾਹਰਨ ਦੇਣਾ, ਭਾਈ ਆਲਮ ਸਿੰਘ ਜੀ ਨਿਸ਼ਾਨਚੀ ਸਿੰਘ ਸਾਹਿਬ ਨੂੰ ਪਤਾ ਹੈ ਉਸ ਚੀਜ਼ ਦਾ। ਨਿਸ਼ਾਨਚੀ ਸਾਡੇ 5 ਪਿਆਰੇ ਨੇ, ਸਾਡੇ 5 ਨਿਸ਼ਾਨਚੀ ਨੇ। ਨਿਸ਼ਾਨਚੀ ਦਾ ਅਰਥ ਜਿਹੜੇ ਨਿਸ਼ਾਨ ਸਾਹਿਬ ਲੈ ਕੇ ਤੁਰਦੇ। ਇਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਜਾ ਰਹੇ ਸਨ। ਇਸ ਦਾ ਜ਼ਿਕਰ ਡਾਕਟਰ ਨੇਕੀ ਨੇ ਆਪਣੀ ਕਿਤਾਬ ਅਰਦਾਸ ਵਿੱਚ ਕੀਤਾ, ਝੰਡੇ ਬੁੰਗਿਆਂ ਵਿੱਚ। ਭਾਈ ਆਲਮ ਸਿੰਘ ਅੱਗੇ ਨੇ। ਉਂਝ ਨਿਸ਼ਾਨਚੀ ਨੂੰ ਕੋਈ ਗੋਲੀ ਨਹੀਂ ਮਾਰ ਸਕਦਾ ਜੰਗ ਦੇ ਤੇ ਨਿਯਮਾਂ ਦੇ ਅਨੁਸਾਰ। ਉਹਨਾਂ ਕਿਹਾ ਵੀ ਤੂੰ ਇਹ ਝੰਡਾ ਸੱਟ ਦੇ। ਆਲਮ ਸਿੰਘ ਕਹਿੰਦਾ ਝੰਡਾ ਨਹੀਂ ਸੱਟਣਾ। ਕਹਿੰਦਾ ਤੇਰੇ ਹੱਥ ਵੱਢ ਦਿਆਂਗਾ। ਕਹਿੰਦਾ ਹੱਥ ਵੱਢੋਗੇ ਤੇ ਮੈਂ ਪੈਰਾਂ ਦੀਆਂ ਤਲੀਆਂ ਨਾਲ ਇਹਨੂੰ ਖੜਾ ਕਰ ਲਵਾਂਗਾ। ਉਹਨਾਂ ਕਿਹਾ ਤੇਰੇ ਪੈਰ ਵੱਢ ਦਿਆਂਗੇ, ਗੋਡਿਆਂ ਤੋਂ ਥੱਲੇ ਪਿੰਨਣੀਆਂ ਵੱਢ ਦਿਆਂਗੇ। ਕਹਿਣ ਲੱਗੇ ਵੱਢ ਦਿਓਗੇ, ਮੈਂ ਮੂੰਹ 'ਚ ਤਿਰਛਾ ਲੈ ਕੇ ਖਲੋ ਜਾਵਾਂਗਾ। ਉਹਨਾਂ ਕਿਹਾ ਤੇਰਾ ਸਿਰ ਲਾ ਦਿਆਂਗਾ। ਕਹਿਣ ਲੱਗਾ ਫਿਰ ਝੰਡੇ ਵਾਲਾ ਜਾਣੇ, ਮੈਂ ਕੇਵਲ ਜਿਉਂਦਿਆਂ ਪੈਰਾ ਦੇਣਾ, ਮੈਂ ਜਿਉਂਦੇ ਜੀ ਪੈਰਾ ਦੇਣਾ। ਸਾਡੀਆਂ ਚੌਂਕੀਆਂ, ਸਾਡੇ ਝੰਡੇ, ਤੇ ਤੀਜੀ ਗੱਲ ਬੁੰਗੇ। ਇਹ ਬੁੰਗੇ ਕੇਵਲ ਇਮਾਰਤ ਨੇ। ਅੰਮ੍ਰਿਤਸਰ ਵਿੱਚ ਇੰਨੇ ਬੁੰਗੇ ਸਨ। ਰਾਮਗੜੀਆਂ ਦਾ ਬੁੰਗਾ, ਅਕਾਲੀਆਂ ਦਾ ਬੁੰਗਾ, ਉਦਾਸੀਆਂ ਦਾ ਬੁੰਗਾ, ਗਿਆਨੀਆਂ ਦਾ ਬੁੰਗਾ, ਰਬਾਬੀਆਂ ਦਾ ਬੁੰਗਾ, ਨਿਰਮਲਿਆਂ ਦਾ ਬੁੰਗਾ, ਨਿਹੰਗ ਸਿੰਘਾਂ ਦੇ ਬੁੰਗੇ। ਬੁੰਗੇ ਇੱਕ ਕੇਵਲ ਇਮਾਰਤ ਨਹੀਂ। ਉਸ ਵਕਤ ਸਰਾਂ ਸ਼ਬਦ ਨਹੀਂ ਸੀ, ਚਲੋ ਉਂਝ ਪ੍ਰਚਲਿਤ ਸੀ। ਵਿਦਿਆਲਿਆ ਸ਼ਬਦ ਨਹੀਂ ਸੀ, ਦਵਾਖਾਨਾ ਨਹੀਂ ਸੀ। ਉਸ ਬੁੰਗੇ ਦੇ ਵਿੱਚ ਲੰਗਰ ਚੱਲਦੇ ਸਨ। ਬੁੰਗਿਆਂ ਵਿੱਚ ਦਵਾਈ ਦਾ ਪ੍ਰਬੰਧ ਹੁੰਦਾ ਸੀ। ਬੁੰਗਿਆਂ ਵਿੱਚ ਰਹਿਣ ਬਸੇਰਾ ਮਿਲਦਾ ਸੀ। ਬੁੰਗਿਆਂ ਦੇ ਵਿੱਚ ਤਾਲੀਮ ਦਿੱਤੀ ਜਾਂਦੀ ਸੀ। ਪੁਰਾਣੇ ਜਿੰਨੇ ਕਥਾਵਾਚਕ ਨੇ ਉਹ ਬੁੰਗਿਆਂ 'ਚ ਪੜੇ ਨੇ। ਮੈਂ ਆਪ ਨੂੰ ਬੇਨਤੀ ਕਰਾਂ, ਇਹਦਾ ਮਤਲਬ ਇਹ ਵੇ ਸਿੱਖਾਂ ਦੀ ਵਿਦਿਆ ਨਾ ਬੰਦ ਹੋਵੇ, ਇਹਨਾਂ ਦੀਆਂ ਸਰਾਵਾਂ ਨਾ ਠੱਪ ਹੋ ਜਾਣ, ਇਹਨਾਂ ਦੇ ਲੰਗਰ ਨਾ ਬੰਦ ਹੋਣ। ਇਸ ਕਰਕੇ 3 ਸ਼ਬਦ ਸਾਡੇ ਬਜ਼ੁਰਗਾਂ ਨੇ ਕਹੇ, ਚੌਂਕੀਆਂ, ਝੰਡੇ, ਬੁੰਗੇ,
जुगो जुग अटल। मैं फिर विषय ते आउण लगा, क्योंकि सानू ननकाना साहिब ਲਈ ਵੀ ਅਸੀਂ ਬੈਠੇ। ਉੱਥੇ ਦੋ ਇਹਨਾਂ ਤੋਂ ਪਹਿਲਾਂ ਜਿਹੜੇ ਮਹੰਤ ਸਨ, ਮਹੰਤ ਦਾ ਲਫ਼ਜ਼ੀ ਅਰਥ ਬਹੁਤ ਚੰਗਾ ਹੈ, ਜਿਹਨੂੰ ਸ੍ਰੇਸ਼ਟ ਕਿਹਾ ਜਾਂਦਾ, ਉੱਚਾ ਕਿਹਾ ਜਾਂਦਾ, ਉੱਤਮ ਕਿਹਾ ਜਾਂਦਾ ਹੈ। ਨਰੈਣ ਦਾਸ ਤੋਂ ਪਹਿਲੇ ਮਹੰਤ ਵੀ ਵਿਚਾਰੀ ਸਨ, ਉਹ ਗੁਪਤ ਬਿਮਾਰੀਆਂ ਨਾਲ ਦੋਨੋਂ ਮਰੇ ਸਨ। ਇਸ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਲਾਹੌਰ ਘਰ ਬਿਮਾਰੀ ਨਾਲ, ਭੈੜੀ ਗੰਦੀ ਬਿਮਾਰੀ ਨਾਲ ਮੰਜੇ ਤੇ ਪਿਆ, ਤੇ ਨਰੈਣ ਦਾਸ ਉਹਦੀ ਜੇਬ ਵਿੱਚੋਂ ਕੁੰਜੀਆਂ ਕੱਢ ਲਿਆ ਮੈਜਿਸਟ੍ਰੇਟ ਦੇ ਸਾਹਮਣੇ। ਇਹਨੇ ਸੰਗਤ ਵਿੱਚ ਵਾਅਦਾ ਕੀਤਾ ਕਿ ਜੇ ਮੈਂ ਉਹਦੇ ਵਰਗੇ ਗੁਨਾਹ ਕਰਾਂਗਾ ਤਾਂ ਮੈਨੂੰ ਸੰਗਤ ਕੱਢ ਸਕਦੀ ਹੈ। ਪਰ ਜਦੋਂ ਇਹ ਬੰਦਾ ਬੈਠਾ, ਇਹਨੇ ਪਿਛਲਿਆਂ ਨੂੰ ਵੀ ਮਾਤ ਕਰ ਦਿੱਤਾ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ। ਪਹਿਲੀ ਘਟਨਾ ਸੀ, ਇਸ ਤੋਂ ਪਹਿਲੇ ਮਹੰਤ ਨੇ ਆਪਣੇ ਭਤੀਜੇ ਦੇ ਵਿਆਹ 'ਚ ਨਨਕਾਣਾ ਸਾਹਿਬ ਦੇ ਖਦੂਦ ਵਿੱਚ ਸ਼ਰਾਬ ਚਲਾਇਆ ਤੇ ਲਾਹੌਰ ਤੋਂ ਨੱਚਣ ਵਾਲੀਆਂ ਨਾਚੀਆਂ ਲਿਆ ਕੇ ਇੱਥੇ ਨਾਚ ਕਰਾਇਆ ਸੀ। ਸ਼ਰਾਬ ਚੱਲਿਆ। ਉਸ ਤੋਂ ਬਾਅਦ ਮਹੰਤ ਨਰੈਣ ਦਾਸ ਨੇ ਵੀ ਇਹ ਕੁਝ ਕੀਤਾ। ਇੱਕ ਘਟਨਾ ਸਿੰਧੀ ਜੱਜ ਦੀ 13 ਸਾਲ ਦੀ ਬੱਚੀ, ਮੈਂ ਉਸ ਦਿਨ ਕਿਹਾ ਸੀ, ਜਿਹੜਾ ਰਿਟਾਇਰ ਹੋਣ ਤੋਂ ਬਾਅਦ ਨਨਕਾਣਾ ਸਾਹਿਬ ਰਾਤ ਬਤੀਤ ਕਰਨ ਆਇਆ, ਰਹਿ ਰਾਸ ਦਾ ਪਾਠ ਹੋ ਰਿਹਾ ਸੀ ਤੇ ਉਸ 13 ਸਾਲ ਦੀ ਬੱਚੀ ਦੀ ਇੱਜ਼ਤ ਲੁੱਟੀ ਜਾ ਰਹੀ ਸੀ ਕਮਰੇ ਵਿੱਚ। ਉਹ ਰੋਂਦੀ ਬਾਹਰ ਆਈ। ਮਹੰਤ ਬੈਠਕ 'ਚ ਬੈਠਾ ਸੀ ਸਾਹਮਣੇ। ਉਹਨੇ ਜਦੋਂ ਰੌਲਾ ਪਾਇਆ ਤੇ ਮਹੰਤ ਨੇ ਜੱਜ ਕੋਲ ਆ ਕੇ ਕਿਹਾ ਸੀ, ਰਿਟਾਇਰ ਹੋਏ ਕੋਲ, ਜੇ ਰੌਲਾ ਪਾਓਗੇ ਤੇ ਕੁੜੀ ਵੀ ਮਾਰਾਂਗੇ, ਤੁਹਾਨੂੰ ਵੀ। ਉਸ ਧੀ ਨੂੰ, ਬੱਚੀ ਨੂੰ ਫਿਰ ਲੈ ਗਏ। ਸਾਰੀ ਰਾਤ ਉਸ ਮਹੰਤ ਨੇ ਆਪਣੇ ਕਬਜ਼ੇ 'ਚ ਰੱਖਿਆ। ਉਹ ਪਰਿਵਾਰ ਸੁੱਤਾ ਨਹੀਂ। ਸਰੋਵਰ ਹੈ ਬਿਲਕੁਲ ਨਨਕਾਣਾ ਸਾਹਿਬ ਦੇ ਨਾਲ। ਉਸ ਸਰੋਵਰ ਦੇ ਕਿਨਾਰੇ ਬੈਠ ਕੇ ਸਿੰਧੀ ਜੱਜ ਰੋਂਦਾ ਰਿਹਾ। ਸਵੇਰੇ ਉਹ ਬੇਟੀ ਸਟੇਸ਼ਨ ਤੇ ਦਿੱਤੀ ਗਈ। ਉਸੇ ਸਾਲ 6 ਬੀਬੀਆਂ ਜੜਾਂ ਵਾਲੇ ਤੋਂ ਆਈਆਂ। ਇਹ ਪਿੰਡ ਸੀ ਉੱਥੇ ਜੜਾਂ ਵਾਲਾ। ਉਹ ਰਾਤ ਲੇਟ ਹੋ ਗਈਆਂ। ਉਹਨਾਂ 6 ਬੀਬੀਆਂ ਦੀ ਪੱਤ ਲੁੱਟੀ ਗਈ। ਜਦੋਂ ਕੋਈ ਅੰਮ੍ਰਿਤਧਾਰੀ ਸਿੰਘ, ਕਿਰਪਾਨਧਾਰੀ ਸਿੰਘ ਉੱਥੇ ਭਾਈ ਵਰਿਆਮ ਸਿੰਘ ਇਸ਼ਨਾਨ ਕਰਨ ਗਏ, ਉਹਨਾਂ ਦੇ ਕੇਸ ਵੀ ਪੱਟੇ, ਉਹਨਾਂ ਦੀ ਕਿਰਪਾਨ ਦਾ ਗਾਤਰਾ ਵੀ ਤੋੜ ਦਿੱਤਾ ਗਿਆ। ਇਹ ਤਾਂ ਸਿਰਫ ਉਹ ਘਟਨਾ ਨੇ ਜਿਹੜੀਆਂ ਸਾਹਮਣੇ ਆਈਆਂ। ਜਿਹੜੀਆਂ ਅੰਦਰ ਪਾਪ ਕਮਾਏ ਹੋਣਗੇ ਕਿੰਨੇ ਕੁ ਹੋਣਗੇ। ਫਿਰ ਸਿੱਖਾਂ ਫੈਸਲਾ ਕੀਤਾ, ਉਸ ਤੋਂ ਪਹਿਲਾਂ ਬਾਬੇ ਦੀ ਬੇਰ ਦਾ ਜਿਹੜਾ ਇਹ ਸੇਵਾ ਪੰਥ ਨੂੰ ਮਿਲੀ, ਪੰਜਾ ਸਾਹਿਬ ਦਾ ਜ਼ਿਕਰ ਹੁੰਦਾ ਹੈ। ਪਰ ਮੈਂ ਉਸ ਦਿਨ ਕਿਹਾ ਸੀ, ਗੁਰਦੁਆਰਾ ਮੂਵਮੈਂਟ ਦੇ, ਗੁਰਦੁਆਰਾ ਸੁਧਾਰ ਲਹਿਰ ਦੇ ਸਭ ਤੋਂ ਪਹਿਲੇ ਸ਼ਹੀਦ ਨੇ ਉਹ ਭਾਈ ਹਜ਼ਾਰਾ ਸਿੰਘ ਆਲਾਦੀਨਪੁਰ ਵਾਲ ਨੇ। ਦੂਸਰੇ ਭਾਈ ਹੁਕਮ ਸਿੰਘ ਨੇ। ਇਹ ਦੋ ਸਿੱਖ ਪਹਿਲਾਂ ਸ਼ਹੀਦ ਹੋਏ ਨੇ, ਭਾਈ ਹਜ਼ਾਰਾ ਸਿੰਘ, ਭਾਈ ਹੁਕਮ ਸਿੰਘ। ਇਸ ਭੋਗ ਤੇ, ਭਾਈ ਹਜ਼ਾਰਾ ਸਿੰਘ ਦੇ ਭੋਗ ਤੇ ਭਾਈ ਲక్ష్మణ ਸਿੰਘ ਆਇਆ ਸੀ। ਇਹ ਪਹਿਲਾਂ ਵੀ ਆਏ ਸਨ। ਇਹਨਾਂ ਨੂੰ ਮਹੰਤਾਂ ਨੇ ਕੀਰਤਨ ਨਹੀਂ ਕਰਨ ਦਿੱਤਾ। ਭਾਈ ਸਾਹਿਬ ਜਦੋਂ ਭੋਗ ਤੇ ਆਏ, ਇਹਨਾਂ ਨੇ ਜਿਹੜੀ ਤਕਰੀਰ ਕੀਤੀ, ਸਰਦਾਰ ਨਰੈਣ ਸਿੰਘ ਨੇ ਉਹ ਲਫ਼ਜ਼ ਨੋਟ ਕੀਤੇ। ਉਹ ਕਹਿੰਦੇ ਨੇ, ਭਾਈ ਲక్ష్మణ ਸਿੰਘ ਨੇ ਭਰੇ ਦੀਵਾਨ 'ਚ ਕਿਹਾ ਸੀ, ਭਾਈ ਹਜ਼ਾਰਾ ਸਿੰਘ ਤੇਰੇ ਅੱਜ ਮੈਂ ਸ਼ਹੀਦੀ ਨੂੰ ਨਮਸਕਾਰ ਕਰਨ ਆਇਆ। ਤੇ ਸੰਬੋਧਨ ਕਰਕੇ ਕਿਹਾ, ਗੁਰੂ ਅਰਜਨ ਦੇਵ ਜੀ, ਤੇਰੇ ਇਸ ਕਿਰਤੀ ਸਿੱਖ ਨੇ ਆਪਣਾ ਖੂਨ ਡੋਲ ਕੇ ਮਹੰਤਾਂ ਦੇ ਪਾਪ ਤੋਂ ਮੁਕਤ ਕਰਾ ਦਿੱਤਾ ਦਰਬਾਰ ਸਾਹਿਬ ਤਰਨ ਤਾਰਨ। ਮੈਂ ਤੇਰੇ ਸਾਹਮਣੇ ਬੇਨਤੀ ਕਰਨਾ, ਗੁਰੂ ਅਰਜਨ ਦੇਵ, ਸ਼ਾਂਤੀ ਦੇ ਪੁੰਜ, ਮੈਂ ਨਾ ਕਬੂਲ ਬੋਲਾਂਗਾ, ਨਾ ਹੱਥ ਚੁਕਾਂਗਾ। ਨਨਕਾਣਾ ਸਾਹਿਬ ਦੀ ਸ਼ਹਾਦਤ ਮੇਰੀ ਝੋਲੀ ਵਿੱਚ ਪਾਓ, ਮੈਂ ਮਹੰਤ ਦੇ ਪਾਪਾਂ ਤੋਂ ਗੁਰਦੁਆਰਾ ਮੁਕਤ ਕਰਾ ਸਕਾਂ। ਇਹ ਸ਼ਬਦ ਉਹਨਾਂ ਤਰਨ ਤਾਰਨ ਸਾਹਿਬ ਕਹੇ ਨੇ। ਮਹੰਤ ਦੀ ਗੱਲ ਜਿਹੜੀ ਅਸੀਂ ਪਿਛਲੇ ਦਿਨਾਂ ਤੋਂ ਮੈਂ ਕਈ ਥਾਵਾਂ ਤੇ ਕਥਾ ਕਰ ਚੁੱਕਾ ਹਾਂ। ਉਸ ਦਿਨ ਸਿੰਘ ਸਾਹਿਬ ਜੀ ਵੀ ਕਹਿ ਗਏ। ਉਸ ਦਿਨ 20 ਫਰਵਰੀ ਸੀ। ਮੈਂ ਉਸ ਦਿਨ ਕਲੀਅਰ ਕੀਤਾ ਸੀ, ਜੋ ਸਾਡੇ ਬਜ਼ੁਰਗਾਂ ਨੇ ਵੀ ਦੱਸਿਆ, ਸ਼੍ਰੋਮਣੀ ਕਮੇਟੀ ਨੇ ਵੀ ਲਿਖਿਆ। ਉਸ ਦਿਨ 20 ਫਰਵਰੀ ਸੀ। ਤੇ ਮੈਂ ਤਾਂ ਕਹਿਣਾ ਹੁੰਨਾ ਵੀ ਸਿੱਧੇ ਦੇਸੀ ਮਹੀਨੇ ਚੇਤੇ ਰੱਖੋ, ਕਿਉਂਕਿ ਸਾਡੀ ਪ੍ਰੋਬਲਮ ਇਹ ਵੇ, ਕਹਿੰਦੇ ਤਾਂ ਅਸੀਂ 12 ਮਾਹ ਵਾਲਾ ਕੈਲੰਡਰ ਮੰਨਦੇ ਆ, ਪਰ ਚੇਤੇ ਰੱਖੋ ਡੇਟਾਂ ਫਿਰ ਅੰਗਰੇਜ਼ੀ ਦੀਆਂ ਠੋਕਦੇ ਨੇ। ਸ਼੍ਰੋਮਣੀ ਕਮੇਟੀ ਨੇ ਜਿਹੜਾ ਛਾਪਿਆ ਉਹਦੇ ਵਿੱਚ ਦੇਸੀ ਤਰੀਕਾ ਨੇ, ਪਰ ਦੇਸੀ ਕਿਸ ਨੂੰ ਚੇਤੇ ਨੇ ਜੀ। ਤੇ ਮੈਂ ਕਹਿੰਦਾ ਸਿਰਫ ਨਨਕਾਣਾ ਸਾਹਿਬ ਦੇ 4 ਦੇਸੀ ਤਰੀਕਾਂ ਚੇਤੇ ਰੱਖੋ ਦੇਸੀ ਮਹੀਨੇ ਦੀਆਂ। 10 ਫੱਗਣ, 11 ਫੱਗਣ, 12 ਫੱਗਣ ਤੇ 13 ਫੱਗਣ।
ਜਿਵੇਂ ਅਸੀਂ 6 ਪੋਹ ਤੋਂ ਲੈ ਕੇ 13 ਪੋਹ 15 ਪੋਹ ਨਹੀਂ ਭੁੱਲਦੇ। ਅਸੀਂ ਕਹਿੰਦੇ ਆ 8 ਪੋਹ ਨੂੰ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 13 ਪੋਹ ਨੂੰ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਕਿੰਨਾ ਚੰਗਾ ਹੋਵੇ 20-21 ਦੇ ਝਗੜੇ ਚੋਂ ਨਿਕਲੀਏ ਫਰਵਰੀ ਦੇ। ਸਿੱਧੀ ਗੱਲ ਕਰੋ ਜੀ, 10 ਫੱਗਣ 11 ਫੱਗਣ 12 ਫੱਗਣ ਤੇ 13। ਹਾਂ, ਇੱਕ ਕੀ ਐਤਕੀ ਬਣੀ ਹਿਸਟਰੀ, ਜਿੱਦਣ ਸਾਕਾ ਹੋਇਆ ਸੀ 10 ਫੱਗਣ, ਉਦਣ 20 ਫਰਵਰੀ ਸੀ, ਪਰ ਦਿਨ ਐਤਵਾਰ ਸੀ। ਅੱਜ ਜਦੋਂ ਦਿਨ ਮਨਾਇਆ 21 ਫਰਵਰੀ, ਪਰ ਯਾਦ ਰੱਖਿਓ ਉਦਣ ਫੱਗਣ 10 ਹੀ ਸੀ। ਫਰਵਰੀ 21 ਸੀ, ਪਰ ਜਿਹੜੀ ਦੇਸੀ ਮਹੀਨਾ 10 ਫੱਗਣ ਸੀ ਐਤਕੀ। ਉਦਣ ਜਿੱਦਣ ਸ਼ਹੀਦੀ ਹੋਈ 100 ਸਾਲ ਪਹਿਲਾਂ, ਉਦਣ 10 ਫੱਗਣ 20 ਫਰਵਰੀ ਐਤਵਾਰ ਸੀ। ਐਤਕੀ 10 ਫਰਵਰੀ ਨੇ 10 ਫੱਗਣ ਤੇ 21 ਫਰਵਰੀ ਦਿਨ ਅੱਜ ਵੀ ਐਤਵਾਰ। ਜਿਸ ਦਿਨ ਤੁਸੀਂ ਸ਼ਤਾਬਦੀ ਮਨਾਈ ਉਸ ਦਿਨ ਐਤਵਾਰ ਸੀ ਨਾ ਜੀ। ਸੱਚ ਇਹ ਵੇ ਕਿ ਸਦੀ ਬਾਅਦ ਉਹ ਦਿਨ ਫਰ ਸਾਡੇ ਸਾਹਮਣੇ ਆ ਗਿਆ, ਐਤਵਾਰ ਤੇ 10 ਫੱਗਣ। ਇਹ ਜਿਹੜਾ ਜਥਾ ਹੈ, ਚਲੋ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ। ਮੈਂ ਮੰਜੀ ਸਾਹਿਬ ਵੀ ਕਿਹਾ ਕਿ ਸਿਰਫ ਨਨਕਾਣਾ ਸਾਹਿਬ ਦੀ ਕਥਾ ਲਈ ਘੱਟੋ ਘੱਟ 15 ਦਿਨ, ਵੱਧ ਤੋਂ ਵੱਧ 1 ਮਹੀਨਾ ਹੋਵੇ ਤੇ ਇੱਕ ਸਿੱਖ ਦਾ ਜ਼ਿਕਰ ਹੋ ਸਕਦਾ। ਸ਼੍ਰੋਮਣੀ ਕਮੇਟੀ ਦੀ ਜਿਹੜੀ ਕਿਤਾਬ ਹੈ, ਉਸ ਦਿਨ ਵੀ ਮੈਂ ਕਿਹਾ ਸੀ, ਪ੍ਰਬੰਧਕ ਸਾਹਿਬ ਬੈਠੇ, ਆਕੂਨ ਸਾਹਿਬ ਨੇ, ਭਾਈ ਪਰਮਜੀਤ ਸਿੰਘ ਜੀ ਨੇ, ਮੈਂਬਰ ਸਾਹਿਬ ਬੈਠੇ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਜਿੱਥੇ ਨਗਾਰੇ ਵੱਜਦੇ ਸਾਡੀਆਂ ਵਰਗੀਆਂ ਤੂਤੀਆਂ ਦੀ ਕਿਸੇ ਨਹੀਂ ਸੁਣਨੀ। ਬੱਚੇ ਸਿੱਧੀ ਗੱਲ ਮੈਂ ਸਟੇਜ ਤੋਂ ਕਹਿਣਾ, ਇੱਕ ਕੰਮ ਕਰੋ, ਇਸ ਸਾਲ ਵਿੱਚ ਉਹ ਸ਼ਹੀਦੀ ਜੀਵਨ ਹਰ ਸਿੱਖ ਦੇ ਘਰ ਪਹੁੰਚਾ ਦਿਓ। ਸੇਵਾ ਕਰਨ ਨੂੰ ਸੱਚੀ ਜਿੰਨੀ ਸੇਵਾ ਕਹੋਗੇ ਸੀ ਤਿਆਰ ਖਾਂ, ਬਾਹਰ ਸਿੰਘ ਤਿਆਰ ਨੇ, ਇੰਨੀ ਵੱਡੀ ਗਿਣਤੀ ਵਿੱਚ ਛਪਾਓ, ਕਿਉਂਕਿ ਪੂਰੀ ਦੀ ਪੂਰੀ ਕਿਤਾਬ ਇੱਕ ਇੱਕ ਸਿੱਖ ਦੇ ਜੀਵਨ ਦਾ ਵੇਰਵਾ ਦਿੰਦੀ। ਉਹ ਕਿਤਾਬ ਸਰਦਾਰ ਗੁਰਬਖਸ਼ ਸਿੰਘ ਸ਼ਮਸ਼ੇਰ ਭਾਈ ਸਾਹਿਬ ਨੇ ਆਪਣੀ ਝਵਾਲੀਆ, ਉਹਨਾਂ ਨੇ ਸਾਕੇ ਤੋਂ ਤਕਰੀਬਨ 10-12 ਸਾਲ ਬਾਅਦ ਇਹ ਕਿਤਾਬ ਲਿਖੀ ਤੇ ਆਪ ਉਹ ਗਏ। ਉਸ ਕਿਤਾਬ ਦੇ ਵਿੱਚ ਤਸਵੀਰਾਂ ਨੇ, ਉਸ ਵਿੱਚ ਆਪਨੇ ਦੇਖਿਆ ਹੋਣਾ ਇੱਕ ਗੱਡੀ ਭਰ ਕੇ ਮਾਸ ਦੇ ਲੋਥੜੇ ਦੀ ਖਿੱਚ ਕੇ ਲਿਆਉਂਦੇ, ਉਹ ਸਾਰੀਆਂ ਤਸਵੀਰਾਂ ਉੱਥੇ। ਅਸਲ 'ਚ ਇਹ 10 ਫੱਗਣ ਨੂੰ, ਉਸ ਦਿਨ 20 ਫਰਵਰੀ 10 ਫੱਗਣ ਨੂੰ ਗੁਰੂ ਹਰਿਰਾਏ ਸਾਹਿਬ ਦਾ ਉਦਨ ਆਗਮਨ ਗੁਰਪੁਰਬ ਸੀ। ਉਦਨ ਗੁਰੂ ਹਰਿਰਾਏ ਸਾਹਿਬ ਦਾ ਪੁਰਬ ਸੀ। ਇਹ ਜਥਾ ਸਾਡੇ ਬਜ਼ੁਰਗ ਜੋ ਦੱਸਦੇ ਸਨ, ਕਿਉਂਕਿ ਕਰਤਾਰ ਸਿੰਘ ਝੱਬਰ ਵੀ ਸਾਡੇ ਨੇੜੇ, ਹੁਣ ਵੀ ਸਾਡੇ ਪਿੰਡਾਂ ਨੇੜੇ ਖਾਬੜੀ ਉਹਨਾਂ ਦੇ ਪੋਤਰੇ ਰਹਿੰਦੇ ਆ, ਇਹ ਦੱਸਦੇ ਨੇ ਵੀ ਅਸਲ 'ਚ ਤਕਰੀਬਨ 5:43 ਤੇ ਇਹ ਜਥਾ ਅੰਦਰ ਇੰਟਰ ਕਰਦਾ ਹੈ। 5:45 7 ਵਜੇ ਪਹਿਲੀ ਗੋਲੀ ਚੱਲਦੀ ਹੈ, ਤਕਰੀਬਨ ਦੁਪਹਿਰ ਢਲਣ ਤੋਂ ਬਾਅਦ ਤੱਕ ਗੋਲੀਆਂ ਚੱਲਦੀਆਂ ਰਹੀਆਂ। ਫਿਰ ਥੱਲੇ ਟੁਕੜੇ ਕਰਦੇ ਰਹੇ, ਫਿਰ ਇਹਨਾਂ ਨੇ ਲੱਕੜਾਂ ਇਕੱਠੀਆਂ ਕੀਤੀਆਂ, ਉਹਦੇ ਵਿੱਚ ਤੜਫਦੇ ਹੋਇਆਂ ਜਿਉਂਦਿਆਂ ਨੂੰ ਸੱਟਿਆ। 2 ਸਿੰਘ ਜਦੋਂ ਚੀਖਾ ਬਲਦੀ ਪਈ ਸੀ ਜੀ, ਉਹਨਾਂ ਨੂੰ ਹੋਸ਼ ਆ ਗਈ, ਫੱਟਾਂ ਨਾਲ ਬੇਹੋਸ਼ ਸਨ। ਅੱਗ ਦੇ ਸੇਕ ਨਾਲ ਜਦੋਂ ਉੱਠੇ ਤੇ ਮਹੰਤ ਦੇ ਗੁੰਡਿਆਂ ਨੇ ਉਹਨਾਂ ਨੂੰ ਟਕਵੇ ਤੇ ਛਵੀਆਂ ਕੁਹਾੜੀਆਂ ਨਾਲ ਉੱਥੇ ਅੱਗ ਦੇ ਵਿੱਚ ਟੁਕੜੇ ਕਰਕੇ ਫਿਰ ਛੱਡ ਦਿੱਤਾ। ਮੈਂ ਇੱਥੇ ਇੱਕ ਬੇਨਤੀ ਹੋਰ ਕਰਾਂ, ਦੇਖੋ ਠੀਕ ਕਰ ਬਈ, ਉੱਥੇ ਇੱਕ ਚਬੱਚਾ ਸੀ। ਹੁਣ ਐਤਕੀ ਮੈਂ ਗਿਆ, ਚਬੱਚਾ ਨਹੀਂ, ਪਰ ਗੋਲੀਆਂ ਅੰਦਰ ਨਿਸ਼ਾਨ ਹੈਗੇ ਆ। ਤੇ ਉਹ ਅਲਮਾਰੀ ਵੀ ਸਾਂਭੀਏ ਜਿਸ ਅਲਮਾਰੀ ਵਿੱਚ ਦਰਬਾਰਾ ਸਿੰਘ ਨੂੰ ਡੱਕਿਆ ਗਿਆ ਸੀ, ਬੰਦ ਕੀਤਾ ਸੀ ਵੀ ਚਲੋ ਗੋਲੀ ਚੱਲ ਪਈ ਹੈ। ਨਨਕਾਣਾ ਸਾਹਿਬ ਦੇ ਸ਼ਹੀਦਾਂ ਵਿੱਚੋਂ ਸਭ ਤੋਂ ਛੋਟਾ ਜਿਹੜੀ ਉਮਰ ਹੈ ਉਹ ਭਾਈ ਦਰਬਾਰਾ ਸਿੰਘ ਦੀ ਹੈ, 9 ਸਾਲ ਦੇ ਕਰੀਬ ਦੱਸਦੇ ਆ ਜੀ। ਉਹ ਅਲਮਾਰੀ ਉਹਨਾਂ ਨੇ ਬਿਲਕੁਲ ਨਹੀਂ ਛੇੜੀ। ਇੱਥੇ ਜਦੋਂ ਗੋਲੀ ਚੱਲੀ, ਅਸਲ 'ਚ ਪਹਿਲੀ ਗੋਲੀ ਵੱਜੀ ਹੈ ਭਾਈ ਟਹਿਲ ਸਿੰਘ ਨੂੰ, ਇਹਦੇ ਸੀਨੇ 'ਚ ਵੱਜੀ, ਡਿੱਗਿਆ। ਉਸ ਤੋਂ ਬਾਅਦ ਪਹਿਲਾਂ ਉੱਤੋਂ ਗੋਲੀਆਂ ਚਲਾਈਆਂ, ਫਿਰ ਥੱਲੇ ਉਤਰ ਕੇ ਭਾਈ ਲక్ష్మణ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਨ, ਜਿਹੜਾ ਸਵਰੂਪ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕੋਲ ਹੈ, ਜਿਹਦੀ ਮੇਰਾ ਖਿਆਲ ਹੈ ਸੇਵਾ ਹੋ ਰਹੀ ਹੈ। ਪਰ ਚਾਹੀਦਾ ਸੀ, ਮੈਂ ਉਸ ਦਿਨ ਕਿਹਾ ਸੀ ਜਥੇਦਾਰ ਸਾਹਿਬ ਨੂੰ, ਮੈਂ ਕਿਹਾ ਦਮਦਮਾ ਸਾਹਿਬ, ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਇਸ ਸਰੂਪ ਦੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਓ, ਘੱਟੋ ਘੱਟ ਇਹ ਪਤਾ ਲੱਗੇ ਵੀ ਇਹਦੇ ਵਿੱਚ ਗੋਲੀਆਂ ਲੱਗੀਆਂ ਤੇ ਇਸ ਸਰੂਪ ਵਿੱਚ ਭਾਈ ਲక్ష్మణ ਸਿੰਘ ਦਾ ਖੂਨ ਵੀ ਲੱਗਾ ਹੋਇਆ। ਸੰਗਤ ਦਰਸ਼ਨ ਤਾਂ ਕਰੇ, ਸਰੂਪ ਸਾਡੇ ਕੋਲੇ। ਦੇਖੋ
ਭਾਈ ਲਛਮਣ ਸਿੰਘ ਨੂੰ ਗੋਲੀਆਂ ਜਦੋਂ ਮਾਰੀਆਂ, ਕਿਉਂਕਿ ਗੋਲੀਆਂ ਚਲਾਉਣ ਵਾਲੇ ਸ਼ਰਾਬ ਰੱਜ ਕੇ ਧੁੱਤ ਸਨ, ਸ਼ਰਾਬ ਨਾਲ ਰਾਂਝਾ, ਰਿਹਾਣਾ, ਮਾਛੀ, ਤਕਰੀਬਨ 12-10 ਨੰਬਰੀਏ ਜਿਹੜੇ ਮਾਝੇ ਦੇ ਸਨ ਉਹ ਵਿੱਚ ਸ਼ਾਮਲ ਸਨ। ਇਹਨਾਂ ਗੋਲੀ ਮਾਰੀ, ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਲੱਗੀ। ਭਾਈ ਲਛਮਣ ਸਿੰਘ ਨੇ ਜਿਵੇਂ ਬੁੱਕਲ ਚ ਲਈਦਾ ਨਾ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੈ ਕੇ ਮਹਾਰਾਜ ਨੂੰ ਆਪਣੇ ਕਲਾਵੇ ਚ ਲੈ ਲਿਆ, ਬਾਹਾਂ ਚ ਲਿਆ। ਉਹਨਾਂ ਦੀਆਂ ਬਾਹਾਂ ਸਾਹਮਣੇ ਸਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਤੇ ਗੋਲੀਆਂ ਮਾਰ ਮਾਰ ਕੇ ਅਰਕ ਤੱਕ ਉਹਨਾਂ ਦੀਆਂ ਬਾਹਾਂ ਉਡਾ ਦਿੱਤੀਆਂ ਸਨ, ਛਲਨੀ ਛਲਨੀ ਕਰ ਦਿੱਤੀਆਂ। ਉਸ ਤੋਂ ਬਾਅਦ ਭਾਈ ਸਾਹਿਬ ਦੇ ਛਾਤੀ 'ਚ ਗੋਲੀ ਮਾਰੀ ਸੀ, ਦਾੜੇ ਤੋਂ ਥੱਲੇ ਗੋਲੀ ਵੱਜੀ। ਉਹ ਉਸ ਗੋਲੀ ਵੱਜਿਆ ਸ਼ਹੀਦ ਵੈਸੇ ਉੱਥੇ ਹੋ ਗਿਆ ਸੱਚ ਜੀ। ਉਦੋਂ ਬਾਅਦ ਕੀ ਹੋਇਆ, ਜੋ ਸਾਡੇ ਬਜ਼ੁਰਗ ਦੱਸਦੇ ਨੇ, ਕਿਉਂਕਿ ਸਾਨੂੰ ਪਤਾ ਹੈ ਉਸ ਇਲਾਕੇ ਸੀਨਾ ਬਸੀਨਾ ਬਜ਼ੁਰਗਾਂ ਤੋਂ ਗੱਲਾਂ ਚੱਲਦੀਆਂ ਆਈਆਂ, ਉਹ ਦੱਸਦੇ ਸਨ ਦਾੜੇ ਤੋਂ ਥੱਲੇ ਗੋਲੀ ਵੱਜੀ, ਭਾਈ ਸਾਹਿਬ ਸ਼ਹੀਦ ਹੋਏ ਆ। ਫਿਰ ਇਹਨਾਂ ਨੂੰ ਕੇਸਾਂ ਤੋਂ ਪਕੜ ਕੇ ਤਾਬਿਆਂ ਤੋਂ ਧੂ ਕੇ ਬਾਹਰ ਲਿਆਂਦਾ ਗਿਆ। ਇੱਥੇ ਫਿਰ ਭਾਈ ਸਾਹਿਬ ਦਾ ਸਿਰ ਵੱਢਿਆ ਸੀ, ਭਾਈ ਸਾਹਿਬ ਦਾ ਸਿਰ ਲਾ ਦਿੱਤਾ ਸੀ। ਮੈਂ ਆਪ ਨੂੰ ਬੇਨਤੀ ਕਰਾਂਗਾ ਤੁਸੀਂ ਉਸ ਕਿਤਾਬ 'ਚ ਵੀ ਪੜ੍ਹਿਓ। ਸਿਰ ਵੱਢਣ ਤੋਂ ਬਾਅਦ ਫਿਰ ਉਹਨਾਂ ਦੇ ਵਾਲ ਪਕੜ ਕੇ ਪਹਿਲਾਂ ਉਹਨਾਂ ਦੇ ਸਰੀਰ ਨੂੰ ਜ਼ਮੀਨ ਤੇ ਪਟਕਾਉਂਦੇ ਰਹੇ, ਫਿਰ ਉਹਨਾਂ ਦਾ ਸੇਸ ਵੱਢ ਕੇ ਉਹਨਾਂ ਦੀ ਬੋਡੀ ਨੂੰ ਖਿੱਚ ਕੇ ਜੰਡ ਕੋ ਲਿਆ ਕੇ ਤੇਲ ਪਾ ਕੇ ਫੂਕ ਦਿੱਤਾ ਸੀ। ਜਿਨ੍ਹਾਂ ਬਾਰੇ ਅਸੀਂ ਇਹ ਵੀ ਕਹਿੰਦੇ ਆ ਵੀ ਜੰਡ ਨਾਲ ਬੰਨ ਕੇ ਸਾੜਿਆ ਜ਼ਰੂਰ ਉੱਥੇ। ਇੱਥੇ ਤੁਸੀਂ ਦੇਖੋ, ਜਿਵੇਂ ਗੁਰਦੁਆਰੇ ਸੀ ਮੱਥਾ ਟੇਕਣ ਆਉਂਦੇ ਤੇ ਅਸੀਂ ਚਲੋ ਅੱਜ ਕੱਲ੍ਹ ਹਰ ਥਾਂ ਤੇ ਚਬੱਚੇ ਬਣੇ ਨੇ ਜਲ ਪੈਰ ਧੋਣ ਲਈ। ਉੱਥੇ ਚਬੱਚਾ ਜਿਹੜਾ ਸੀ ਅੱਜ ਪੂਰ ਦਿੱਤਾ ਹੈ, ਉਹ 16 ਇੰਚ ਡੂੰਘਾ ਸੀ, 16 ਇੰਚ ਲੰਮਾ ਸੀ ਤੇ 15 ਇੰਚ ਚੌੜਾ ਸੀ। ਇੰਨਾ ਉੱਥੇ ਖੂਨ ਡੁੱਲਿਆ, ਇਹ ਚਬੱਚਾ ਪੂਰੇ ਦਾ ਪੂਰਾ ਖੂਨ ਨਾਲ ਭਰ ਕੇ ਤਰ ਕੇ ਉੱਤੋਂ ਵਗਦਾ ਪਿਆ ਸੀ। ਇਹ ਉੱਥੇ ਦੱਸਣ ਵਾਲੇ ਚਸ਼ਮਦੀਦ ਗਵਾਹ ਦੱਸਦੇ ਆ, ਉਹ ਵੀ ਇਸ ਕਿਤਾਬ 'ਚ ਲਿਖਿਆ ਜਿਹੜਾ ਸ਼ਹੀਦੀ ਜੀਵਨ ਹੈ। ਉਸ ਤੋਂ ਬਾਅਦ ਇੱਕ ਸਿੰਘ ਨੂੰ ਮੈਂ ਸਿਰਫ ਇੱਕ ਦੋ ਕਰਾਂਗਾ, ਮੈਂ ਅਰਜ਼ ਕੀਤੀ ਇੱਕ ਇੱਕ ਸਿੰਘ ਦਾ ਵੇਰਵਾ ਦਿਆਂਗੇ ਨਾ ਤੁਸੀਂ ਹੈਰਾਨ ਹੋ ਜਾਓਗੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਖੂਨ ਵਾਲਿਆਂ ਦੇ ਸਿਰ ਤੇ ਖਲੋਤੀ ਹੋਈ ਹੈ। ਮੈਂ ਕਿਸੇ ਧੜੇ 'ਚ ਨਹੀਂ, ਪਰ ਮੈਂ ਪੰਥ ਨੂੰ ਛੱਡ ਨਹੀਂ ਸਕਦਾ। ਇਹ ਮੇਰੀ ਕਮਜ਼ੋਰੀ ਨਾ ਸਮਝਿਓ। ਕਮੇਟੀ ਮੈਂਬਰ ਬੈਠੇ ਆ, ਸਿੰਘ ਸਾਹਿਬ ਬੈਠੇ ਆ, ਕੋਈ ਮੈਨੂੰ ਤਮਾ ਨਹੀਂ ਕਿ ਮੈਨੂੰ ਆਹ ਕੁਛ ਨਹੀਂ। ਮੈਂ ਗੱਲ ਕਹਿਣਾ ਵਾਂ, ਜੇ ਸ਼੍ਰੋਮਣੀ ਕਮੇਟੀ ਖਤਮ ਹੋ ਗਈ ਤੁਹਾਡੀ ਆਵਾਜ਼ ਖਤਮ ਹੋ ਜਾਣੀ ਹੈ। ਮੇਰੀ ਬੇਨਤੀ ਜੀ, ਜੀਵਨ ਅਸੀਂ ਕਮਾਣਾ। ਜੇ ਮੈਂ ਪ੍ਰਚਾਰਕ ਹਾਂ ਤੇ ਮੈਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਮੈਨੂੰ ਹਜ਼ਾਰਾਂ ਸੰਗਤ ਸੁਣਦੀ ਆ ਰਹੀ ਹੈ, ਮੈਂ ਘੱਟੋ ਘੱਟ ਜੋ ਕੁਝ ਬੋਲਣਾ 5% ਮੈਂ ਇਕੱਲਿਆਂ ਕਮਾ ਸਕਾਂ। ਤੇ ਮੈਂਬਰ ਸਾਹਿਬ ਵੀ, ਇਹ ਗ੍ਰੰਥੀ ਸਾਹਿਬ ਵੀ, ਮੈਨੇਜਰ ਸਾਹਿਬ ਵੀ। ਪਿਆਰਿਓ ਯਾਦ ਰੱਖਿਓ, ਜਿੰਨਾ ਉੱਚਾ ਜੀਵਨ ਬਣਾ ਕੇ ਤੁਸੀਂ ਇਲਾਕੇ 'ਚ ਵਿਚਰੋਗੇ ਨਾ, ਸੱਚੀ ਇਹ ਤੁਹਾਡੇ ਲੰਘਦਿਆਂ ਵੀ ਸਿੱਖੀ ਦਾ ਪ੍ਰਚਾਰ ਹੋਵੇਗਾ। ਉੱਥੇ ਤੁਸੀਂ ਇੱਕ ਘਟਨਾ ਸੁਣੋ, ਕਿੰਨਾ ਤਾਂਡਵ ਹੋਇਆ ਮੌਤ ਦਾ। ਇੱਕ ਸਿੰਘ ਦੇ ਜੀ ਮਾਰੀ ਉਹਨਾਂ ਨੇ, ਕੁਹਾੜੀ ਮਾਰੀ, ਗੰਡਾਸੀ ਮਾਰੀ, ਉਹਦੀ ਗਰਦਨ ਲੈ ਗਈ। ਅੱਧਾ ਚੰਗਾ ਡੂੰਘਾ ਫੱਟ ਲੱਗਿਆ, ਗਰਦਨ ਇਸ ਤਰ੍ਹਾਂ ਲਮਕ ਗਈ। ਉਹ ਉੱਚੀ ਆਵਾਜ਼ ਵਿੱਚ ਕਹਿੰਦਾ ਪਾਣੀ, 3 ਵਾਰੀ ਕਿਹਾ ਪਾਣੀ ਪਾਣੀ। ਮਹੰਤ ਦੇ ਬੰਦਿਆਂ ਵਿੱਚ ਇੱਕ ਸੀ ਨਿਹਾਲ ਸਿੰਘ, ਚਲੋ ਕੀ ਕਹਿਣਾ, ਉਹਨੂੰ ਸਾਡੇ ਬੁੱਢੇ ਨਿਹਾਲੂ ਕਹਿੰਦੇ ਹੁੰਦੇ ਸਨ। ਹੁਣ ਜਿਵੇਂ ਸਿੰਘ ਸਾਹਿਬ ਨੇ ਕਿਹਾ ਨਾ ਤਾਂ ਨਰੈਣ, ਕਿਉਂਕਿ ਸਿੱਖਾਂ ਦੇ ਆਪਣੇ ਕੋਡ ਜਿਵੇਂ ਤੁਸੀਂ ਦੇਖੋ ਅੱਜ ਵੀ ਨਿਹੰਗਾ ਸਿੰਘਾਂ ਦੇ ਬੋਲਿਆਂ ਵਿੱਚ ਜਦੋਂ ਮੁਰਗਾ ਬਾਂਗ ਦਿੰਦਾ ਉਹਨੂੰ ਕਾਜ਼ੀ ਕਹਿੰਦੇ, ਇਸ ਤੇ ਕਹਿੰਦੇ ਨਿਹੰਗ ਸਿੰਘ ਕਾਜ਼ੀ ਕਹਿੰਦੇ ਆ ਨਾ। ਤੇ ਆ ਜਿਹੜੇ ਬੀੜੀ ਪੀਂਦੇ ਉਹਨੂੰ ਕਹਿੰਦੇ ਖੋਤੀ ਚੁੰਗਦਾ ਪਿਆ, ਉਹਨਾਂ ਦੇ ਆਪਣੇ ਬੋਲੇ ਨੇ ਨਾ। ਉਸ ਨਿਹਾਲੂ ਨੇ ਪਤਾ ਨਹੀਂ ਉਹਦੇ ਮਨ 'ਚ ਤਰਸ ਆਇਆ, ਉਹ ਗਰਦਨ ਲਟਕੀ, ਕਹਿੰਦਾ ਪਾਣੀ। 3 ਵਾਰੀ ਕਿਹਾ ਪਾਣੀ। ਉਹ ਥੱਲਿਓਂ ਕੋਲ ਬੋਲੀ ਸੀ, ਤੋਂ ਪਾਣੀ ਲੈਣ ਚਲਾ ਗਿਆ। ਉਹਨੇ ਭਾਂਡੇ 'ਚ ਪਾਣੀ ਦਿੱਤਾ। ਉਸ ਸਿੰਘ ਦੇ ਹੱਥ ਜਦੋਂ ਫੜਾਣ ਲੱਗਾ, ਉਹਨੇ ਕੰਬਦੇ ਹੱਥਾਂ ਨਾਲ ਉਹ ਬਾਟਾ ਮੂੰਹ ਨੂੰ ਨਹੀਂ ਜੇ ਲਾਇਆ, ਬੁੱਲਾਂ ਨੇੜੇ ਚਲਾ ਗਿਆ। ਇੱਕ ਲੱਦੂ ਬਦਮਾਸ਼ ਸੀ ਲੰਗਾ, ਇਹ ਸ਼ਰਾਬੀ ਸੀ। ਉਹ ਕਹਿੰਦਾ ਨਿਹਾਲੂ, ਇਹਨਾਂ ਅਕਾਲੀਆਂ ਨੂੰ ਪਾਣੀ ਪਿਆਣਾ, ਇਹ ਕਿਰਪਾਨਾਂ ਵਾਲਿਆਂ ਨੂੰ ਪਾਣੀ ਪਿਆਣਾ।
ਉਹ ਕਹਿੰਦਾ ਪਾਣੀ ਮੰਗ ਰਿਹਾ। ਅਜੇ ਪਾਣੀ ਨੇੜੇ ਗਿਆ, ਇਹਨੇ ਠੁੱਡਾ ਮਾਰਿਆ, ਉਹ ਬੁੱਲਾਂ ਕੋਲੋਂ ਜਿਹੜਾ ਬਾਟਾ ਸੀ ਉਛਲ ਕੇ ਪਰਾਂ ਡਿੱਗ ਗਿਆ। ਉਹ ਸਿੰਘ ਪਤਾ ਕੀ ਕਹਿੰਦਾ? ਕਹਿੰਦਾ ਜੇ ਪਾਣੀ ਨਹੀਂ ਪੀਣ ਦੇਣਾ, ਇੱਕ ਮੇਰੇ ਤੇ ਪਰਉਪਕਾਰ ਕਰ ਦੇ, ਜਿਹੜੀ ਧੌਣ ਉੱਡੀ ਅੜੀ ਹੈ ਨਾ, ਇਹਦੇ ਤੇ ਟੱਪਾ ਮਾਰ, ਮੇਰੀ ਧੌਣ ਉਤਰ ਜਾ, ਮੈਂ ਲਛਮਣ ਸਿੰਘ ਤੱਕ ਪਹੁੰਚ ਜਾਊਂ। ਸੱਚੀ ਜੀ ਉਹਨੇ ਪੂਰਾ ਫਿਰ ਮਾਰਿਆ, ਗੰਡਾਸੇ ਨਾਲ ਗਰਦਨ ਵੱਢੀ। ਨਰੈਣ ਦਾਸ ਦਾ ਇੱਕ ਸਹਿਪਾਠੀ ਸੀ ਦੇਵਾ ਸਿੰਘ, ਦੇਵਾ ਦਾਸ। ਜਦੋਂ ਉਹ ਸਿੰਘ ਦੀ ਗਰਦਨ ਲੱਥੀ, ਕਹਿੰਦੇ ਨੇ ਉਸ ਬੰਦੇ ਨੇ ਉਹਦੇ ਖੂਨ ਨਾਲ ਆਪਣੀਆਂ ਉਂਗਲਾਂ ਭਰ ਕੇ ਜੀਭ ਨਾਲ ਖੂਨ ਚੱਟਿਆ ਸੀ। ਕੋਈ ਸ਼ਬਦ ਮੈਂ ਆਪਣੇ ਕੋਲ ਨਹੀਂ, ਪ੍ਰੂਫ ਨਾਲ ਬੇਨਤੀ ਕਰਾਂਗਾ। ਇਧਰ ਸਿੰਘ ਸ਼ਹੀਦ ਹੋ ਗਏ ਨੇ। ਭਾਈ ਦਲੀਪ ਸਿੰਘ ਚੀਮਾ ਸੀ, ਇਹ ਬੜਾ ਚੰਗੇ ਤਗੜੇ ਘਰ ਚੋਂ ਸੀ, ਪਿੱਛੋਂ ਵੀ ਖਾਨਦਾਨੀ ਪਰਿਵਾਰ ਸੀ, ਅਮੀਰ ਵੀ ਬਹੁਤ ਸਨ। ਭਾਈ ਦਲੀਪ ਸਿੰਘ ਨੇ ਮਾਸਟਰ ਤਾਰਾ ਸਿੰਘ ਨੂੰ, ਕਰਤਾਰ ਸਿੰਘ ਝੱਬਰ ਨੂੰ ਇਹ ਕਿਹਾ ਸੀ ਕਿ ਮੈਂ ਲਛਮਣ ਸਿੰਘ ਨੂੰ ਰੋਕਾਂਗਾ। ਇਹ ਸਾਰੀ ਰਾਤ ਲੱਭਦੇ ਰਹੇ ਪਰ ਜਥਾ ਨਹੀਂ ਸੀ ਲੱਭਾ। ਸਵੇਰੇ ਫਿਰ ਜਦੋਂ ਉੱਤਮ ਸਿੰਘ ਦੇ ਕਾਰਖਾਨੇ 'ਚ ਗਏ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਉਹਨਾਂ ਨੂੰ ਪਤਾ ਹੈ, ਆਮ ਨੂੰ ਨਹੀਂ ਪਤਾ ਲੱਗਣਾ ਉੱਤਮ ਸਿੰਘ ਕੌਣ ਸੀ। ਉੱਤਮ ਸਿੰਘ ਉਹ ਸੀ ਜਿਹਨੇ ਸਭ ਤੋਂ ਪਹਿਲਾਂ ਤਾਰਾ ਪਾਈਆਂ ਸਨ, ਨਨਕਾਣਾ ਸਾਹਿਬ ਗੋਲੀ ਚੱਲ ਗਈ। ਭਾਈ ਦਲੀਪ ਸਿੰਘ ਥੱਕਿਆ ਚਲਾ ਗਿਆ। ਇਹਨੇ ਇੱਕ ਸਾਥੀ ਵਰਿਆਮ ਸਿੰਘ ਨੂੰ ਕਹਿਤਾ ਵੀ ਤੁਸੀਂ ਚਿੱਠੀ ਦਿਖਾ ਦਿਓ, ਜੇ ਜਥਾ ਮਿਲ ਗਿਆ ਤਾਂ। ਉਹਨਾਂ ਸੋਚਿਆ ਪਿੱਛੇ ਚਲੇ ਜਾਣਗੇ, ਪਰ ਜਦੋਂ ਗੋਲੀ ਚੱਲੀ, ਉਸ ਕਾਰਖਾਨੇ ਚੋਂ ਨੰਗੇ ਪੈਰੀ ਭਾਈ ਦਲੀਪ ਸਿੰਘ ਦੌੜਿਆ। ਉਸ ਵਕਤ ਮਹੰਤ ਜਿਹੜਾ ਘੋੜੇ ਤੇ ਚੜਿਆ ਸੀ ਜੀ, ਮੂੰਹ ਇਹਨੇ ਢੱਕਿਆ ਹੋਇਆ ਸੀ, ਅੱਖਾਂ ਇਹਦੀਆਂ ਲਾਲ ਤੇ ਸ਼ਰਾਬ ਨਾਲ ਪੂਰਾ ਧੁੱਤ ਸੀ। ਦਲੀਪ ਸਿੰਘ ਨੇ ਸ਼ਬਦ ਕਹੇ, ਉਹ ਮਹੰਤਾ ਤੂੰ ਅਜੇ ਵੀ ਬਸ ਕਰ ਦੇ, ਸਬਰ ਕਰ, ਤੈਨੂੰ ਪੰਥ ਤੋਂ ਬਖਸ਼ਾ ਦੇਵਾਂਗਾ। ਕਿਉਂਕਿ ਇਸ ਤੋਂ ਪਹਿਲਾਂ ਮਹੰਤ ਨੇ 3 ਸ਼ਰਤਾਂ ਰੱਖੀਆਂ ਸਨ ਝੱਬਰ ਨਾਲ। ਕਹਿੰਦਾ ਸੀ, ਇੱਕ ਤੇ ਨਨਕਾਣਾ ਸਾਹਿਬ ਦੀ ਜ਼ਮੀਨ ਵਿੱਚੋਂ ਜਿੰਨਾ ਵੀ ਹੈ ਮੈਨੂੰ ਹਿੱਸਾ ਦਿੱਤਾ ਜਾਏ। ਦੂਜੀ ਗੱਲ, ਮੈਨੂੰ ਕੱਢਿਆ ਨਾ ਜਾਏ। ਤੀਜੀ ਗੱਲ, ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਿਯੁਕਤ ਕਰੋ। ਝੱਬਰ ਵੀ ਸਮਾਂ ਕੱਢ ਰਿਹਾ ਸੀ। ਉਹਨੇ ਕਿਹਾ ਵੀ ਹਿੱਸਾ ਤੈਨੂੰ ਕੋਈ ਦੇ ਦਿਆਂਗੇ, ਕੱਢਦੇ ਵੀ ਨਹੀਂ, ਪਰ ਮੈਂਬਰ ਪੰਥ ਫੈਸਲਾ ਕਰੇਗਾ, ਮੈਂਬਰ ਝੱਬਰ ਨਹੀਂ ਫੈਸਲਾ ਕਰ ਸਕਦਾ। ਕਿੱਡੀ ਵੱਡੀ ਗੱਲ ਸੀ ਉਸ ਵਕਤ ਮੈਂਬਰ ਦੀ। ਉਹਨਾਂ ਕਿਹਾ ਨਹੀਂ, ਇਹ ਨਹੀਂ, ਕਿਉਂਕਿ ਉਹਨੂੰ ਪਤਾ ਸੀ ਇਹ ਆਚਰਨ ਦਾ ਗਿਰਿਆ ਹੋਇਆ ਤੇ ਟਾਈਮ ਕੱਢੋ, ਇਹ ਮੈਂਬਰ ਬੰਦੇ ਲਾਇਕ ਨਹੀਂ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ ਗੁਰਮਖੋ, ਉਸ ਵਕਤ ਜਿਹੜੇ ਮਤੇ ਪਾਸ ਹੋਏ ਸਨ ਉਹਦੇ ਵਿੱਚ ਸੀ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਅੰਮ੍ਰਿਤਧਾਰੀ ਹੋਵੇ, ਨਿਤਨੇਮੀ ਹੋਵੇ, ਰਹਿਤਵਾਨ ਹੋਵੇ ਤੇ ਆਪਣੀ ਕਿਰਤ ਕਰਕੇ ਦਸਵੰਧ ਗੁਰਦੁਆਰਾ ਸਾਹਿਬ ਦੇਣਾ। ਇਹ ਸ਼ਬਦ ਸੰਸਾਰੇ ਉਦੋਂ। ਉਸ ਵਕਤ ਦਲੀਪ ਸਿੰਘ ਆਇਆ। ਉਹ ਮਹੰਤ ਦੇ ਬਾਰੇ ਕਿਹਾ ਜਾਂਦਾ ਵੀ ਉਹਦਾ ਕਲਾਸ ਵੈਲੂ ਸੀ, ਉਂਝ ਨਹੀਂ, ਪਰ ਉਹ ਜਾਣੂ ਸਨ, ਪਹਿਲਾਂ ਮਿਲਦੇ ਗੁਲਦੇ ਸਨ, ਕਿਉਂਕਿ ਮੱਥਾ ਟੇਕਣਾ ਮਹੰਤ ਕੋਲ ਕਬਜ਼ਾ ਸੀ। ਦਲੀਪ ਸਿੰਘ ਬਾਰੇ ਮਹੰਤ ਦੇ ਮਨ 'ਚ ਦੋਸਤੀ ਵਾਲੇ ਖਿਆਲ ਸਨ ਪਹਿਲਾਂ। ਦਲੀਪ ਸਿੰਘ ਨੇ ਆ ਕੇ ਕਿਹਾ, ਮਹੰਤਾ ਤੂੰ ਨਾ ਜ਼ੁਲਮ ਕਰ, ਤੈਨੂੰ ਬਖਸ਼ਵਾ ਦਿਆਂਗਾ। ਉਹਨੇ ਸ਼ਰਾਬੀ ਨੇ ਘੋੜੇ ਤੇ ਚੜਿਆ ਕਿਹਾ, ਕਹਿਣ ਲੱਗਾ, ਉਹ ਦਲੀਪ ਸਿੰਘ ਤੂੰ ਅਕਾਲੀ ਹੈ ਕਿ ਮੇਰੇ? ਉਹਨੇ ਇੱਕੋ 2 ਗੱਲਾਂ ਕਹੀਆਂ, ਤੂੰ ਮੇਰੇ ਨਾਲ ਹੈ ਕਿ ਇਹ ਅਕਾਲੀਆਂ ਨਾਲ ਹੈ, ਤੂੰ ਮੇਰੇ ਨਾਲ ਹੈ ਕਿ ਲਛਮਣ ਸਿੰਘ ਦੇ ਬੰਦਿਆਂ ਨਾਲ ਹੈ। ਮੈਂ ਕਹਿੰਦਾ ਵਾਹ ਉਹ ਬਹਾਦਰਾ। ਉਹਨੇ ਦਲੀਪ ਸਿੰਘ ਨੇ ਕਿਹਾ, ਮਹੰਤਾ ਜੇ ਸੱਚ ਪੁੱਛਣਾ ਮੈਂ ਲਛਮਣ ਸਿੰਘ ਦਾ ਵਾਰਸ ਬਣਨਾ ਪਸੰਦ ਕਰਾਂਗਾ, ਤੇਰੇ ਨਾਲ ਨਹੀਂ। ਇੱਥੇ ਫਿਰ ਆਪਣੀ ਪਿਸਤੌਲ ਤੋਂ ਗੋਲੀ ਮਾਰੀ ਭਾਈ ਦਲੀਪ ਸਿੰਘ। ਮਹੰਤ ਨੇ ਗੋਲੀ ਮਾਰੀ। ਦਲੀਪ ਸਿੰਘ ਗੋਲੀ ਵੱਜਣ ਤੋਂ ਬਾਅਦ ਥੱਲੇ ਡਿੱਗੇ, ਪ੍ਰਾਣ ਨਹੀਂ ਸਨ ਨਿਕਲੇ, ਤੜਫ ਰਹੇ ਸਨ। ਨਨਕਾਣਾ ਸਾਹਿਬ ਦੇ ਬਿਲਕੁਲ ਨਾਲ ਸ਼ਹੀਦਗੰਜ ਦਲੀਪ ਸਿੰਘ ਦਾ। ਇਹ ਅਸਲ ਚ ਕੁਮਾਰਾਂ ਦਾ ਪੱਠੀ ਸੀ, ਆਵੇ ਸਨ। ਮੈਂ ਵੈਗਰੂ ਲਫ਼ਜ਼ ਵਰਤਿਆ ਕੁਮਾਰ, ਇਹਨੂੰ ਜਾਤ ਨਾਲ ਜੋੜ ਕੇ ਨਾ ਦੇਖੋ, ਮੈਂ ਹਿਸਟਰੀ ਦੇ ਤੌਰ ਤੇ ਕਹਿ ਰਿਹਾ। ਉਹਨਾਂ ਨੇ ਫਿਰ ਤੜਫਦੇ ਹੋਏ ਦਲੀਪ ਸਿੰਘ ਨੂੰ ਉਸ ਪੱਠੀ ਦੇ ਵਿੱਚ ਸੱਟਿਆ ਸੀ, ਪ੍ਰਾਣ ਨਹੀਂ ਸਨ ਨਿਕਲੇ। ਸਿੰਘ ਸਾਹਿਬ ਨੇ ਤੁਹਾਨੂੰ ਹੁਣੇ ਡਿਟੇਲ ਦੇ ਦਿੱਤੀ ਕਿ ਉਸ ਵਕਤ, ਮੈਂ ਅੰਗਰੇਜ਼ੀ ਦੀਆਂ ਤਰੀਕਾਂ ਵੀ ਕਹਿ ਦੇਣਾ, 20 ਫਰਵਰੀ ਨੂੰ ਸਾਕਾ ਹੋਇਆ। ਸ਼ਾਮ ਦੇ 4 ਵਜੇ ਤੱਕ ਮੌਤ ਦਾ ਤਾਂਡਵ ਨਾਚ ਹੋਇਆ। 10 ਫੱਗਣ ਸੀ। 20 ਫਰਵਰੀ ਸ਼ਾਮ ਨੂੰ, 10 ਫੱਗਣ ਸ਼ਾਮ ਨੂੰ ਕਰਤਾਰ ਸਿੰਘ ਝੱਬਰ ਨੇ ਚੂੜਕਾਣੇ ਦੇ ਜਿੰਨੇ ਪਿੰਡ ਸਨ, ਕਿਉਂਕਿ ਹਵੇਲੀਆਂ ਲੋਕਾਂ ਦੀਆਂ ਚੂੜਕਾਰੇ ਸਨ ਸਾਡੀਆਂ,
ਤੇ ਬਾਹਰ ਖੇਤਾਂ 'ਚ ਜਿੱਥੇ ਘਰ ਬਣਾਏ ਸਨ ਵਾਹੀ ਲਈ, ਇਹਨੇ ਹਰ ਢਾਣੀ ਵਿੱਚ ਜਾ ਕੇ, ਮੈਨੂੰ ਅੱਜ ਤੱਕ ਯਾਦ ਹੈ, ਅਠਿਆਨੀ ਦਿੱਤੀ ਝੱਬਰ ਨੇ ਢੰਡੋਰਚੀ ਨੂੰ ਕਿ ਪੂਰੇ ਪਿੰਡ ਵਿੱਚ ਢੰਡੋਰਾ ਦੇ ਦੇ ਕਿ ਜਿਨ੍ਹਾਂ ਦੇ ਘਰ ਵਿੱਚ ਪੱਗ ਬੰਨਣ ਵਾਲਾ ਮੁੰਡਾ ਹੈ, ਇਹ ਲਫ਼ਜ਼ ਵਰਤੇ, ਉਹ ਆਪਣੇ ਘਰ ਜਿਹੜਾ ਵੀ ਸ਼ਸਤਰ ਹੈ, ਕਿਰਪਾਨ ਹੋਵੇ, ਗੰਡਾਸਾ ਹੋਵੇ, ਟਕਵਾ ਹੋਵੇ, ਨੇਜ਼ਾ ਹੋਵੇ, ਸਾਰੇ ਸ਼ਸਤਰ ਲੈ ਕੇ ਨਨਕਾਣਾ ਸਾਹਿਬ ਚੱਲ। ਗੁਰਮੁਖੋ 20 ਫਰਵਰੀ ਦੀ ਰਾਤ ਨੂੰ ਇਹ ਜਥਾ ਚੱਲਦਾ ਹੋਇਆ, ਮੈਂ ਦੇਸੀ ਕਹਿੰਦਾ 10 ਫੱਗਣ ਸ਼ਾਮ ਨੂੰ ਰਾਤ ਨੂੰ ਇਕੱਠ ਹੋਇਆ ਤੇ ਇਹ ਨਨਕਾਣਾ ਸਾਹਿਬ 20 ਫਰਵਰੀ 10 ਫੱਗਣ ਦੀ ਰਾਤ ਨੂੰ ਪਹੁੰਚਦੇ। ਪੂਰਾ ਪੰਥ ਇਕੱਠਾ ਹੋ ਗਿਆ ਜੀ। ਇਧਰੋਂ ਸ਼੍ਰੋਮਣੀ ਕਮੇਟੀ ਦੇ ਆਗੂ ਵੀ ਪਹੁੰਚ ਗਏ। ਗੁਰਮੁਖੋ 11 ਫੱਗਣ 21 ਫਰਵਰੀ ਨੂੰ ਫਿਰ ਸ਼ਾਮ ਤੱਕ ਇੱਥੇ ਗੋਰਾਖਪੁਰ 200 ਗੋਰੇ ਤੇ ਹਿੰਦੁਸਤਾਨੀ ਮਸ਼ੀਨ ਗਨਾਂ ਦਾ ਮੰਗਾਏ ਗਏ। ਝੱਬਰ ਨੇ 2200 ਬੰਦਿਆਂ ਦਾ ਜਥਾ ਬਣਾ ਲਿਆ। ਸੰਗਤ ਤੇ ਹਜ਼ਾਰਾਂ ਸੀ, ਪਰ 2200 ਨੇ ਲਕੀਰ ਖਿੱਚੀ ਕਿ ਇਹ 2200 ਉਹ ਬੰਦਾ ਮੇਰੇ ਨਾਲ ਚੱਲੇ ਜਿਨੇ ਮਰਨਾ ਹੈ। ਉਹਦੇ ਮੂੰਹ 'ਚ ਸੀਟੀ ਸੀ ਜੀ, ਘੋੜੀ ਤੇ ਚੜਿਆ ਸੀ। ਝੱਬਰ ਨੇ ਇਹ ਆਵਾਜ਼ ਦੇ ਕੇ ਕਿਹਾ ਪੱਲੂ ਫੇਰ ਕੇ ਕਿ ਇਹ ਗੱਲ ਯਾਦ ਰੱਖਿਓ, ਸਤਨਾਮ ਵਾਹਿਗੁਰੂ ਜ਼ਰੂਰ ਬੋਲਿਓ, ਪਰ ਹੁਣ ਗਰਦਨ ਨਹੀਂ ਦੇਣੀ, ਹੁਣ ਗਰਦਨਾਂ ਲਾਣੀਆਂ। ਜੇ ਤੁਹਾਡੇ ਕਿਸੇ ਬੰਦੇ ਨੂੰ ਗੋਲੀ ਵੱਜ ਜਾਏ, ਉਹਨੂੰ ਸਾਂਭਣ ਲਈ ਬੰਦੇ ਨਾ ਖੜੇ ਹੋ ਜਾਇਆ ਜੇ। ਗੋਲੀ ਵੱਜਦੀ ਏ, ਤੜਫਦਾ ਰਹੇ, ਤੁਸੀਂ ਅੱਗੇ ਚੱਲੋ, ਜਿੱਥੇ ਗੋਰਾ ਮਿਲੇ ਗੋਲੀ ਸੰਧਿਆ, ਇੱਕ ਨੂੰ ਗੋਲੀ ਮਾਰੇ, ਦੂਜਾ ਉਹਦੀ ਮਸ਼ੀਨ ਗਨ ਖੋ ਕੇ ਉਹਨੂੰ ਕਬਜ਼ੇ 'ਚ ਲੈ ਲੈ। ਇੰਨੀ ਦੇਰ ਨੂੰ ਉਸ ਦਿਨ ਮਿਸਟਰ ਕਰੀ, ਮਿਸਟਰ ਕਿੰਗ, ਕਮਿਸ਼ਨਰ ਤੇ ਡੀਸੀ ਆਉਂਦੇ ਆ। ਅੱਗੋਂ ਰੁਕਦਾ ਹੈ, ਸਰਕਾਰੀ ਵਕੀਲ ਸੀ ਸਰਦਾਰ ਮਹਿਤਾਬ ਸਿੰਘ। ਇਹ ਅੱਗੇ ਰੁਕ ਕੇ ਕਹਿੰਦਾ ਝੱਬਰ ਅੱਗੇ ਗੋਰਾ ਫੌਜ ਲੱਗੀ ਹੈ, ਮਸ਼ੀਨ ਗੰਨਾਂ ਨੇ। ਅੱਗੋਂ ਝੱਬਰ ਕਹਿੰਦਾ ਚੇਤੇ ਰੱਖੀ 200 ਨੇ ਨਾ, ਅਸੀਂ 2200 ਆ ਤੇ ਗੁਰੂ ਦਾ ਇੱਕ ਸਿੱਖ 1.25 ਲੱਖ ਨਾਲ ਲੜਦਾ ਹੈ। ਹੁਣ ਪਿੱਛੋਂ ਕਿਸੇ ਜ਼ਕਾਰਾ ਛੱਡਿਆ। ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਾਂ, ਮੈਂ ਯੂਪੀ ਜਾ ਕੇ ਆਇਆ, ਸਾਰੀ ਬਲਦ ਉੱਥੇ ਜਾਟਾਂ ਦੀ। ਮੈਂ ਫਿਰਕਾ ਪ੍ਰਸਤੀ ਚ ਨਹੀਂ ਕਹਾਂਗਾ, ਅੱਜ ਜਿਹੜਾ ਵੀ ਕਿਸਾਨ ਬੋਲਦਾ, ਚਾਹੇ ਉਹ ਜਾਟ ਵੀਰ ਹੈ, ਚਾਹੇ ਪੰਜਾਬੀ ਹੈ, ਚਾਹੇ ਕੋਈ ਹੈ, ਇੱਕ ਇਸ ਕਿਸਾਨੀ ਮੋਰਚੇ ਨੇ ਉਸ ਜ਼ਹਿਰ ਨੂੰ ਬਾਹਰ ਕੱਢ ਦਿੱਤਾ। ਆ ਹਿੰਦੂ, ਆ ਸਿੱਖ, ਸੱਚੀ ਮੁੱਚੀ ਇਸ ਮੋਰਚੇ ਨੇ ਇੱਕ ਨਵਾਂ ਬੀਜ ਬੀਜਿਆ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਉਹਦੀ ਕੋਈ ਵੀ ਜਾਤ ਹੋਵੇ, ਉਹ ਸ਼ਬਦ ਵਰਦੇ ਜਾਂ ਫਤਿਹ ਬੁਲਾਉਂਦੇ ਆ ਤੇ ਜਾਂ ਉਹ ਜ਼ਕਾਰਾ ਛੱਡਦੇ ਆ। ਉੱਥੇ ਖੁਦ ਕਹਿੰਦੇ ਨੇ ਜਦੋਂ ਜ਼ਕਾਰਾ ਬੁਲਾ ਕੇ ਅਸੀਂ ਕੈਂਟਰਾਂ ਨੂੰ ਹੱਥ ਪਾਏ, ਜਿਹੜੇ ਟਰੈਕਟਰਾਂ ਤੋਂ ਨਹੀਂ ਸੰਧੂਰੇ ਜਾਂਦੇ, ਜਕਾਰੇ ਨੇ ਹੱਥਾਂ ਨਾਲ ਚੁੱਕ ਕੇ ਅਸੀਂ ਪਾਰ ਕਰ ਦਿੱਤੇ। ਇਸ ਜਕਾਰੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਤੇਜ ਹੈ, ਇਸ ਜਕਾਰੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਬਖਸ਼ੀਸ਼ ਹੈ। ਇਹ ਕੇਵਲ ਲਫ਼ਜ਼ ਨਹੀਂ, ਇਸ ਵਿੱਚ ਨਿਹਾਲਤਾ ਤੇ ਫਤਿਹ ਦੀ ਨਿਸ਼ਾਨੀ ਪਈ ਹੋਈ ਹੈ। ਇਹ ਨਿਹਾਲ ਕਰਨ ਵਾਲਾ ਹੈ। ਪਿੱਛੋਂ ਜਕਾਰਾ ਕਿਸੇ ਨੇ ਛੱਡਿਆ। ਝੱਬਰ ਨੇ ਜਦੋਂ ਅੱਗੇ ਵਧਣ ਲੱਗਾ, ਉਸੇ ਵਕਤ ਡੀਸੀ ਆ ਗਿਆ। ਉਹਨੇ ਕਿਹਾ ਰੁਕ ਜਾਓ, ਤੁਹਾਨੂੰ ਅਸੀਂ ਕੁੰਜੀਆਂ ਦੇ ਦਿੰਨੇ ਆ, ਪਰ ਪਹਿਲਾਂ ਕਮੇਟੀ ਬਣਾ ਲਓ। ਝੱਬਰ ਸਿਆਣੇ ਬੰਦੇ ਸਨ। ਉਹਨੇ ਕਿਹਾ ਨਾ, ਕਿਸੇ ਕਮੇਟੀ ਦੀ ਲੋੜ ਨਹੀਂ, ਸ਼੍ਰੋਮਣੀ ਕਮੇਟੀ ਹੈ। ਉਹਨੇ ਫਿਰ ਕਿਹਾ ਨਹੀਂ, ਫਿਰ 7 ਬੰਦਿਆਂ ਦੀ ਲੋਕਲ ਕਮੇਟੀ ਬਣਾਈ, ਮਤਹਿਤ ਸ਼੍ਰੋਮਣੀ ਕਮੇਟੀ। ਮੈਂ ਉਸ ਇਤਿਹਾਸਕਾਰ ਦਾ ਜ਼ਿਕਰ ਕਰਨ ਲੱਗਾ ਜਿਨਨੇ ਦਰਵਾਜ਼ਾ ਖੁੱਲਿਆ, ਅੱਖਾਂ ਨਾਲ ਸਭ ਕੁਝ ਦੇਖਿਆ। ਸਰਦਾਰ ਨਰਾਇਣ ਸਿੰਘ ਪਟਿਆਲੇ ਹੋਇਆ। ਇਹ ਨਨਕਾਣਾ ਸਾਹਿਬ ਦੇ ਮੈਨੇਜਰ ਰਹੇ ਨੇ। ਫਿਰ ਬਾਅਦ ਵਿੱਚ ਆਪ ਸ਼ਾਇਦ ਨਾ ਜਾਣਦੇ ਹੋਵੋਗੇ, 84 ਵਿੱਚ ਉਹਨਾਂ ਕਿਤਾਬ ਲਿਖੀ ਸੀ, ਕਿਉਂ ਕੀਤੋ ਵਿਸਾਹ, ਪੜਨ ਵਾਲੀ ਕਿਤਾਬ। ਸਰਦਾਰ ਨਰਾਇਣ ਸਿੰਘ ਕਹਿੰਦੇ ਸੀ ਖਾਲਸਾ ਕਾਲਜ ਪੜ੍ਹਦੇ ਸਾਂ। ਉਸ 21 ਫਰਵਰੀ ਨੂੰ 11 ਫੱਗਣ ਨੂੰ ਸਾਰੀ ਸੰਗਤ ਨੇ ਗਈ। ਜਦੋਂ ਦਰਵਾਜ਼ਾ ਖੋਲਿਆ ਤੇ ਨਨਕਾਣਾ ਸਾਹਿਬ ਦੇ 4 ਚਫੇਰੇ ਮਾਸ ਸੜਨ ਦੀ ਬੋ ਆਉਂਦੀ ਪਈ ਸੀ। ਕੰਗੇ ਸਨ, ਕੜੇ ਸਨ, ਕਿਤੇ ਹੱਥ ਸਨ, ਕਿਤੇ ਪੈਰ ਸਨ, ਕਿਤੇ ਗੋਡੇ ਸਨ, ਕਿਸੇ ਦੇ ਕੰਨ ਵੱਡੇ ਪਏ ਸਨ। ਕੁਝ ਨਹੀਂ ਸੀ ਬਾਕੀ, ਧੂੰ ਸੀ, ਜੰਡ ਸੜਿਆ ਹੋਇਆ ਸੀ। ਉਸ ਦਿਨ 11 ਫੱਗਣ ਨੂੰ ਸ਼ਾਮ ਨੂੰ ਬੂਆ ਬੰਦ ਕਰ ਦਿੱਤਾ। 21 ਫਰਵਰੀ ਨੂੰ 22 ਫਰਵਰੀ ਨੂੰ ਫਿਰ ਡੀਸੀ ਤੇ ਕਮਿਸ਼ਨਰ ਵੀ ਆਉਂਦੇ ਆ। ਫਿਰ ਦਰਵਾਜ਼ਾ ਖੁੱਲਦਾ ਹੈ, ਫਿਰ ਸੰਗਤ ਅੰਦਰ ਜਾਂਦੀ ਹੈ।
22 ਫਰਵਰੀ ਨੂੰ। ਫਿਰ ਮੈਂ ਬੇਨਤੀ ਕਰਾਂਗਾ 12 ਫੱਗਣ 22 ਫਰਵਰੀ ਨੂੰ ਜਦੋਂ ਦਰਵਾਜ਼ਾ ਖੁੱਲਦਾ ਹੈ, ਸੰਗਤ ਵੇਖਦੀ ਹੈ, ਕਹਿੰਦੇ ਨੇ ਹਰ ਪਾਸੇ ਬੈਰਾਗ ਸੀ। ਪਰ ਪਤਾ ਸ਼ਬਦ ਕਿਹੜੇ ਪੜ੍ਹ ਰਹੇ ਸਨ? ਨਾਲੇ ਮਾਸ ਦੇ ਟੁਕੜੇ ਇਕੱਠੇ ਕਰਦੇ ਸਨ, ਨਾਲੇ ਸ਼ਬਦ ਪੜ੍ਹਦੇ ਸਨ, ਮੋਹੇ ਮਰਨੇ ਕੋ ਚਾਓ ਹੈ, ਮਰੂੰ ਤਾਂ ਹਰ ਕੈ ਦੁਆਰ। ਇਹ ਸਾਰੀ ਸੰਗਤ ਉਦਨੇ ਇਹ ਸ਼ਬਦ ਗਾਉਂਦੀ ਰਹੀ ਜੀ, ਕਬੀਰ ਸਾਹਿਬ ਦਾ, ਮਰੂੰ ਤਾਂ ਹਰ ਕੈ ਦੁਆਰ, ਮੋਹੇ ਮਰਨੇ ਕਾ ਚਾਓ ਹੈ। 22 ਫਰਵਰੀ ਨੂੰ ਫਿਰ ਦਰਵਾਜ਼ਾ ਬੰਦ ਕਰ ਦਿੱਤਾ ਗਿਆ। 23 ਫਰਵਰੀ ਨੂੰ ਫਿਰ ਗਵਰਨਰ ਆਉਂਦਾ। ਇਹ ਤਾਂ ਵੇਟ ਕੀਤੀ 22 ਫਰਵਰੀ ਨੂੰ, 12 ਫੱਗਣ ਨੂੰ ਅਸੀਂ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗਵਰਨਰ ਨਹੀਂ ਆਉਂਦਾ। ਸੁੰਦਰ ਸਿੰਘ, ਸਰਦਾਰ ਸੁਜਿੰਦਰ ਸਿੰਘ ਮਜੀਠੀਆ, ਇਹ ਫਿਰ ਲਾਟ ਆਉਂਦਾ, ਗਵਰਨਰ ਆਉਂਦਾ। ਇਹ ਅੰਦਰ ਬਾਹਰੋਂ ਦੇਖ ਕੇ ਜਦੋਂ ਮੁੜਨ ਲੱਗਦਾ ਹੈ, ਵੇਖੋ ਆਗੂਆਂ ਦੀ ਦਲੇਰੀ। ਝੱਬਰ ਫਿਰ ਉਹਦੀ ਬਾਹ ਫੜਦਾ ਹੈ, ਕਰਤਾਰ ਸਿੰਘ ਕਹਿੰਦਾ, ਲਾਟ ਸਾਹਿਬ ਜੀ ਇਸ ਤਰ੍ਹਾਂ ਨਹੀਂ ਜਾਣ ਦੇਣਾ, ਅਸੀਂ ਸਿਰ ਤੇ ਕੱਪੜਾ ਰੁਮਾਲ ਬੰਨੋ, ਪੈਰਾਂ ਦੀ ਜੁੱਤੀ ਲਾਓ, ਅਸੀਂ ਕੁਝ ਨਹੀਂ ਛੇੜਿਆ, ਤੂੰ ਆਪਣੀਆਂ ਅੱਖਾਂ ਨਾਲ ਦੇਖ ਲੈ ਸਾਡੇ ਨਾਲ ਹਕੂਮਤ ਨੇ ਮਹੰਤ ਰਾਹੀਂ ਕੀ ਕਰਾਇਆ ਹੈ। ਫਿਰ ਇਹ ਗਵਰਨਰ ਸਿਰ ਤੇ ਬੰਨ ਕੇ ਰੁਮਾਲ ਜੁੱਤੀ ਲਾ ਕੇ ਅੰਦਰ ਜਾਂਦਾ ਹੈ। ਵੇਖਣ ਵਾਲੇ ਦੱਸਦੇ ਆ ਕਿ ਜਦੋਂ ਗਵਰਨਰ ਵਾਪਸ ਬਾਹਰ ਨਿਕਲਦਾ ਹੈ, ਦੂਸਰਾ ਰੁਮਾਲ ਇਹਦਾ ਬਿਲਕੁਲ ਇਸ ਤਰ੍ਹਾਂ ਪਾਣੀ ਨਾਲ ਭਿੱਜਿਆ ਸੀ, ਨੁੱਚੜਦਾ ਪਿਆ ਸੀ ਅਥਰੂਆਂ ਨਾਲ, ਜਿਵੇਂ ਪਾਣੀ ਚੋਂ ਭਿਓ ਕੇ ਕਿਸੇ ਲਿਆਂਦਾ ਹੋਵੇ। ਗਵਰਨਰ ਨੂੰ ਕਹਿੰਦੇ ਆ ਕੁਛ ਹੋਇਆ। ਫਿਰ ਗੱਡੀ ਚੜਨ ਲੱਗਦਾ ਹੈ, ਫਿਰ ਝੱਬਰ ਕਹਿੰਦਾ ਬਾਹ ਪਕੜ ਕੇ ਇਨਸਾਫ ਕਰਿਓ। ਫਿਰ 23 ਫਰਵਰੀ ਨੂੰ ਵੈਗਰੂ 13 ਫੱਗਣ ਨੂੰ 23 ਫਰਵਰੀ ਨੂੰ ਫਿਰ ਸਾਰੇ ਇਕੱਠੇ ਹੋ ਜਾਂਦੇ ਆ। ਜਿਸ ਬੱਚੇ ਦਾ ਜ਼ਿਕਰ ਸਿੰਘ ਸਾਹਿਬ ਕਰਕੇ ਗਏ, ਇਹਦਾ ਪਿੰਡ ਜਰਗ ਸੀ, ਪਰ ਇਹ ਜਥਾ ਜਰਗ ਤੋਂ ਨਹੀਂ ਸੀ ਗਿਆ। ਇਹਨਾਂ ਨੇ ਜ਼ਮੀਨ ਉੱਥੇ ਲਈ ਸੀ ਬਾਰ ਵਿੱਚ, ਉੱਥੇ ਵਾਈ ਕਰਦੇ ਸਨ ਭਾਈ ਕੇਰ ਸਿੰਘ ਹੁਣੀ ਆਪਣੇ ਭਰਾਵਾਂ ਦੇ ਨਾਲ। ਤੇ ਜਰਗ ਦਾ ਅਸੀਂ ਤਾਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਪਿਛੋਕੜ ਪਿੰਡ ਇਹਨਾਂ ਦਾ ਲੁਧਿਆਣੇ ਨੇੜੇ ਜਰਗ ਸੀ। ਉਸ ਦਿਨ ਫਿਰ 13 ਫੱਗਣ 23 ਫਰਵਰੀ ਨੂੰ ਵੱਡੀ ਚਿਖਾ ਤਿਆਰ ਕੀਤੀ ਗਈ। ਉਸ ਵਿੱਚ ਸਿੰਘ ਸਾਹਿਬ ਨੇ ਦੱਸ ਦਿੱਤਾ ਹੈ 4 ਅੱਧ ਸੜੀਆਂ ਲਾਸ਼ਾਂ, 119 ਖੋਪੜੀਆਂ ਅੰਦਰੋਂ, ਖੋਪੜੀਆਂ ਕਹਿ ਰਹੇ ਆ ਚਿਹਰੇ ਨਹੀਂ, ਜਿਵੇਂ ਖੋਪੜੀ ਹੁੰਦੀ ਵੇਖਣ ਨੂੰ, 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 126 ਖੋਪੜੀਆਂ, 4 ਅੱਧ ਸੜੀਆਂ ਲਾਸ਼ਾਂ, 10 ਟੋਕਰੇ ਨਿੱਕੀਆਂ ਨਿੱਕੀਆਂ ਸੜੀਆਂ ਖੱਡੀਆਂ ਦੇ, 3 ਵੱਡੇ ਟੋਕਰੇ ਕੀਮਾ ਕੀਤੇ ਮਾਸ ਦੇ ਪਾਏ ਗਏ। 13 ਫੱਗਣ ਨੂੰ ਸ਼ਾਮ ਵੇਲੇ ਭਾਈ ਜੋਤ ਸਿੰਘ ਦਾ ਜ਼ਿਕਰ ਕੀਤਾ ਸਿੰਘ ਸਾਹਿਬ ਨੇ, ਸੰਸਕਾਰ ਕੀਤਾ ਗਿਆ। ਫਿਰ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ 5 ਅਪ੍ਰੈਲ ਨੂੰ, ਮੈਂ ਉਸ ਦਿਨ ਵੀ ਕਿਹਾ ਸੀ ਇਹ ਦਿਨ ਜ਼ਰੂਰ ਦੁਹਰਾਓ, 5 ਅਪ੍ਰੈਲ ਨੂੰ ਸ਼ਹੀਦਾਂ ਦੇ ਭੋਗ ਪਾਏ ਜਾਣਗੇ। ਉਸ ਦਿਨ ਕਿਹਾ ਤੇ ਹਰ ਸਿੱਖ ਆਪਣੇ ਸਿਰ ਤੇ ਕਾਲੀ ਪੱਗ ਬੰਨੇਗਾ। ਉਸ ਦਿਨ ਕਾਲਾ ਰੰਗ ਸਿੱਖਾਂ ਵਿੱਚ ਪ੍ਰਵੇਸ਼ ਕੀਤਾ ਸੀ। ਪਹਿਲਾਂ ਕਾਲੀ ਪੱਗ ਨਹੀਂ ਸਾਂ ਬੰਨਦੇ ਜੀ, ਤੁਹਾਨੂੰ ਪਤਾ ਹੋਣਾ। ਉਹਨਾਂ ਦੀ ਯਾਦਗਾਰ ਬਣਾਈ ਜਾਏਗੀ। ਉਸ ਖੂਨ ਵਿੱਚੋਂ ਫਿਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨਿਕਲਿਆ। 23 ਫਰਵਰੀ ਨੂੰ ਸੰਸਕਾਰ ਕੀਤਾ ਗਿਆ। ਉਸ ਦਾ ਹੁਣ ਸਵਾਲ ਉੱਠੇਗਾ ਜੀ ਕੀ ਫਾਇਦਾ ਨਸਾਕੇ ਦਾ? ਮਹੰਤ ਨੇ 4, 5, 6 ਮਾਰਚ 1921 ਨੂੰ ਸਾਰੇ ਸਿੱਖ ਆਗੂਆਂ ਨਾਲ ਕਾਨਫਰੰਸ ਰੱਖੀ ਸੀ ਨਨਕਾਣਾ ਸਾਹਿਬ, ਤੇ ਉਹਦੀ ਇਹ ਬਿਉਂਤ ਸੀ ਇਹ ਰੋਜ਼ ਰੋਜ਼ ਦਾ ਕਲੇਸ਼ ਮੁਕਾਓ ਕਾਲੀਆਂ ਦਾ, ਕਮੇਟੀ ਦਾ। ਜਦੋਂ ਇਕੱਠੇ ਹੋਣ ਇਹਨਾਂ ਨੂੰ ਗੋਲੀਆਂ ਮਾਰੋ, ਤੇ ਆਪਣੇ ਗੁੰਡਿਆਂ ਨੂੰ ਕਿਹਾ ਅਸੀਂ ਮੈਂ ਵਿੱਚ ਹੋਵਾਂਗਾ, ਮੈਂ ਕਹਾਂਗਾ ਮਾਰ ਗਏ, ਗੋਲੀਆਂ ਤੋਂ ਬਾਅਦ ਇਹਨਾਂ ਦੇ ਟੁਕੜੇ ਕਰ ਦਿਓ, ਸਾਰੇ ਆਗੂ ਇੱਕ ਦਿਨ ਮਰ ਜਾਣ ਮੁੱਕ ਜਾਣ, ਉਦੋਂ ਬਾਅਦ ਸਾਡੇ ਵੱਲ ਕਿਸੇ ਨੇ ਦੇਖਣਾ ਨਹੀਂ। ਦੂਜੀ ਗੱਲ, ਇਸ ਡੁੱਲੇ ਹੋਏ ਖੂਨ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, ਤੇ ਜਿਸ ਦਾ 100 ਸਾਲ ਹੋ ਗਿਆ। ਆ ਪਿਛਲੇ ਮਹੀਨੇ ਫਰਵਰੀ ਵਿੱਚ ਜੋ ਸਰਕਾਰ ਨੇ ਕੀਤਾ, ਮੈਂ ਉਸ ਦਿਨ ਕਿਹਾ ਇਹ ਪ੍ਰੋਬਲਮ ਨੇ ਕਹੀ, ਮੈਨੂੰ ਕਹਿੰਦਿਆਂ ਕੋਈ ਸੰਕੋਚ ਨਹੀਂ। ਲਾਲਾ ਲਾਜਪਤ ਰਾਏ ਨੇ ਲਿਖਿਆ ਸੀ, ਇਹਨਾਂ ਦੀਆਂ ਅਖਬਾਰਾਂ ਖਿਮਾ ਕਰ ਦਿਓ, ਬਖਸ਼ ਦਿਆ ਜੇ,
ਕਿ ਸਿੱਖ ਤੋਂ ਪੈਸਿਆਂ ਦੀ ਖਾਤਰ ਮਰ ਗਏ। ਮਹਾਤਮਾ ਗਾਂਧੀ ਜੀ ਗਏ, ਜਿਹੜੀ ਗੱਲ ਉਹਨਾਂ ਨੇ ਕਿਹਾ ਪਹਿਲਾਂ ਮੈਨੂੰ ਸਭ ਕੁਝ ਸੁਣਾਓ। ਉੱਥੇ ਫਿਰ ਝੱਬਰ ਸ਼ਾਇਦ ਬੋਲਿਆ, 1 ਘੰਟਾ ਉਹਨੇ ਸਾਰੀ ਦਾਸਤਾਨ ਦੱਸੀ ਵੀ ਕੀ ਹੋਇਆ। ਮਹਾਤਮਾ ਗਾਂਧੀ ਸੁਣਦੇ ਰਹੇ, ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਵਹਿ ਤੁਰਿਆ। ਜੋ ਇਤਿਹਾਸ ਹੈ ਇਹਨੂੰ, ਉਹਨਾਂ ਨੇ ਫਿਰ ਉੱਥੇ ਸ਼ਬਦ ਕਹੇ ਸਨ ਕਿ ਭਾਰਤ ਦੀ ਆਜ਼ਾਦੀ ਦੀ ਸ਼ੁਰੂਆਤ ਹੋ ਗਈ ਹੈ। ਨਨਕਾਣਾ ਸਾਹਿਬ ਦਾ ਡੁੱਲਿਆ ਹੋਇਆ ਖੂਨ ਭਾਰਤ ਨੂੰ ਆਜ਼ਾਦ ਜ਼ਰੂਰ ਕਰਾਏਗਾ। ਅੱਜ ਆਜ਼ਾਦ ਭਾਰਤ ਦੇ ਵਿੱਚ ਉਸ ਨਨਕਾਣਾ ਸਾਹਿਬ ਦੇ ਖੂਨ ਨੂੰ ਮੱਥਾ ਟੇਕਣ ਵੀ ਜਾਣ ਨਹੀਂ ਦਿੱਤਾ ਗਿਆ। ਬਸ ਇੰਨਾ ਕੁ ਫਰਕ ਜੇ। ਮੈਂ ਅਰਦਾਸ ਕਰਾਂਗਾ, ਸਤਿਗੁਰੂ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ, ਸਾਨੂੰ ਜੀਵਨ ਬਖਸ਼ੇ, ਸਾਡੇ ਤੇ ਰਹਿਮਤ ਕਰੇ। ਦੂਜੀ ਗੱਲ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਆ ਰਿਹਾ, ਮੈਂ ਨਨਕਾਣਾ ਸਾਹਿਬ ਨੂੰ ਫੋਕਸ ਰੱਖਿਆ ਜ਼ਿਆਦਾ, ਕਿਉਂਕਿ ਮੈਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਅਸੀਂ ਸਾਰੇ ਕਰਾਂਗੇ। ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਦੀ ਗੱਲ ਸਿੰਘ ਸਾਹਿਬ ਨੇ ਕੀਤੀ। ਜ਼ਿਆਦਾ ਸਮਾਂ ਹਜੂਰ ਦਾ ਮਾਲਵਾ ਰਟਨੀ ਹੈ, ਤੇ ਮਾਲਵਾ ਰਟਨ ਦੀ ਪੋਥੀ ਵੀ ਹੈ, ਸਾਖੀਆਂ ਨੇ ਮਹਾਰਾਜ ਜੀ ਦੀਆਂ। ਤੇ ਜਦ ਜਿਹੜਾ ਇਲਾਕਾ ਹਰਿਆਣੇ ਵਿੱਚ ਹੈ, ਉੱਥੇ ਤਕਰੀਬਨ ਜ਼ਿਆਦਾ ਸਤਿਗੁਰੂ ਜਾਟਾਂ ਦੇ ਪਿੰਡਾਂ ਵਿੱਚ ਗਏ। ਧਮਧਾਨ ਸਾਹਿਬ ਵੀ ਪਿੰਡ ਸਾਰਾ ਜਾਟਾਂ ਦਾ। ਸਾਡੇ ਨੇੜੇ ਹਰਿਆਣੇ ਵਿੱਚ ਜੈ ਸਿੰਘਪੁਰ ਹੈ, ਸਾਰਾ ਜਾਟਾਂ ਦਾ ਪਿੰਡ ਹੈ। ਆ ਸ਼ਾਹਬਾਦ ਦੇ ਨੇੜੇ ਅਜਰਾਣਾ ਹੈ। ਇੱਥੇ ਕਿਉਂਕਿ ਜਾਟ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਸਨ। ਤੁਹਾਡੇ ਇਸ ਨਗਰ 'ਚ ਆਏ, ਜੋ ਉਸ ਕਿਤਾਬ 'ਚ ਲਿਖਿਆ ਕਿ ਇਹ ਥਾਂ ਗੁਰਦੇਵ ਤੋਂ ਪਹਿਲਾਂ ਵੀ ਹੈ। ਇੱਥੇ ਪਹਿਲਾਂ ਆ ਕੇ ਵਸਿਆ ਸੀ ਤਾਰੂ ਜੱਟ। ਜੇ ਮੈਂ ਗਲਤ ਹਾਂ ਮੈਨੂੰ ਜ਼ਰੂਰ ਬਾਅਦ 'ਚ ਦੱਸ ਦਿਓ, ਕਿਉਂਕਿ ਜੋ ਇਸ ਹੰਡਿਆਏ ਪਿੰਡ ਦੀ ਹਿਸਟਰੀ ਹੈ। ਤਾਰੂ ਜੱਟ ਆਇਆ, ਇਹ ਧਾਲੀਵਾਲ ਸੀ। ਫਿਰ ਦੂਸਰਾ ਕਾਂਗੜ ਤੋਂ ਆਇਆ, ਉਹਦਾ ਨਾਮ ਜੱਗਾ ਸੀ, ਉਹ ਸਰਾਉਂ ਸੀ। ਇਹਨਾਂ ਦੋਵਾਂ ਨੇ ਫਿਰ ਇਹ ਪਿੰਡ ਜੋ ਵੱਜਾ, ਇੱਥੇ ਮੱਝਾਂ ਡੰਗਰ ਰੱਖੇ, ਵਾੜਾ ਬਣਾਇਆ, ਇਸ ਦਾ ਨਾਮ ਪਹਿਲਾਂ ਜੱਗਾ ਪਿਆ। ਇਸ ਤਰ੍ਹਾਂ ਹੈ ਨਾ ਜੀ। ਉਸ ਤੋਂ ਬਾਅਦ ਰੰਗੜ ਆਉਂਦੇ ਸਨ, ਇਹ ਬਾਬੇ ਆਲੇ ਨੂੰ ਲਿਆਏ, ਇਹਨਾਂ ਜ਼ਿਮੀਂਦਾਰਾਂ ਇਕੱਠਾ ਹੋ ਕੇ ਰੰਗੜ ਰੋਕੇ। ਉਸ ਤੋਂ ਬਾਅਦ ਇੱਥੇ ਬਾਣੀਏ ਆਏ, ਇਹਦਾ ਨਾਮ ਖੁੰਡੀ ਵਾਲਾ ਪੈ ਗਿਆ। ਖੁੰਡੀ ਵਾਲੇ ਤੋਂ ਬਾਅਦ ਫਿਰ ਹੰਡਿਆਇਆ ਬਣ ਗਿਆ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਇੱਥੇ ਆਏ। ਇੱਥੇ ਜਿਹੜਾ ਚੰਮ ਦਾ ਕੰਮ ਕਰਦੇ ਸਨ ਵਾਹਿਗੁਰੂ, ਉਹ ਮੁਸਲਮਾਨ ਸਨ, ਉਹ ਚਮੜੇ ਦਾ ਕੰਮ ਕਰਦੇ ਸਨ। ਇਸ ਜਿੱਥੇ ਸਰੋਵਰ ਹੈ, ਮੈਂ ਤਾਂ ਚਲੋ ਜਾਂਦਿਆਂ ਦੀਦਾਰ ਕਰਕੇ ਜਾਵਾਂਗਾ, ਇਸ ਥਾਂ ਤੇ ਚਮੜੇ ਦਾ ਕੱਚਾ ਚਮੜਾ ਜਿੱਥੇ ਸਾਫ਼ ਕਰਦੇ ਸਨ, ਉਹ ਪਾਣੀ ਆਉਂਦਾ ਸੀ। ਉਹ ਪਾਣੀ ਕਿਵੇਂ ਸੀ? ਇਹਨਾਂ ਕੁੰਨਿਆਂ ਵਿੱਚ ਮਸਾਲਾ ਪਾ ਕੇ ਟੰਗਿਆ ਹੁੰਦਾ ਸੀ। ਹਾਂਜੀ, ਉਹਦੇ ਥੱਲੇ ਛੇਕ ਸੀ ਕੁੰਨਿਆਂ ਦੇ, ਉਹਦੇ ਵਿੱਚੋਂ ਪਾਣੀ ਤਿਪ ਤਿਪ ਕਰਕੇ ਕੁੰਡ ਵਿੱਚ ਪੈਂਦਾ ਸੀ। ਕੁੰਡ ਚੋਂ ਪਾਣੀ ਨਿਕਲ ਕੇ ਛਪੜੀ 'ਚ ਪੈਂਦਾ ਸੀ। ਇਹਦੀ ਹਿਸਟਰੀ ਜੋ ਮੈਂ ਪੜ੍ਹੀ ਹੈ। ਜਦੋਂ ਗੁਰਦੇਵ ਆਏ ਆ, ਇਹ ਗਲ ਘੋਟੂ, ਸਿੱਧਾ ਪੰਜਾਬੀ 'ਚ ਬੇਨਤੀ ਕਰਾਂ, ਗਲ ਘੋਟੂ ਤਾਪ ਸੀ। ਗਲਾ ਜਿਹੜਾ ਸੀ ਘੁੱਟਿਆ ਜਾਂਦਾ ਸੀ, ਤਾਪ ਚੜ੍ਹਦਾ ਸੀ, ਜਿਹਨੂੰ ਕਾਂਬਾ ਛਿੜਦਾ ਸੀ ਉਹਦੀ ਮੌਤ ਹੋ ਜਾਂਦੀ ਸੀ। ਪਹਿਲਾਂ ਤੇ ਨਹੀਂ ਮਹਾਰਾਜ ਨੂੰ ਜਾਣਿਆ, ਫਿਰ ਜਦੋਂ ਨੇੜੇ ਆਏ, ਇੱਥੇ ਫਿਰ ਚੌਧਰੀ ਆਇਆ, ਸਾਰਿਆਂ ਬੇਨਤੀ ਕੀਤੀ, ਮਹਾਰਾਜ ਇਸ ਇਲਾਕੇ 'ਚ ਆਹ ਬਿਮਾਰੀ ਫੈਲੀ ਹੈ। ਹਜ਼ੂਰ ਨੇ ਕਿਹਾ ਛਪੜੀ 'ਚ ਇਸ਼ਨਾਨ ਕਰੋ। ਹੁਣ ਚੰਮ ਵਾਲਾ ਪਾਣੀ, ਬਦਬੂ ਆਵੇਗੀ। ਉਹਨਾਂ ਕਿਹਾ ਇਸ਼ਨਾਨ। ਪਰ ਡਾਕਟਰ ਫੌਜਾ ਸਿੰਘ ਲਿਖਦਾ, ਹਜ਼ੂਰ ਨੇ ਭਰਮ ਮਿਟਾਉਣ ਲਈ ਚੋਲਾ ਉਤਾਰ ਕੇ ਪਹਿਲਾਂ ਆਪ ਇਸ਼ਨਾਨ ਕੀਤਾ, ਉਸ ਤੋਂ ਬਾਅਦ ਚੌਧਰੀ ਨੇ ਕੀਤਾ, ਫਿਰ ਇਲਾਕੇ ਦੇ ਲੋਕਾਂ ਨੇ ਕੀਤਾ। ਇੱਥੇ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਜਿਹੜਾ ਕਿਤੇ ਨਹੀਂ ਠੀਕ ਹੋਵੇਗਾ, ਇੱਥੇ ਅਰੋਗਤਾ ਮਿਲੇਗੀ, ਪਰ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ। ਮੇਰੀ ਇਹ ਗੱਲ ਧਿਆਨ ਨਾਲ ਸੁਣਿਓ। ਮੈਨੂੰ ਪਤਾ ਅੱਜ ਕੱਲ੍ਹ ਦਾ ਜਿਹੜਾ ਤਰਕ ਵਾਲਾ ਗਿਆਨ, ਉਹ ਕਹੇਗਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਹ ਸਰੋਵਰਾਂ ਦੀ ਪੂਜਾ। ਇਹ ਯਾਦ ਰੱਖੋ, ਅੰਮ੍ਰਿਤ ਜਿਹੜਾ ਪਾਣੀ ਗੁਰੂ ਗੋਬਿੰਦ ਸਿੰਘ ਨੇ ਪਾਇਆ, ਉਹ ਸਤਲੁਜ ਦਾ ਪਾਇਆ ਸੀ ਨਾ। ਤੇ ਸਦੀਆਂ ਬੀਤ ਗਈਆਂ ਨੇ, ਅੰਮ੍ਰਿਤ ਅੱਜ ਵੀ ਤਿਆਰ ਹੁੰਦਾ ਹੈ। ਉਹ ਜਿਹੜੇ ਬਚਨ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਨੂੰ ਕਹੇ, ਕਿਤੇ ਵੀ ਤੁਸੀਂ ਬਾਟਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 5 ਤਿਆਰ ਬਰ ਤਿਆਰ ਸਿੰਘ ਬਾਣੀ ਪੜੋਗੇ, ਉਹ ਅੰਮ੍ਰਿਤ ਬਣੇਗਾ। ਉਹ ਗੱਲ ਛਪੜੀ ਦੀ ਨਹੀਂ, ਗੱਲ ਗੁਰੂ ਤੇਗ ਬਹਾਦਰ ਦੀ ਕਮਾਈ ਤੇ ਬਚਨਾਂ ਦੀ ਹੈ।
ਗੁਰੂ ਦਾ ਬਚਨ ਕਦੀ ਖਤਮ ਨਹੀਂ ਹੁੰਦਾ। ਮੈਂ ਇੱਕ ਹੋਰ ਉਦਾਹਰਨ ਆਪ ਜੀ ਨੂੰ ਦੇ ਕੇ ਸਮਾਪਤੀ ਕਰਨਾ। ਗੁਰੂ ਅਮਰਦਾਸ ਦਾ ਭਤੀਜਾ ਸੀ ਸਾਵਣ ਮਲ, ਗੋਇੰਦਵਾਲ ਸਾਹਿਬ ਉਹਦਾ ਘਰ ਵੀ ਹੈ। ਜਦੋਂ ਉਹਨੂੰ ਮੰਡੀ ਭੇਜਿਆ ਤੇ ਮਹਾਰਾਜ ਨੇ ਰੁਮਾਲ ਦਿੱਤਾ, ਸਾਡੀ ਇਸਤਰੀ ਕਹਿੰਦੀ ਹੈ। ਮੈਨੂੰ ਤਾਂ ਇਸ ਗੱਲ ਤੋਂ ਥੋੜੀ ਜਿਹੀ ਖੇਦ ਲੱਗਦਾ, ਪੜ੍ਹੇ ਲਿਖੇ ਬੰਦੇ ਗੁਰੂ ਨੂੰ ਵਿਅਕਤੀ ਦੇ ਰੂਪ 'ਚ ਪੇਸ਼ ਕਰਦੇ ਆ। ਤੇ ਮੈਨੂੰ ਇੰਜ ਲੱਗਦਾ ਨਿਊਟਨ ਵੱਡਾ ਹੋ ਗਿਆ, ਆਇਨਸਟਾਈਨ ਵੱਡਾ ਹੋ ਗਿਆ, ਗੁਰੂ ਨਾਨਕ ਛੋਟਾ ਕਰ ਦਿੱਤਾ। ਹਾਂਜੀ, ਫਿਰ ਜਿਸ ਜਿਉਂ ਖਲੋਨੇ ਆ, ਫਲਾਣੇ ਵਿਦਵਾਨ ਨੇ ਆਹ ਕਿਹਾ ਗੁਰੂ ਨਾਨਕ ਬਾਰੇ, ਫਲਾਣੇ ਨੇ ਇਹ ਕਿਹਾ। ਮੈਂ ਕਹਿੰਦਾ ਬਿਲਕੁਲ ਚੰਗੀ ਗੱਲ, ਦੱਸੋ ਕੋਟੇਸ਼ਨਾਂ ਦਿਓ ਕਿ ਇਹ ਕਿਹਾ। ਉਹ ਗੁਰਸਿੱਖੋ, ਤੁਹਾਡੇ ਲਈ ਬਾਣੀ ਸਭ ਤੋਂ ਸਰਵੋਤਮ ਹੈ। ਗੁਰੂ ਦੇ ਜੀਵਨ ਨੂੰ ਪੜ੍ਹਨਾ ਤੇ ਬਾਣੀ ਪੜ੍ਹੋ, ਉਹਦੇ ਚੋਂ ਪਤਾ ਲੱਗੇਗਾ ਸਿਰੇ ਦਾ ਬਚਨ ਕੀ ਹੈ। ਇਕਬਾਲ ਦਾ ਸ਼ੇਰ ਤਾਂ ਸਾਰੇ ਕਹਿੰਦੇ, ਮੈਂ ਵੀ ਕਹਿੰਦਾ। ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋਈ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਕਹਿੰਦਾ ਪੰਜਾਬ ਦੇ ਵਿੱਚ ਇੱਕ ਤੌਹੀਦ, ਏਕਤਾ ਦੀ ਆਵਾਜ਼ ਉੱਠੀ। ਇਸ ਸੁੱਤੇ ਹੋਏ ਮੁਲਕ ਨੂੰ ਗੁਰੂ ਨਾਨਕ ਦੀ ਆਵਾਜ਼ ਨੇ ਉਠਾ ਦਿੱਤਾ। ਅੱਜ ਵੀ ਪੰਜਾਬ ਦੀ ਆਵਾਜ਼ ਨੇ ਸਾਰਾ ਹਿੰਦੁਸਤਾਨ ਉਠਾ ਦਿੱਤਾ ਹੈ। ਕੱਲਾ ਹਿੰਦੁਸਤਾਨ ਨਹੀਂ, ਸੱਚੀ ਮੁੱਚੀ ਪੂਰਾ ਸੰਸਾਰ ਉੱਠ ਪਿਆ ਜੇ। ਹਰ ਬੰਦਾ ਹਲ ਵਾਹਣ ਵਾਲਾ ਸੋਚਣ ਲੱਗ ਪਿਆ ਸਾਡੇ ਪਸੀਨੇ ਦੀ ਕਮਾਈ ਕਿਵੇਂ ਖਾਧੀ ਜਾਂਦੀ ਹੈ। ਵਕਤੀ ਤੌਰ ਤੇ ਹਕੂਮਤਾਂ ਜਿੱਤਦੀਆਂ ਹੁੰਦੀਆਂ ਨੇ, ਇਹਨਾਂ ਤਰਵਾਸ ਬਣਾ ਕੇ, ਮੈਂ ਢਿੰਡੀ ਕਲਾ ਨਹੀਂ ਕਹਿਣ ਲੱਗਾ, ਵਕਤੀ ਤੌਰ ਤੇ ਜਿੱਤਦੀਆਂ ਨੇ। ਔੜਕ ਨੂੰ ਸੱਚ ਜਿੱਤ ਜਾਂਦਾ ਤੇ ਹਕੂਮਤਾਂ ਹਾਰ ਜਾਂਦੀਆਂ ਨੇ। ਜਿਸ ਦਿਨ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਚੋਂ ਨਿਕਲੇ, ਕਿ ਹਾਕਮ ਦੀ ਨਜ਼ਰ 'ਚ ਹਾਰਨਾ ਨਹੀਂ, ਮੈਂ ਨਹੀਂ ਕਹਾਂਗਾ ਹਾਰੇ, ਪਰ ਉਹ ਤਾਂ ਕਹਿੰਦੇ ਹੋਣਗੇ ਨਾ, ਪੁੱਤ ਮਾਰ ਦਿੱਤੇ ਗੁਰੂ ਗੋਬਿੰਦ ਸਿੰਘ ਦੇ, ਗੜੀ ਛਡਾ ਦਿੱਤੀ, ਆਨੰਦਪੁਰ ਛਡਾ ਦਿੱਤਾ। ਵਕਤੀ ਤੌਰ ਤੇ ਉਹ ਜਿੱਤਣ ਦੇ ਦਾਅਵੇ ਕਰਦੇ ਸਨ, ਪਰ ਸਮੇਂ ਨੇ ਉਹਨਾਂ ਨੂੰ ਹਰਾ ਦਿੱਤਾ। ਗੁਰੂ ਗੋਬਿੰਦ ਸਿੰਘ ਅੱਜ ਵੀ ਜਿੱਤਿਆ ਹੋਇਆ ਹੈ। ਨਿਸ਼ਚੈ ਕਰ ਆਪਣੀ ਜੀਤ ਕਰੂੰ। ਗੁਰੂ ਤੇਗ ਬਹਾਦਰ ਸਾਹਿਬ, ਮੈਂ ਸਿਰਫ ਇੱਕ ਉਦਾਹਰਨ ਦੇ ਕੇ ਰੁਮਾਲ ਦਿੱਤਾ ਸਾਵਨ ਮਲ ਨੂੰ ਗੁਰੂ ਅਮਰਦਾਸ ਨੇ। ਹੁਣ ਰੁਮਾਲ ਤਾਂ ਕੱਪੜਾ ਹੈ ਜੀ, ਮੇਰੀ ਫਿਰ ਬੇਨਤੀ ਜੇ, ਆ ਮੇਰਾ ਕੱਪੜਾ ਹੈ, ਮੈਂ ਆਪਣੇ ਗਲ 'ਚ ਪਾਵਾਂ, ਸਿਰ ਤੇ ਬੰਨਾ, ਤੁਸੀਂ ਰੋਕ ਲੈਣਾ। ਇਸੇ ਕੱਪੜੇ ਦਾ ਚਿੱਟਾ ਕੱਪੜਾ ਤੁਸੀਂ ਮਹਾਰਾਜ ਦੇ ਸੁੱਖ ਆਸਣ ਲਈ ਬੁਲਾਓ, ਮੈਂ ਥੱਲੇ ਸੱਟ ਕੇ ਵੇਖਾਂ, ਮੈਨੂੰ ਨਾਰੀ ਅਗਲਿਆਂ ਫੜ ਲੈਣਾ। ਕੱਪੜਾ ਤੇ ਕੱਪੜਾ ਹੀ, ਪਰ ਨਹੀਂ, ਉਹ ਕੱਪੜਾ ਜਦੋਂ ਗੁਰੂ ਨੂੰ ਛੂੰਹਦਾ ਹੈ, ਉਹ ਕਮੀਜ਼ ਵਾਲਾ ਕੱਪੜਾ ਨਹੀਂ ਰਹਿੰਦਾ, ਉਹਦੇ ਅਰਥ ਕੁਝ ਹੋਰ ਆ ਜਾਂਦੇ ਆ। ਮਹਾਰਾਜ ਨੇ ਰੁਮਾਲ ਦਿੱਤਾ, ਸਾਮਣ ਮਲ ਨੇ ਸੱਚੀ ਮੁੱਚੀ ਉਸ ਰੁਮਾਲ 'ਚ ਬਰਕਤ ਸੀ। ਜਦੋਂ ਬਰਕਤ ਮਿਲੀ, ਅੰਦਰੋਂ ਹਉਮੈ ਜਾਗੀ, ਅਮਰਦਾਸ ਕੋਲ ਕਿਉਂ ਜਾਣਾ, ਤੂੰ ਖੁਦ ਹੀ ਗੁਰੂ ਬਣ। ਇਹ ਸਾਡੀ ਪ੍ਰੋਬਲਮ ਹੈ ਸੱਚੀ ਜੇ। ਅਸੀਂ ਕੀਰਤਨੀय ਕਥਾਵਾਚਕ ਨਾ, ਮੈਂ ਕਈ ਵਾਰੀ ਕਹਿਣਾ ਹੁੰਨਾ, ਸਾਨੂੰ ਕਥਾ ਕੀਰਤਨ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜਦੋਂ ਜ਼ਿਆਦੀ ਸੰਗਤ ਸੁਣਨ ਲੱਗ ਪਏ, ਫਿਰ ਸਾਡੇ ਚੋਂ ਲੀਡਰੀ ਨਿਕਲਣਾ ਪੈਂਦੀ। ਇਸ ਤਰ੍ਹਾਂ ਫਿਰ ਆ ਜੀ ਅਸੀਂ ਆਹ ਕਰਾਂਗੇ, ਨਹੀਂ, ਆਪਣੇ ਉਹਨੇ ਜਾ ਗਿਆ ਜੀ, ਮੈਂ ਗੁਰੂ। ਰੱਬ ਦੀ ਖੇਡ, ਰੁਮਾਲ ਵਾਲੀ ਤਾਕਤ ਚਲੀ ਗਈ। ਫਿਰ ਸੁਣਿਓ, ਰੁਮਾਲ ਉਹਦੇ ਕੋਲ ਰਹਿ ਗਿਆ, ਦਿੱਤਾ ਗੁਰੂ ਅਮਰਦਾਸ ਨੇ। ਪਹਿਲਾਂ ਰੁਮਾਲ ਵਿੱਚੋਂ ਕਿਰਪਾ ਵਰਤ ਲਈਏ, ਰੁਮਾਲ ਇਕੱਲਾ ਰਹਿ ਗਿਆ, ਸਾਵਣ ਮਲ ਪੱਲੇ ਕੁਝ ਹੀ ਨਾ ਰਿਹਾ, ਕਿਉਂਕਿ ਜਿਹੜਾ ਰੁਮਾਲ ਦੇ ਨਾਲ ਬਚਨ ਸੀ ਉਹਦੇ ਤੋਂ ਭੱਜ ਗਿਆ। ਉਹ ਵਾਪਸ ਭੱਜਿਆ, ਰਾਤ ਨੂੰ ਗੁਰੂ ਅਮਰਦਾਸ ਕੋਲ ਆਇਆ। ਯਾਦ ਰੱਖਿਓ, ਇਹ ਛੱਪੜੀ ਨਹੀਂ, ਇਹ ਟੁੱਬਾ ਮਾਰਦਿਆਂ ਗੱਲ ਚੇਤੇ ਰੱਖਿਓ, ਇਹਦੇ ਵਿੱਚ ਬਚਨ ਗੁਰੂ ਤੇਗ ਬਹਾਦਰ ਦਾ ਹੈ। ਬਚਨ ਵੱਲ ਜੇ ਧਿਆਨ ਦਿਆ ਜੀ, ਜਿੱਥੇ ਗੁਰੂ ਬੈਠ ਜਾਂਦਾ ਹੈ ਉਹਦੀ ਬਰਕਤ ਹੈ। ਜੋ ਨੇ ਕਹਿ ਦਿੱਤਾ ਹੈ ਛੱਪੜੀ 'ਚ ਹੈ ਬਖਸ਼ਿਸ਼, ਕਿਰਪਾ ਉਹਨੇ ਦੱਸ ਰਹੇ ਸਨ ਮੈਨੂੰ ਸਰਦਾਰ ਪਰਮਜੀਤ ਸਿੰਘ ਆਪਣੀ ਬੀਤੀ ਵੀ, ਭਾਈ ਅਮਨਦੀਪ ਸਿੰਘ ਦੱਸ ਰਹੇ ਸੀ ਕਈਆਂ ਨੂੰ ਅਰੋਗਤਾ। ਪਰ ਮੈਂ ਬੇਨਤੀ ਕਰਾਂਗਾ, ਜਿੱਥੇ ਪਾਣੀ 'ਚ ਟੁੱਬੀ ਮਾਰਿਓ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਟੁੱਬੀ ਜ਼ਰੂਰ ਮਾਰਿਓ। ਪਾਣੀ ਤੇ ਬਾਣੀ ਦਾ ਸੁਮੇਲ ਹੈ। ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਉਹਨਾਂ ਬਾਰੇ ਜੋ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਕਹੇ, ਕਹਿੰਦੇ ਮੇਰੇ ਪਿਤਾ ਨੂੰ ਯਾਦ ਕਰੋ। ਚੌਥੇ ਤੇ ਉਹਨਾਂ ਤੇਗ ਬਹਾਦਰ ਲਿਖਿਆ। ਹੁਣ ਸਿੰਘ ਸਾਹਿਬ ਕਹਿ ਰਹੇ ਸਨ, ਵਾਕਈ ਭਾਵੇਂ ਮੈਨੂੰ ਪਤਾ ਹੈ ਕੁਝ ਹਿਸਟੋਰੀਅਨ ਕਹਿੰਦੇ ਤਿਆਗ ਮਲ ਤੋਂ ਤੇਗ ਬਹਾਦਰ ਬਣੇ, ਤੇ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ 'ਚ ਕੋਈ ਲਫ਼ਜ਼ ਅਰਬੀ ਫਾਰਸੀ ਦਾ ਵਰਤਿਆ ਹੀ ਨਹੀਂ, ਔਰ ਉਹਨਾਂ ਦਾ ਨਾਂ ਫਾਰਸੀ ਵਿੱਚੋਂ, ਤੇਗ ਸ਼ਬਦ ਵੀ ਫਾਰਸੀ ਦਾ ਤੇ ਬਹਾਦਰ ਵੀ ਫਾਰਸੀ ਦਾ। ਗੁਰੂ ਤੇਗ ਬਹਾਦਰ ਦੇ 59 ਸ਼ਬਦ ਨੇ, 57 ਸ਼ਲੋਕ ਨੇ। ਜਿਹੜਾ ਸ਼੍ਰੋਮਣੀ ਕਮੇਟੀ ਦਾ ਸੁੰਦਰ ਗੁਟਕਾ ਹੈ ਨਾ, ਉਹ ਖਰੀਦ ਲਿਆਇਓ। ਉਹਦੇ ਅਖੀਰ ਤੇ ਜਿਹੜੀ ਬਾਣੀ ਉਹ ਸਾਰੀ ਗੁਰੂ ਤੇਗ ਬਹਾਦਰ ਦੀ ਹੈ।
ਹਿੰਦੀ ਭਾਸ਼ਾ ਹੈ, ਸਕ੍ਰਿਪਟ ਗੁਰਮੁਖੀ ਦਾ ਹੈ। ਤੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਘਰ 'ਚ ਬੈਠੇ ਜਿਹੜੇ ਪਾਠ ਕਰ ਸਕਦੇ ਹੋ, ਆਪਣੇ ਨਿਤਨੇ ਵਿੱਚ ਗੁਰੂ ਤੇਗ ਬਹਾਦਰ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। 400 ਸਾਲਾ ਮਨਾਉਣਾ ਹੈ ਨਾ। ਕਥਾ ਤੇ ਮੈਂ ਜਿਹੜੀ ਕੀਤੀ, ਸਿੰਘ ਸਾਹਿਬ ਨੇ ਕੀਤੀ, ਇਹ ਕਥਾ ਇਹੀ ਰਹਿਣੀ ਹੈ, ਇਹ ਕੋਈ ਨਹੀਂ ਹਿਸਟਰੀ ਬਦਲਣੀ। ਠੀਕ ਹੈ, ਅਸੀਂ ਆਪਣੇ ਆਪਣੇ ਢੰਗ ਨਾਲ ਰਸਦਾਇਕ ਬਣਾ ਦਿਆਂਗੇ, ਪਰ ਤੁਸੀਂ 59 ਸ਼ਬਦ ਤੇ 57 ਸ਼ਲੋਕ ਬੋਲ ਕੇ ਪਾਠ ਕਰੋਗੇ ਤੇ 1.5 ਘੰਟੇ 'ਚ ਪੂਰਾ ਹੋ ਜਾਣਾ। ਇੰਨਾ ਕੁ ਟਾਈਮ ਲੱਗਦਾ ਵੱਧ ਤੋਂ ਵੱਧ। ਜਿਹੜੇ ਬਿਲਕੁਲ ਨਹੀਂ ਕਰ ਸਕਦੇ ਉਹ ਸੁਣ ਜ਼ਰੂਰ ਲਿਆ ਜੇ, ਤੇ ਘੱਟੋ ਘੱਟ ਸ਼ਲੋਕਾਂ ਦਾ ਪਾਠ ਜ਼ਰੂਰ ਕਰਿਓ। ਸਭ ਤੋਂ ਜ਼ਿਆਦਾ ਜੇ ਕਿਸੇ ਨੇ ਮਨ ਨੂੰ ਮੁਖਾਤਬ ਬਾਣੀ 'ਚ ਕੀਤਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ। ਇਸ ਕਰਕੇ ਉਹਨਾਂ ਦਾ ਪਹਿਲਾ ਸ਼ਬਦ ਇਹ ਵੇ, ਸਾਧੋ ਮਨ ਕਾ ਮਾਨ ਤਿਆਗੋ। ਪਹਿਲੀ ਗੱਲ ਉਹਨਾਂ ਤਿਆਗ ਦੀ ਕੀਤੀ ਕਿ ਮਨ ਦੇ ਹੰਕਾਰ ਨੂੰ ਛੱਡ ਦਿਓ। ਫਿਰ ਸੁਣਿਓ, ਮੈਂ ਸਮਾਪਤੀ ਕਰ ਲਗਾ। ਤਿਆਗ ਦਰ ਤੇ ਛੱਡਣਾ ਤੇ ਗਏ ਦਰ ਤੇ ਪਕੜਨਾ। ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਹੈ ਗੁਰੂ ਤੇਗ ਬਹਾਦਰ ਦਾ, ਮਾਨ ਨੂੰ ਤਿਆਗ ਦਿਓ। ਅਖੀਰ ਵਾਲਾ ਸ਼ਲੋਕ ਹੈ, ਰਾਮ ਨਾਮ ਉਰਮੈ ਗਇਓ। ਕਮਾਲ ਕਰ ਦਿੱਤੀ। ਹੰਕਾਰ ਨੂੰ ਛੱਡਣ ਤੋਂ ਯਾਤਰਾ ਸ਼ੁਰੂ ਹੋਵੇ ਤੇ ਦੁਨੀਆ ਤੋਂ ਚੱਲਣ ਲੱਗਿਆ ਤੇਰੇ ਹਿਰਦੇ ਵਿੱਚ ਨਾਮ ਘੁੱਟ ਕੇ ਪਕੜਿਆ ਹੋਵੇ। ਆਹ ਹੈ ਗੁਰੂ ਤੇਗ ਬਹਾਦਰ। ਰਾਮ ਨਾਮ ਉਰਮੈ ਗਇਓ, ਜਾ ਕੈ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਉਹਨਾਂ ਦੇ ਪਰਉਪਕਾਰ ਸ਼ਹਾਦਤ ਸਿੰਘ ਸਾਹਿਬ ਨੇ ਵੀ ਕਿਹਾ। ਮੈਂ ਸਮਾਪਤੀ ਤੇ ਕਹਿਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ। ਯਾਦ ਰੱਖਿਓ, ਸਿੱਖ ਕਦੀ ਵੀ ਲਾਲਚ ਦੇ ਕੇ, ਜੋ ਸਿੱਖੀ ਦੀ ਫਲਸਫਾ ਹੈ, ਲਾਲਚ ਦੇ ਕੇ, ਦਬਕਾ ਮਾਰ ਕੇ, ਹਕੂਮਤ ਦਾ ਜ਼ੋਰ ਦੇ ਕੇ ਕਦੀ ਵੀ ਕਿਸੇ ਬੰਦੇ ਦਾ ਧਰਮ ਕਨਵਰਟ ਕਰਨ ਵਿੱਚ ਭਰੋਸਾ ਨਹੀਂ ਰੱਖਦਾ। ਇਹ ਬੜਾ ਔਖਾ ਜਿਹਾ ਜੇ। ਮੇਰੀ ਗੱਲ ਸੁਣਿਓ, ਜਿਹੜੇ ਬੰਦੇ ਰਾਜ ਦੇ ਲਾਲਚ ਅਧੀਨ, ਕਈ ਮੈਂ ਧਰਮ ਦੇਖਣਾ, ਸਾਡੇ ਪੰਜਾਬ ਨੂੰ ਖੋਰਾ ਲੱਗਾ ਹੈ, ਪੈਸੇ ਦੇ ਦੇਣੇ ਗਰੀਬ ਬੰਦਿਆਂ ਨੂੰ, ਤੁਸੀਂ ਧਰਮੀ ਬਣ ਜਾਓ। ਜਿਹੜਾ ਬੰਦਾ ਪੈਸੇ ਨਾਲ ਧਰਮੀ ਬਣਦਾ ਉਹ ਵੋਟਾਂ ਦੀ ਗਿਣਤੀ ਵਧਾ ਰਿਹਾ। ਧਰਮੀ ਨਹੀਂ ਪੈਸੇ ਨਾਲ ਬਣਦੇ ਹੁੰਦੇ। ਧਰਮੀ ਤਾਂ ਸਿਰ ਦੇ ਜਾਂਦੇ ਆ, ਪਰ ਕਦੀ ਧਰਮ ਨਹੀਂ ਛੱਡਦੇ ਹੁੰਦੇ, ਕਿਉਂਕਿ ਸਾਰੇ ਧਰਮਾਂ ਦਾ ਸਿਆਸੀਕਰਨ ਹੋ ਚੁੱਕਾ ਹੈ। ਸਾਡੀ ਗਿਣਤੀ ਵੱਧਦਾ, ਤੁਹਾਡੀ ਗਿਣਤੀ ਵੱਧ ਜਾਏ। ਨਹੀਂ ਪਿਆਰਿਓ, ਸਿੱਖ ਕਦੀ ਕਿਸੇ ਨੂੰ ਕਨਵਰਟ ਨਹੀਂ। ਹਾਲਾਂਕਿ ਗੁਰਮਤ ਵਿੱਚ ਤਿਲਕ ਤੇ ਜੰਝੂ ਦੀ ਵਿਆਖਿਆ ਉਹ ਨਹੀਂ ਜਿਹੜੀ ਸਨਾਤਨ ਮਤ ਦੀ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਤਨ ਕਾ ਨਹੀਂ। ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ ਨਹੀਂ ਪਾਇਆ, ਪਰ ਕਿਆ ਜਨੇਊ ਇਹ ਹੈ। ਤੇ ਜੇ ਮੈਂ ਨਹੀਂ ਪਾਉਂਦਾ, ਮੈਂ ਤਿਲਕ ਨਹੀਂ ਲਾਂਦਾ, ਪਰ ਮੈਨੂੰ ਕੋਈ ਹੱਕ ਨਹੀਂ ਮੈਂ ਤਿਲਕ ਲਾਣ ਵਾਲੇ ਤੇ ਜੰਝੂ ਪਾਣ ਵਾਲੇ ਦਾ ਨਾਸ਼ ਕਰ ਦਿਆਂ। ਗੁਰੂ ਤੇਗ ਬਹਾਦਰ ਕਹਿੰਦਾ, ਧਰਮ ਦੀ ਸੁਤੰਤਰਤਾ ਹਰ ਬੰਦੇ ਦਾ ਜਮਾਂਦਰੂ ਹੱਕ ਹੈ। ਫਿਰ ਸੁਣਿਓ, ਧਰਮ ਦੀ ਆਜ਼ਾਦੀ, ਧਰਮ ਦੀ ਸੁਤੰਤਰਤਾ ਹਰ ਬੰਦੇ ਦਾ ਹੱਕ ਹੈ। ਮੈਂ ਕਹਿੰਦਾ ਹਿਊਮਨ ਰਾਈਟਸ, ਹਿਊਮਨ ਰਾਈਟ ਬਹੁਤ ਵੱਡੀ ਸੰਸਥਾ ਹੈ। ਉਹ ਸਿੱਖੋ, ਉਸ ਸੰਸਥਾ ਤੱਕ ਵੀ ਪਹੁੰਚਾਓ ਵੀ ਮਨੁੱਖੀ ਹੱਕਾਂ ਦਾ ਪਹਿਲਾ ਸ਼ਹੀਦ ਗੁਰੂ ਤੇਗ ਬਹਾਦਰ ਹੈ। ਮਨੁੱਖ ਦੇ ਹੱਕ ਜਿੰਦੇ ਰਹਿਣ। ਦੂਜੀ ਗੱਲ ਹੋਰ ਕੀ ਦਿੱਤਾ ਗੁਰੂ ਤੇਗ ਬਹਾਦਰ ਨੇ? ਬਾਣੀ ਨਹੀਂ ਕੇਵਲ ਦਿੱਤੀ, ਗੁਰੂ ਤੇਗ ਬਹਾਦਰ ਨੇ ਇੱਕ ਗੰਜ ਦਿੱਤਾ, ਖਜ਼ਾਨਾ ਦਿੱਤਾ। ਉਸ ਤੋਂ ਪਹਿਲਾਂ ਸ਼ਬਦ ਨਹੀਂ ਸੀ। ਉਹਨਾਂ ਨੇ ਸ਼ੀਸ਼ ਗੰਜ ਦਿੱਤਾ। ਗੰਜ ਦਾ ਅਰਥ ਖਜ਼ਾਨਾ ਹੈ ਨਾ ਜੀ। ਧਨ ਦੇ ਖਜ਼ਾਨੇ, ਰੂਹਾਨੀ ਬਾਣੀ ਦਾ ਖਜ਼ਾਨਾ ਤਾਂ ਸਾਨੂੰ ਬਹੁਤ ਕੁਝ ਦਿੱਤਾ, ਪਰ ਸੀਸ ਲਾਣ ਦੀ ਸ਼ੁਰੂਆਤ ਭਾਵੇਂ ਗੁਰੂ ਅਰਜਨ ਦੇਵ ਨੇ ਕੀਤੀ, ਉਹ ਕੇਵਲ ਸਿੱਖੀ ਲਈ ਸੀ। ਗੁਰੂ ਤੇਗ ਬਹਾਦਰ ਨੇ ਜਿੱਥੇ ਸਿਰ ਦਿੱਤਾ ਉਹ ਸੀਸ ਗੰਜ ਬਣ ਗਿਆ, ਤੇ ਸਿੱਖਾਂ ਨੇ ਤੇਗ ਬਹਾਦਰ ਗੁਰੂ ਦੇ ਜੀਵਨ ਨੂੰ ਦੇਖ ਕੇ ਜਿੱਥੇ ਸਿਰ ਲਾਇਆ ਉਹ ਸ਼ਹੀਦ ਗੰਜ ਬਣ ਗਿਆ। ਇਹੀ ਕਾਰਨ ਕਿ ਜਿੱਥੇ ਗੁਰੂ ਤੇਗ ਬਹਾਦਰ ਦਾ ਸਿਰ ਕਲਮ ਕੀਤਾ ਉਹ ਵੀ ਸੀਸ ਗੰਜ, ਤੇ ਜਿੰਨਾ ਰਾਹਾਂ ਤੇ ਗੁਰੂ ਤੇਗ ਬਹਾਦਰ ਦਾ ਸੀਸ ਨਿਕਲ ਗਿਆ ਉਹ ਵੀ ਸੀਸ ਗੰਜ। ਦਿੱਲੀ ਹੈ, ਤਰਾਵੜੀ ਹੈ, ਅੰਬਾਲੇ ਹੈ, ਨਾਭਾ ਸਾਹਿਬ ਹੈ, ਕੀਰਤਪੁਰ, ਅੱਗੇ ਆਨੰਦਪੁਰ ਸਾਹਿਬ ਸਿੰਘ ਸਾਹਿਬ ਦੱਸ ਰਹੇ ਸਨ, ਉਹਨਾਂ ਨੇ ਸ਼ੀਸ਼ ਗੰਜ ਦਿੱਤੇ ਤੇ ਬਾਬੇ ਦੀਪ ਸਿੰਘ ਨੇ ਸ਼ਹੀਦ ਗੰਜ ਦੇ ਦਿੱਤਾ। ਸ਼ਹੀਦ ਗੰਜ ਕਦੀ ਕਹਿੰਦੇ ਆ ਬਾਬਾ ਦੀਪ ਸਿੰਘ ਦਾ ਸੀਸ ਗੰਜ, ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦ ਗੰਜ,
ਭਾਈ ਤਾਰੂ ਸਿੰਘ ਦਾ ਸ਼ਹੀਦਗੰਜ, ਸਿੰਘਣੀਆਂ ਦਾ ਸ਼ਹੀਦਗੰਜ। ਗੁਰਮਖੋ, ਕਿਸੇ ਕੌਮ ਕੋਲ ਦੁਨੀਆ ਦੀ ਦੌਲਤ ਤਾਂ ਬੜੀ ਹੋਵੇਗੀ, ਪਰ ਸੀਸਗੰਜ ਕੇਵਲ ਸਿੱਖਾਂ ਦੇ ਕੋਲ ਹੈ। ਇਸ ਕਰਕੇ ਹਕੂਮਤ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਕੋਈ ਵੀ ਹਕੂਮਤ ਹੋਵੇ, ਉਹਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਇਹਨਾਂ ਕੋਲ ਕੱਲਾ ਲੰਗਰ ਦਾ ਤੇ ਬਾਣੀ ਦਾ ਖਜ਼ਾਨਾ ਨਹੀਂ, ਨਾ ਕੋਈ ਸਿਰਾਂ ਦਾ ਵੀ ਖਜ਼ਾਨਾ ਹੈ। ਸਾਡੇ ਕੋਲ ਸੀਸਗੰਜ ਵੀ ਹੈ। ਬਸ ਰਾਮ ਨਰੈਣ ਸਿੰਘ ਨਰਦਰਦੀ ਕਵੀ ਹੋਇਆ ਸਾਡੇ, ਉਹਨਾਂ ਨੇ 84 ਤੋਂ ਬਾਅਦ ਇੱਕ ਕਿਤਾਬ ਲਿਖੀ ਸੀ, ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਉਹਦੇ ਇੱਕ ਬੰਦ ਹੈ, ਜਦੋਂ ਫਰਿਆਦ ਕੀਤੀ, ਕਹਿਆ ਪਾਤਸ਼ਾਹ ਬੱਚਿਓ ਘਰੀ ਜਾਓ। ਜਦੋਂ ਫਰਿਆਦ ਕੀਤੀ, ਗੁਰੂ ਤੇਗ ਬਹਾਦਰ ਕਹਿੰਦੇ ਨੇ ਪੰਡਤਾਂ ਕਸ਼ਮੀਰੀਆਂ ਨੂੰ, ਤੇ ਪਰ ਹੁਣ ਇਹ ਗੱਲ ਤੁਸੀਂ ਉਦੋਂ ਕਦੋਂ ਆਏ? ਹੁਣ ਸਾਡੇ ਬੰਦੇ ਕਈ ਵਾਰੀ ਗੱਲ ਕਰਦੇ ਆ ਸਟੇਜ ਤੋਂ, ਮੈਂਬਰ ਸਾਹਿਬ ਤੁਸੀਂ ਬੈਠੇ, ਉਹ ਤੁਹਾਡੀਆਂ ਧੀਆਂ ਛਡਾਈਆਂ, ਪੋਸਟਾਂ ਪਾਉਂਦੇ ਹੋ। ਰੱਬ ਦਾ ਵਾਸਤਾ ਜੇ, ਸਿੱਖ ਕਦੀ ਬਗਾਨੀ ਧੀ ਨੂੰ ਬਗਾਨੀ ਧੀ ਨਹੀਂ ਸਮਝਦਾ। ਸੱਚ ਹੈ ਨਾ ਜੀ? ਜਦੋਂ ਤੁਸੀਂ ਸਟੇਜ ਤੋਂ ਕਹਿੰਦੇ ਤੁਹਾਡੀਆਂ ਛਡਾਈਆਂ, ਇਹਦਾ ਮਤਲਬ ਜਦੋਂ ਛਡਾਈਆਂ ਤੁਹਾਡੀ ਨਜ਼ਰ ਉਹ ਨਹੀਂ ਸੀ ਜਿਹੜੀ ਆਪਣੀ ਧੀ ਲਈ ਸੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਿਹਾ ਭਾਈ ਸਾਹਿਬ ਨੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਪੰਡਿਤ ਕਿਰਪਾ ਰਾਮ ਮਟਨ ਵਾਸੀ ਨੇ ਉਸ ਡੈਪੂਟੇਸ਼ਨ ਦੀ ਅਗਵਾਈ ਕੀਤੀ, ਕਿਉਂਕਿ ਉਸ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਪਹਿਲਾਂ ਚਰਨ ਪੈ ਚੁੱਕੇ ਸਨ। ਮਟਨ ਸਾਹਿਬ, ਉਹਨੇ ਫਿਰ ਅੰਮ੍ਰਿਤ ਛਕਿਆ, ਜਿਹਦੀ ਖਾਤਰ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ, ਫਿਰ ਕਿਰਪਾ ਸਿੰਘ ਬਣ ਕੇ ਚਮਕੌਰ ਵਿੱਚ ਸ਼ਹੀਦ ਹੋਇਆ। ਇਹ ਸਾਡੇ ਕੋਲ ਤਵਾਰੀਖ ਹੈ। ਉੱਥੇ ਹਜ਼ੂਰ ਨੇ ਕਿਹਾ, ਪੰਜਾਬੀ ਦੇ ਸ਼ਬਦ ਨੇ, ਕਹਿਆ ਪਾਤਸ਼ਾਹ ਬੱਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਣ ਰਿਹਾ ਹੈ। ਗੁਰੂ ਤੇਗ ਬਹਾਦਰ ਦਾ ਲਹੂ ਅੱਜ ਵੀ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਅੰਮ੍ਰਿਤਧਾਰੀ ਹੋਵੋ, ਬਾਣੀ ਵੱਧ ਤੋਂ ਵੱਧ, ਦੇਵੀ ਗੁਣਾਂ ਲਈ ਨਿਮਰਤਾ, ਖਿਮਾ, ਸਹਿਨਸ਼ੀਲਤਾ, ਇਹ ਰੱਬੀ ਗੁਣਾਂ ਲਈ ਅਰਦਾਸ ਕਰੋ। ਅੰਮ੍ਰਿਤ ਛਕ ਕੇ ਦਬਕੇ ਨਾ ਮਾਰੋ। ਮੇਰੀ ਬੇਨਤੀ ਹੈ ਕਿ ਦੇਵੀ ਗੁਣ ਵਿੱਚ ਆਉਣਗੇ, ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੀ ਮੁੱਚੀ ਮੁਹੱਬਤ ਕਰਨਗੇ। ਮੈਂ ਸਮੁੱਚੇ ਪ੍ਰਬੰਧ ਦਾ ਔਰ ਸਿੰਘ ਸਾਹਿਬ ਜੀ, ਗਿਆਨੀ ਅਮਰਜੀਤ ਸਿੰਘ ਜੀ, ਭਾਈ ਅਮਨਦੀਪ ਸਿੰਘ ਜੀ, ਔਰ ਅੱਜ ਮੈਂ ਸਿੰਘ ਸਾਹਿਬ ਗਿਆਨੀ ਮਲ ਸਿੰਘ ਨੂੰ ਫਿਰ ਯਾਦ ਕਰ ਰਿਹਾ ਵਾਂ। ਮੇਰੇ ਨਾਲ ਬਹੁਤ ਮੁਹੱਬਤ, ਬਹੁਤ ਪਿਆਰ ਸੀ, ਕਿਉਂਕਿ ਤੁਹਾਡੇ ਕੋਲੇ ਬੱਚੇ ਕੰਮ ਸੇਵਾ ਕਰ ਰਹੇ। ਅਮਨਦੀਪ ਸਿੰਘ ਕਿੰਨੀ ਭਾਵਨਾ ਨਾਲ ਸੇਵਾ ਕਰ ਰਿਹਾ। ਇਹ ਭਾਵਨਾ ਬਾਪ ਨੇ ਸਿਖਾਈ ਸੀ। ਵਕਤ, ਸਮਾਂ ਤੇ ਸਰਕਮਸਟਾਂਸਿਸ ਪਤਾ ਨਹੀਂ ਕੀ ਕੁਝ ਬੰਦੇ ਨੂੰ ਕਰਾ ਜਾਂਦੇ ਆ। ਸਤਿਗੁਰੂ ਅੱਗੇ ਅਰਦਾਸ ਹੈ, ਤੁਸੀਂ ਸੰਗਤ ਗਿਆਨੀ ਜੀ ਦੇ, ਸਿੰਘ ਸਾਹਿਬ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖਿਓ। ਤੁਹਾਡੇ ਵੈਸੇ ਤਾਂ ਸਿੱਖ ਦਾ ਇਲਾਕਾ ਸਾਰਾ ਹੀ ਹੈ, ਪਰ ਫਿਰ ਵੀ ਬੜਾ ਮਾਣ ਹੁੰਦਾ ਹੈ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।